ਸੂਹੀ ਮਹਲਾ ਪੰਜਵਾਂ। ਘਰ ਮੈਂ ਠਾਕੁਰ ਨਦਰ ਨ ਆਵੈ, ਗਲ ਮੈਂ ਪਾਹਣ ਲੈ ਲਟਕਾਵੈ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਿਰੋਲੈ ਖਪ ਖਪ ਮਰਤਾ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਿਰੋਲੈ ਖਪ ਖਪ ਮਰਤਾ। ਰਹਾਉ ਜਿਸ ਪਾਹਣ ਕੋ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁਬਤਾ। ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਭਾਰ ਗ੍ਰਾਮੀ। ਗੁਰ ਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਅਲ ਪੂਰਨ ਵਿਧਾਤਾ। ਗੁਰ ਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਅਲ ਪੂਰਨ ਵਿਧਾਤਾ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦਾ ਦਿਨ ਦਾ ਗੁਰਮਤਿ ਸਮਾਗਮ ਆਪ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਆਪਣੇ ਇਸ ਗੁਰਦੁਆਰਾ ਸਾਹਿਬ ਵਿੱਚ ਉਲੀਕਿਆ ਹੈ। ਜਿਤਨੇ ਵੀ ਆਪ ਮਾਈ ਭਾਈ ਪ੍ਰਬੰਧਕ ਵੀਰ ਸਤਿਗੁਰ ਦੀ ਗੋਦ ਵਿੱਚ ਜੁੜ ਕੇ ਬੈਠੇ ਹੋ, ਬਹੁਤ ਪਿਆਰ ਨਾਲ ਮੇਰੇ ਤੋਂ ਪਹਿਲਾਂ ਭਾਈ ਮੱਖਣ ਸਿੰਘ ਹੁਣਾਂ ਦੇ ਕਵੀਸ਼ਰੀ ਜਥੇ ਪਾਸੋਂ ਬਹੁਤ ਪਿਆਰ ਨਾਲ ਆਪ ਜੀ ਨੇ ਸਿੱਖ ਕੌਮ ਦਾ ਵਡਮੁੱਲਾ ਇਤਿਹਾਸ, ਚਮਕੌਰ ਸਾਹਿਬ ਦੀ ਗੜੀ ਦਾ ਜੋ ਇਤਿਹਾਸ, ਸਾਹਿਬਜ਼ਾਦਿਆਂ ਨੂੰ ਸਤਿਗੁਰ ਨੇ ਕਿੱਦਾਂ ਸਾਡੇ ਤੋਂ ਕੁਰਬਾਨ ਕੀਤਾ ਹੈ, ਕਿੱਦਾਂ ਆਪਣੇ ਜਾਨ ਤੋਂ ਪਿਆਰੇ ਸਿੱਖ ਸਾਡੇ ਤੋਂ ਨਿਸ਼ਾਵਰ ਕੀਤੇ ਨੇ, ਜਿਹੜੇ ਅਜੋਕੇ ਸਮੇਂ ਦੇ ਵਿੱਚ ਸਾਨੂੰ ਹੌਲੀ ਹੌਲੀ ਭੁੱਲਦੇ ਜਾ ਰਹੇ ਨੇ। ਇਤਿਹਾਸ ਤਾਂ ਬਹੁਤ ਵੱਡੀ ਚੀਜ਼ ਹੈ। ਜੇ ਸਿੱਖ ਨੂੰ ਖਿਲਾਰ ਕੇ ਇਹਦਾ ਰਾਹ 'ਚ ਪੁੱਛੋ ਤਾਂ ਉਹ ਕਹੋ ਵੀ ਲੜੀਵਾਰ ਚਾਰ ਸਾਹਿਬਜ਼ਾਦੇ ਦੇ ਨਾਂ ਸੁਣਾ ਦੇ। ਜੇ ਉਹਦੀ ਜ਼ੁਬਾਨ ਥਿੜਕੇ, ਜੇ ਉਦੋਂ ਚਾਰ ਸਾਹਿਬਜ਼ਾਦਿਆਂ ਦੇ ਲੜੀਵਾਰ ਨਾਂ ਨਾ ਆਉਂਦੇ ਹੋਣ, ਇਤਿਹਾਸ ਤਾਂ ਬਹੁਤ ਵੱਡੀ ਗੱਲ ਹੈ ਵੀ ਉਹਨੂੰ ਇਤਿਹਾਸ ਦੀਆਂ ਬਰੀਕੀਆਂ ਦਾ ਪਤਾ ਹੋਵੇ। ਤਾਂ ਗੁਰਦੁਆਰਿਆਂ ਵਿੱਚ ਪਿੰਡ ਵਿੱਚ 5-5 7-7 ਗੁਰਦੁਆਰੇ ਬਣੇ ਹੋਣ, ਇਹਦਾ ਅਰਥ ਸਾਨੂੰ ਉਹ ਕੰਧਾਂ ਥੰਮਲੇ ਦੰਦੀਆਂ ਚੜਾ ਰਹੇ ਨੇ ਕਿ ਅਸੀਂ ਸਿੱਖਿਆ ਕੀ ਹੈ। ਜੇ ਸਾਨੂੰ ਇਹਦਾ ਤੁਰੇ ਜਾਂਦੇ ਰਾਹ 'ਚ ਕੋਈ ਪੁੱਛੇ ਇੱਦਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਦਾ ਨਾਮ ਕੀ ਸੀ, ਤੇ ਸੁਰਤ 'ਤੇ ਜ਼ੋਰ ਪਾ ਕੇ ਚੇਤਾ ਕਰਨਾ ਪਵੇ। ਇਹ ਇੱਦਾਂ ਯਾਦ ਹੋਣੇ ਚਾਹੀਦੇ ਆ ਜਿਵੇਂ ਤੁਸੀਂ ਆਪਣੇ ਘਰ ਤੋਂ 50-60-70 ਕਿਲੋਮੀਟਰ ਦੂਰ ਗਏ ਹੋ ਅਤੇ ਗੱਡੀ ਆਪਣੇ ਆਪ ਹੀ ਤੁਹਾਡੇ ਘਰ ਨੂੰ ਮੁੜਦੀ ਆਉਂਦੀ ਹੈ। ਤੁਹਾਨੂੰ ਰਾਹ ਚੇਤਾ ਰੱਖਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਗੱਡੀ ਆਪਣੇ ਘਰ ਨੂੰ ਮੁੜਦੀ ਆਉਂਦੀ ਹੈ, ਕਿਉਂਕਿ ਸਾਨੂੰ ਆਪਣੇ ਘਰ ਦਾ ਰਾਹ ਕਦੀ ਵੀ, ਉੱਚੀ ਬੋਲੋ ਜੀ, ਭੁੱਲਦਾ ਨਹੀਂ। ਈਵਨ ਇੱਥੋਂ ਤੱਕ ਕਦੀ ਨੋਟ ਕਰਿਓ, ਜਿਹੜੇ ਮੇਰੇ ਵੀਰ ਗੱਡੀਆਂ ਚਲਾਉਂਦੇ ਨੇ, ਤੁਸੀਂ ਆਪਣੇ ਘਰ ਤੋਂ 15 ਕਿਲੋਮੀਟਰ ਦੂਰ ਹੋ ਅਤੇ ਤੁਹਾਨੂੰ ਕਿਸੇ ਸੱਜਣ ਦਾ ਫੋਨ ਆ ਜਾਏ, ਭਾਵੇਂ ਮੋਬਾਈਲ ਦੀ ਵਰਤੋਂ ਕਰਨੀ ਚੰਗੀ ਗੱਲ ਨਹੀਂ ਹੈ ਗੱਡੀ ਚਲਾਉਂਦਿਆਂ, ਪਰ ਕਈ ਵਾਰੀ ਹੁੰਦਾ ਨਾ ਵੀ ਆਪਾਂ ਮੋਬਾਈਲ 'ਤੇ ਗੱਲ ਕਰਦੇ ਹਾਂ, ਗੱਡੀ ਚਲਾ ਰਹੇ ਹਾਂ, ਪਤਾ ਨਹੀਂ ਕਿਹੜੇ ਵੇਲੇ ਗੱਡੀ ਘਰ ਆ ਗਈ, ਆਪਾਂ ਨੂੰ ਪਤਾ ਵੀ ਨਹੀਂ ਲੱਗਦਾ। ਗੱਲਾਂ ਕਰਦਿਆਂ ਚੇਤਾ ਰੱਖਣ ਦੀ ਲੋੜ ਪਈ ਵੀ ਕਿਹੜਾ ਮੋੜ ਕਿੱਧਰ ਨੂੰ ਸੀ, ਆਪਣੇ ਆਪ ਹੀ ਗੱਡੀ ਮੁੜਦੀ ਗਈ, ਕਿਉਂਕਿ ਤੁਹਾਡੀ ਸਿਮਰਤੀ ਵਿੱਚ, ਤੁਹਾਡੀ ਸੋਚ ਵਿੱਚ ਤੁਹਾਡੇ ਘਰ ਦਾ ਐਡਰੈਸ ਵਸਿਆ ਹੋਇਆ ਹੈ। ਆਪਾਂ ਨੂੰ ਰਾਹ ਜਾਂਦਿਆਂ ਕੋਈ ਪੁੱਛੇ ਸਾਡੇ ਭਰਾ ਦੇ ਬੱਚੇ ਕਿੰਨੇ ਨੇ, ਸਾਡੇ ਛੋਟੇ ਭਰਾ ਦੇ ਬੱਚੇ ਕਿੰਨੇ ਨੇ, ਸਾਡੀ ਭੈਣ ਦੇ ਬੱਚੇ ਕਿੰਨੇ ਨੇ, ਅਤੇ ਸਾਨੂੰ ਉਹਨਾਂ ਦੇ ਨਾਮ ਤੱਕ ਵੀ ਯਾਦ ਹੁੰਦੇ ਨੇ।
गुस्सा ना मनायो। डेरियां ते जाण वाले जिहड़े सेवक ने उन्हां नूं उन्हां दे बाबियां बारे को पुछे तो सब कुछ पता हुंदा है। असीं दावा करते हैं कि असीं गुरु दे सिख हां। सानूं राह जांदियां कोई तां पुछ लवे कि वड्डे साहिबजादियां दी उम्र किन्नी सी, सब तो छोटे साहिबजादे दी उम्र किन्नी सी, चमकौर साहब जिहड़े शहीद होए उन्हां दा नाम की सी ते फतेहगढ़ साहब शहीद होण वालियां दा नाम की सी। ते जे सानूं ਉਹ एक दूजे नूं पुछना पवे तो फिर साड़ियाँ मनाइयां होइयां प्रभात फेरियां, कढ़े हुए नगर कीर्तन, खाधे हुए लंगर, कढ़े हुए पकौड़े ते जलेबियां, लाइयां होइयां लाइटां लड़ियां ते 30-30 40-40 साल के दावे करने कि मैं फलाने गुरुद्वारे की कमेटी च इन्ना चिर रहा, उसका अर्थ की रह गया साध संगत जी। जे सानू मुढ़लिया, मैं इतिहास तो बहुत वड्डी गल है, मैं तो नावां की गल ही कर रहा जी। इतिहास तो बहुत अगे की गल है भी सानू उहदी इतिहास की बरीकी का पता हो। नाहर खान कौन सी जिन्होंने गुरु गोबिंद सिंह ने चमकौर साहब की गढ़ी के बाहर मारिया सी। ये तो अगलियां गल्लां ने, अजे तो नावां ते गल लड़ी हुई है। 25 दसंबर नूं क्रिसमस डे आउंदा ते वो मैसेज करते हैं, साडे जिहड़े विदेशों च परिवार वसदे हो एक दूजे नूं सुनेहा भेजते आ। चलो चंगी गल है, उन्हां विच तुसीं रहिंदे हो, वो तुसीं उन्हां दा दिन मनाउंदे हो, मैं मना नहीं करदा क्योंकि तुसीं उत्थे जॉब करदे हो। पर मैनूं लगदा जे तुसीं साहिबजादियां दा भी मैसेज करदे हो तो उन्हां तुहानूं मना तो नहीं करना। जे तुसीं अगे साहिबजादियां दा मैसेज करो भी साडे भी 22 तो लैके 6 पो 22 दसंबर तो लैके 27-28 दसंबर तक का ये वडमुला इतिहास है, पर मैसेज करांगे तां जे सानूं खुद उच्ची बोलियो हाँ पता होएगा। तो जे सानूं कुछ पता होएगा तो तां ही दसांगे किसी नूं। सानूं तो इस बन्ने किसी ने तोरिया ही नहीं, असीं ये जरूरत समझ ही नहीं हैगी। तो आओ साध संगत, जिथे असीं गुरु पातशाह जी के पावन इतिहास तो जाणू होना है, जिथे असीं गुरबाणी की विचार सांझी करनी। सूही राग का शब्द आपां बड़े प्यार नाल सुनिया, 739 नंबर अंक ते गुरु ग्रंथ साहब जी दे विच ये शब्द है, जिथे आपां शब्द दीयां विचारां करनियां, नाल नाल इतिहासक नुकते सांझे करने ने। विचारां दी सांझ करन तो पहलां बड़े अदब नाल सारी संगत फतेह प्रवान करो ते गज के आखो जी वाहिगुरू जी का खालसा वाहिगुरू जी की फतेह। आओ साध संगत विचारां आरंभ करन तो पहलां एक बार शब्द दीयां तुकां दा रल के पाठ करिए, फिर आपां विचारां दी सांझ पाउने हां। गगन दमामा बाजियो, गगन दमामा बाजियो, परयो निशान काओ, परयो निशान काओ, खेत जो मांडियो सूरमा, खेत जो मांडियो सूरमा, अब जूझण को दाओ, अब जूझण को दाओ, सूरा सो पहचानिए, सूरा सो पहचानिए, जो लरै दीन कहे तो, जो लरै दीन कहे तो, पुरजा पुरजा काट मरै, पुरजा पुरजा काट मरै, कबू न छाड़ै खेत, कबू न छाड़ै खेत,
ਭਰਮ में भूला साकत फिरता, भरम में भूला साकत फिरता। नीर बिरोलै खप खप मरता, नीर बिरोलै खप खप मरता। घर में ठाकुर नदर न आवे, घर में ठाकुर नदर न आवे। गल में पाहण लै लटकावे, गल में पाहण लै लटकावे। भरम में भूला साकत फिरता, भरम में भूला साकत फिरता। गुरु अर्जन साहब महाराज जिन्हां दा पावन बचन आपां रल के पढ़िया, भरमे भूला साकत फिरता। भरम विच भुला होया साकत अपनी जिंदगी जीव रहा है। नीर बिरोलै खप खप मरता। नीर कहंदे ने पानी नूं। सियाणियां मेरियां भैणां बैठियां ने, मावां बैठियां ने। आपां दही दे विच मधानी पाईए, रिड़कीए ते रिड़कण तो बाद कुछ समय बाद की निकलदा है जी? मक्खण आउंदा है। तुसीं उहनूं अग ते रखदे हो, लस्सी सड़दी है, घ्यो बनता है। ਇਹਦਾ मतलब है दही रिड़कण की मेहनत का फल की मिलिया? तुहानूं घ्यो मिलिया, मक्खण मिलिया, लस्सी मिल गई। पर जे कोई मनुख लागे पानी विच मधानी पा के बैठा होवे, चाटी चों ने पानी पाया होवे तो उहदे विच मधानी पा के रिड़की जावे, रिड़की जावे, रिड़की जावे, तो दूजा बंदा नूं कहे भी वेख तैनूं अद्धा पौना घंटा हो गया रिड़कदियां नूं, ते आ वेख मैं अद्धे पौने घंटे च आ मक्खण कढ़िया, आ घ्यो निकले है, तूं की कर रहा बई? तूं जिहदे च मधानी पाई है, मेहनत तेरी भी मेरे जिन्नी आ, मेहनत घट नहीं आ, बाहां दा तेरा भी जोर मेरे जिन्ना ही लग रहा, पर तूं वस्तु गलत रिड़क रहा। इस नूं गुरमत विच इंज कहा, पंडित दही बिलोईए भाई, विचों निकले तत्थ। पंडित का अर्थ इत्थे कोई धोती बोधी वाला नहीं है। पंडित का अर्थ है विचारवान। धोती बोधी वाला भी हो सकता, कशहरे वाला भी हो सकता, चादर कुर्ते वाला भी हो सकता, पैंट कोट पैंट कमीज वाला भी हो सकता। यानी कि पंडित मीनिंग विचारवान, जिहड़ा कुछ विचारदा है। कहते पंडित दही बिलोईए भाई, जे दही नूं बिलोईए तो विचों निकले तत्थ, विचों निकलता है मक्खण, पर जल मथीए। जे जल नूं मथीए तो जल देखिए भाई। हुण पानी नूं रिड़कांगे तो पानी दसू, दही नूं रिड़कांगे मुड़ के दही नहीं दिसना। जदों दही विच पाया सी उदों दही दिसदा सी, पर जदों रिड़कण तो बाद उहदा नाम दही रह गया, मुड़ के उहदा नाम बदल गया। उहदे विचों फिर दो तीन चीज़ां निकलियां, लस्सी एक बन्ने हो गई, मक्खण एक बन्ने हो गया, उहनूं अग ते रखिया, फिर घ्यो बनिया। हुण गांह तुर पई कर, उहदा नाम बदल गया। यानी कि मधानी दी कीती हुई मेहनत ने उहदा नाम चेंज करता। अज बंदा दादियां परदादियां तो ही उहो ही क्यों दिस रहा है? क्योंकि पानी विच मधानी पाई है तो पानी दिसी जाता है। दादा भी उत्थे उसे चक्करवी च फसिया सी, पिता भी उसे चक्करवी च फसिया है, पुत्र भी अगे उसे घूमण घरी च फसिया है। एक लागे परिवार है, दादियां वेले होर, पड़दादियां वेले होर, आप पिता वेले होर, ते अज कुछ होर। अज लहरां बहरां होईयां पईयां ने, अज जिंदगी जीण दा तरीका ही वखरा। कहंदे कमाल है, मेहनत असीं भी तुहाडे जिन्नी करदे हां, तुसीं भी साडे जिन्ने करदे हो, फर्क कित्थे पै गया? कहंदे फर्क इत्थे पै गया कि तुसीं पानी च मधानी पाई सी, असीं दही च मधानी पाई सी। हुण इहनूं सौखा समझ लो, दही की आ? गुरु दी मत, गुरु दी सिੱਖਿਆ।
ਜਦੋਂ ਮੈਂ ਗੁਰੂ ਦੀ ਸਿੱਖਿਆ ਨੂੰ ਰਿੜਕਾਂਗਾ, ਵਿੱਚੋਂ ਜ਼ਿੰਦਗੀ ਜਿਉਣ ਦਾ ਤਰੀਕੇ ਨਿਕਲਣਗੇ। ਤੇ ਪਾਣੀ ਕੀ ਆ? ਮਨ ਦੀ ਭੈੜੀ ਮੱਤ। ਹੁਣ ਆਪੇ ਦੱਸਿਓ, ਦੁਨੀਆ ਜ਼ਿਆਦਾ ਕੰਮ ਆਪਣੇ ਮਨ ਦੀ ਮੱਤ ਮੁਤਾਬਕ ਕਰਦੀ ਹੈ ਕਿ ਗੁਰੂ ਦੀ ਮੱਤ ਮੁਤਾਬਕ? ਬੋਲ ਕੇ ਦੱਸਿਓ ਜੀ। ਤੇ ਫਿਰ ਦੁਨੀਆ ਰਿੜਕ ਹੀ ਰਹੀ ਭਲਾ। ਬਸ ਆਹ ਹੈ ਚੱਕਰ। ਇੱਥੇ ਮੱਸਿਆ ਲੱਗਦੀ ਹੈ ਜੀ, ਇੱਥੇ ਪੁੰਨਿਆ ਲੱਗਦੀ ਹੈ ਜੀ, ਉੱਥੇ ਸੰਗਰਾਂਦ ਬੜੀ ਲੱਗਦੀ ਹੈ ਜੀ, ਉੱਥੇ ਪੰਚਮੀ ਬੜੀ ਲੱਗਦੀ ਹੈ ਜੀ। ਤੇ ਉੱਥੇ ਜਾਣ ਲਈ ਟਰੈਕਟਰ ਦੇ ਵਿੱਚ ਤੇਲ ਤੇ ਪਾਉਣਾ ਪੈਂਦਾ। ਬੋਲ ਕੇ ਦੱਸਿਓ। ਕਈਆਂ ਦਾ ਕਿਸਾਨੀ ਅੰਦੋਲਨ ਨੂੰ ਜਾਣ ਲੱਗਿਆਂ ਟਰੈਕਟਰ 'ਚ ਤੇਲ ਨਹੀਂ ਪਿਆ। ਤੇ ਮੱਸਿਆ ਪੱਕੀ ਸੁੱਖੀ ਆ, ਪੂਰਨਮਾਸੀ ਪੱਕੀ ਸੁੱਖੀ ਆ ਵੀ ਉੱਥੇ ਜਾਣਾ ਹੀ ਜਾਣਾ। ਤੇ ਵਾਰੇ ਜਾਈਏ ਉਹਨਾਂ ਯੋਧਿਆਂ ਦੇ ਜਿਨ੍ਹਾਂ ਨੇ ਕਈ ਚੱਕਰ ਆਪਣੇ ਟਰੈਕਟਰਾਂ ਟਰਾਲਿਆਂ ਤੇ ਲਾਏ ਨੇ। ਹੁਣ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ 'ਚੋਂ ਨਿਕਲਣਾ ਕੱਖ ਨਹੀਂ, ਬਾਬੇ ਕੋ 4 ਗੇੜੇ ਮਾਰਾਂਗੇ ਤੇ ਇਹਦੇ ਵਿੱਚੋਂ ਕੁਝ ਨਾ ਕੁਝ ਨਿਕਲ ਆਉਣਾ। ਕਈਆਂ ਨੂੰ ਇਹੋ ਲੱਗਦਾ ਸੀ ਨਾ ਕਿ ਬਾਬੇ 'ਤੇ ਜਾਵਾਂਗੇ ਉੱਥੇ ਟਰੈਕਟਰ ਨੂੰ ਇੱਦਾਂ ਹੋਣਾ। ਕਈ ਅਜੇ ਵੀ ਟਰੈਕਟਰ ਨਵੇਂ ਲੈ ਕੇ ਹਾਰ ਪਾ ਕੇ ਬਾਬਿਆਂ ਦੇ ਪੈਰ ਪਵਾਉਂਦੇ। ਮੈਂ ਤਾਂ ਹੁਣ ਕਹਿੰਦਾ ਜਿਨ੍ਹਾਂ ਨੇ ਟਰੈਕਟਰ ਪਵਿੱਤਰ ਕਰਾਉਣੇ ਆ, ਕਿਸਾਨਾਂ ਦੇ ਚਰਨ ਪਵਾਓ ਆਪਣੇ ਟਰੈਕਟਰ 'ਤੇ, ਜਿਹੜੇ 1 ਸਾਲ 11 13 ਦਿਨ 15 ਦਿਨ ਉੱਥੇ ਰਹਿ ਕੇ ਆਏ ਆ। ਜੇ ਕੋਈ ਮੈਨੂੰ ਪੁੱਛੇ ਨਾ ਜੋ ਕਿ ਸਮੇਂ 'ਚ ਕੋਈ ਸੰਤ ਮਹਾਂਪੁਰਖ ਹੈ, ਤੇ ਉਹ ਬਾਬੇ ਆ ਜਿਹੜੇ ਡੋਲੇ ਤੇ ਘਬਰਾਏ ਨੇ, ਜਿਹੜੇ ਸਿਰ ਤੇ ਸਦਕ ਨਾਲ, ਤੇ ਉਹਨਾਂ ਦੀ ਪ੍ਰੇਰਨਾ ਸਰੋਤ ਬਣੇ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਵਰਗੇ ਯੋਧੇ। ਅਗਲਿਆਂ ਨੂੰ ਇੱਥੋਂ ਬਲ ਮਿਲਿਆ ਕਿ ਜੇ ਛੋਟੀਆਂ ਜਿੰਦਾਂ ਵੱਡੇ ਸਾਕੇ ਇਹ ਨਹੀਂ ਡੋਲੇ, ਅਸੀਂ ਕਿੱਦਾਂ ਡੋਲ ਜਾਵਾਂਗੇ ਬਈ। ਜੇ 3 ਕਾਲੇ ਕਾਨੂੰਨ ਵਾਪਸ ਹੋਣੇ ਤੇ ਇੱਥੋਂ ਤੱਕ ਏਡੀ ਵੱਡੀ ਜੰਗ ਜਿੱਤ ਕੇ ਆਉਣੀ ਹੈ, ਇਹ ਸਿਹਰਾ ਸਾਡੇ ਗੁਰੂ ਨੂੰ ਜਾਂਦਾ ਕਿ ਕਿਤੇ ਨਾ ਕਿਤੇ ਉਹਦਾ ਜਿਹੜੀ ਸਿੱਖਿਆ ਹੈ ਸਾਡੀ ਸੁਰਤ ਵਿੱਚ ਵਸੀ ਹੋਈ ਸੀ, ਕਿਤੇ ਨਾ ਕਿਤੇ ਉਹ ਸੁਰਤ ਵਿੱਚ ਵਸੀ ਸਿੱਖਿਆ ਕੰਮ ਆਈ ਹੈ। ਉਹਦਾ ਅਸਰ ਹੋਇਆ ਸਾਹਮਣੇ। ਪ੍ਰੈਕਟੀਕਲ ਲੋਕਾਂ ਨੇ ਵੇਖਿਆ ਵੀ ਕਿਆ ਬਾਤ ਹੈ ਜੀ, ਇਹ ਬਜ਼ੁਰਗ ਉਹੋ ਹੀ ਨੇ, ਇਹ ਉਹ ਮਾਮਾ ਨੇ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੈ, ਜਿਨ੍ਹਾਂ ਨੇ ਗੁਰਬਾਣੀ ਦਾ ਅਭਿਆਸ ਕੀਤਾ, ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ, ਜਿਨ੍ਹਾਂ ਨੇ ਨੇਕ ਆਚਰਣ ਜੀਵ ਕੇ ਦੁਨੀਆ ਨੂੰ ਵਿਖਾਇਆ। ਹੁਣ ਅੱਜ ਦੁਨੀਆ ਪਾਣੀ 'ਚ ਮਧਾਣੀ ਪਾ ਕੇ ਜਿੰਨੇ ਵੀ ਕੰਮ ਕਰਦੇ, ਅਸੀਂ ਪੁੱਤਰ ਧੀ ਦਾ ਆਨੰਦ ਕਾਰਜ ਕਰਦੇ ਹਾਂ, ਵਿਖਾਵੇ ਮਾਤਰ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ। ਸਾਰੇ ਕੰਮ ਸਾਡੇ ਮਨ ਦੀ ਮੱਤ ਮੁਤਾਬਕ ਹੁੰਦੇ ਨੇ। ਨਸ਼ੇ ਪੀਣੇ, ਨਸ਼ੇ ਪਿਆਉਣੇ, ਦਾਜ ਦੇਣਾ, ਬੋਲੀ ਜਾਓ ਅੱਗੇ ਕੀ ਕੰਮ ਕਰਦੇ ਹਾਂ ਆਪਾਂ। ਦਾਜ ਲੈਣਾ, ਮੁੰਦਰੀਆਂ ਪਾਉਣੀਆਂ, ਮੁੰਦਰੀਆਂ ਲੈਣੀਆਂ, ਡਬਲ ਬੈੱਡ ਦੇ ਕੰਬਲ ਇਹਨਾਂ ਨਾਲ ਦੇ ਕੇ ਮਿਲਣੀਆਂ ਕਰਨੀਆਂ, ਇਹ ਸਭ ਮਨ ਦੀ ਮਾਤੀ ਤੇ ਹੈ। ਇਸੇ ਕਰਕੇ ਅੱਜ ਤਰੇੜਾਂ ਪੈ ਗਈਆਂ, ਇਸੇ ਕਰਕੇ ਅੱਜ ਰਿਸ਼ਤਿਆਂ ਵਿੱਚ ਫਿੱਕ ਪੈ ਗਈ, ਕਿਉਂਕਿ ਪਦਾਰਥ ਸਿਰ ਚੜ੍ਹਾ ਲਏ, ਰਿਸ਼ਤੇਦਾਰੀਆਂ ਪਿੱਛੇ ਕਰਤੀਆਂ। ਪਦਾਰਥਵਾਦੀ ਯੁੱਗ ਵਿੱਚ ਪਿਆਰ ਮੁਹੱਬਤ ਸਨੇਹ ਖੰਭ ਲਾ ਕੇ ਉੱਡ ਗਿਆ ਤੇ ਵਸਤੂਆਂ ਨੂੰ ਬੰਦਾ ਵੱਧ ਪਿਆਰ ਕਰਨ ਲੱਗ ਪਿਆ। ਜਿਹੜੀ ਵਸਤੂ ਬਾਜ਼ਾਰ 'ਚੋਂ ਖਰੀਦੀ ਜਾ ਸਕਦੀ ਹੈ, ਜਿਹੜੀ ਟਰੈਕਟਰ ਗੱਡੀ ਮੋਟਰ, ਇਹ ਚੀਜ਼ ਬਾਜ਼ਾਰੋਂ ਖਰੀਦੀ ਜਾ ਸਕਦੀ, ਤੁਹਾਡੇ ਕੋਲ ਅੱਜ ਪੈਸਾ ਹੈਗਾ ਇਹਦੇ, ਪਰ ਤੁਸੀਂ ਪਿਆਰ ਮੁਹੱਬਤ ਰਿਸ਼ਤੇਦਾਰੀਆਂ ਕਿੱਥੋਂ ਖਰੀਦੋਗੇ? ਇਹ ਤਾਂ ਪੈਦਾ ਕਰਨੀਆਂ ਪਈਆਂ, ਇਹ ਤਾਂ ਕਮਾਉਣੀਆਂ ਪੈਂਦੀਆਂ ਨੇ। ਵੱਡਾ ਬੰਦਾ ਉਹੋ ਹੀ ਹੈ ਜਿਹਨੂੰ ਲੋਕ ਕਹਿਣ ਵੱਡਾ ਹੈ, ਜਿਹੜੇ ਰਿਸ਼ਤੇਦਾਰ ਕਹਿਣ। ਰਿਸ਼ਤੇਦਾਰ ਸਾਡੇ ਬੜੇ ਪਰ ਕਮਾਲ ਹੈ ਬਈ। ਸਾਡੇ ਘਰ ਆਣ ਕੇ ਦੀ ਬੋ ਮਜਾਜ ਕੀਤੀ ਹੋਵੇ, ਭਾਵੇਂ ਜ਼ਮੀਨ 'ਤੇ ਸਮਾਂ ਦਿਓ, ਭਾਵੇਂ ਚਾਦਰ ਚੰਗੀ ਵਿਛਾਓ ਜਾਂ ਨਾ ਵਿਛਾਓ, ਜਾਂ ਕਦੀ ਡਿਮਾਂਡ ਕੀਤੀ ਹੋਵੇ ਕਿ ਮੈਨੂੰ ਹੁਣ ਮੰਨ ਲਓ ਜਵਾਈ ਹੋਣ ਦੋ, ਇੱਕ ਕਹਿ ਕੇ ਚੀਜ਼ਾਂ ਬਣਵਾਵੇਂ ਤੇ ਇੱਕ ਜੋ ਤੁਹਾਡੇ ਘਰ ਬਣੀ ਉਹ ਖਾ ਜਾਏ, ਯਾਦ ਕਿਹਨੂੰ ਕਰੋਗੇ? ਬੋਲ ਕੇ ਦੱਸਿਓ। ਪਰ ਕੰਮ ਉਲਟ ਹੁੰਦਾ, ਜਿਹੜਾ ਜ਼ਿਆਦਾ ਭਜਾਵੇ ਨਾ, ਕਹਿੰਦੇ ਪ੍ਰਾਹੁਣਾ ਉਹੀ ਵਧੀਆ। ਉੱਚੀ ਬੋਲੇ ਹੋ ਭਲਾ। ਇੱਦਾਂ ਹੀ ਸਾਡੇ ਪਿੰਡਾਂ ਦੇ ਗ੍ਰੰਥੀ ਸਾਨੂੰ ਤੰਗ ਨਹੀਂ ਕਰਦੇ, ਉਹਨੂੰ ਆਮ ਗ੍ਰੰਥੀ ਸਮਝਦੇ ਆ, ਪ੍ਰਚਾਰਕ ਨੂੰ ਆਮ ਸਮਝਦੇ ਆ। ਜਿਹੜਾ ਬਾਬਾ ਕਵੇ ਮੈਨੂੰ ਲਾਚੀ ਵਾਲਾ ਦੁੱਧ ਪਿਆਓ, ਲੌਂਗਾਂ ਵਾਲਾ ਦੁੱਧ ਪਿਆਓ, ਮੈਨੂੰ ਤੱਤਾ ਲਿਆ ਕੇ ਦਿਓ, ਮੈਨੂੰ ਠੰਡਾ ਲਿਆ ਕੇ ਦਿਓ, ਮੇਰੀ ਕਾਰ ਦੀ ਬਾਰੀ ਖੋਲ੍ਹੋ, ਮੈਂ ਬਵਾਂਗਾ ਥੱਲੇ ਕੱਪੜਾ ਵਿਛਾਓ, ਕਹਿੰਦੇ ਮਹਾਂਪੁਰਖ ਕਰਨੀ ਵਾਲੇ ਨੇ। ਉੱਚੀ ਬੋਲੋ ਜੀ, ਮਹਾਂਪੁਰਖ ਕਰਨੀ ਵਾਲੇ ਆ ਬਈ। ਇਹ ਬੜੀ ਵੱਡੀ ਕਰਨੀ ਹੈ ਜੀ, ਇਹਨੇ ਕਰਨੀ ਆਪੇ ਵੱਡੀ ਹੈ। ਸਾਰੇ ਟੱਬਰ ਨੂੰ ਵਾਹਣੇ ਪਾ ਛੱਡਿਆ, ਸਾਰੇ ਟੱਬਰ ਨੂੰ ਭਜਾ ਮਾਰਤਾ। ਬਾਪੂ ਤੁਹਾਡਾ ਆਪੇ ਫੜ ਕੇ ਪਾਣੀ ਪੀ ਲੈਂਦਾ, ਕਹਿੰਦੇ ਸਾਧੂ ਆ। ਅੱਛਾ, ਜਿਹੜਾ ਬੰਦਾ ਆਪਣੇ ਕੰਮ ਆਪੇ ਕਰਦਾ ਹੋਵੇ ਨਾ, ਇੱਦਾਂ ਕਹਿਣਗੇ ਇਹ ਸਿੱਧਾ ਹੀ ਆ। ਉਹ ਫਿਰ ਹੌਲੀ ਹੌਲੀ ਉਹਨੂੰ ਸਮਝ ਆਉਂਦੀ ਹੈ ਵੀ ਮੈਂ ਸਿੱਧਾ ਵਾਂ, ਮੈਨੂੰ ਕੁਝ ਜਾਣਦੇ ਨਹੀਂ, ਤੂੰ ਥੋੜ੍ਹਾ ਜਿਹਾ ਵਿੰਗਾ ਵਾਂ, ਤੇਰੇ ਅੱਗੇ ਪਿੱਛੇ ਭੱਜੇ ਫਿਰਦੇ। ਹੌਲੀ ਹੌਲੀ ਫਿਰ ਉਹ ਵੀ ਉਹਦੇ ਵੱਲ ਵੇਖ ਕੇ ਥੋੜ੍ਹਾ ਜਿਹਾ ਵਿੰਗਾ ਹੁੰਦਾ। ਤੇ ਸਾਡਾ ਸਮਾਜ ਹੀ ਇੱਥੇ ਖਲੋਤਾ। ਹੁਣ ਜਿਨ੍ਹਾਂ ਦੇ ਅਸੀਂ ਦਿਨ ਮਨਾ ਰਹੇ ਹਾਂ,
ਕਿਹੜੇ ਹਾਲਾਤਾਂ 'ਚ 1704 ਈਸਵੀ 6 ਪੋਹ 20 ਦਸੰਬਰ ਨੂੰ ਆਖਰੀ ਰਾਤ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ, ਕਿਹੜਾ ਗੜਵਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ? ਦੱਸੋ ਭਲਾ। ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਵੱਡੀ ਸ਼ਖਸੀਅਤ ਨਹੀਂ ਨਾ ਹੈਗੀ। ਆਹ ਬਾਬੇ ਤਾਂ ਲਾਗੇ ਛਾਗੇ ਵੀ ਹੈ ਨਹੀਂ ਜਿਹੜੇ ਚਾਰ ਚਾਰ ਗੜਵਈ ਚੱਕੀ ਫਿਰਦੇ ਨੇ, ਜਿਨ੍ਹਾਂ ਦੀ ਕਾਰ ਦੀ ਬਾਰੀ ਖੋਲ੍ਹਦਾ ਘੋਲ ਅਤੇ ਬੰਦ ਕੋਈ ਹੋਰ ਕਰਦਾ। ਨੇੜੇ ਤੇੜੇ ਹੈ ਕੋਈ ਦੱਸੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੜਵਈ ਕੌਣ ਸੀ ਉਸ ਵਕਤ? ਇੱਥੇ ਕਿੱਦਾਂ ਦੀਆਂ ਕਹਾਣੀਆਂ ਬਣਾ ਬਣਾ ਕੇ ਪੇਸ਼ ਕਰ ਦਿੱਤੀਆਂ ਜੀ। ਫਲਾਣੇ ਡੇਰੇ ਦੇ ਵਿੱਚ ਟਰੱਕ ਗਿਆ, ਲਾਂਗਰੀ ਭੱਜਾ ਆਇਆ, ਬਾਬਾ ਜੀ ਸੰਗਤ ਜਾਗੀ ਆ ਗਈ, ਪ੍ਰਸ਼ਾਦੇ ਥੋੜ੍ਹੇ ਆ। ਉਹਨੇ ਆਖਿਆ ਰਮਾਲਾ ਪਾਓ ਤੇ ਅਰਦਾਸਾ ਸੋਧੋ। ਥੋੜ੍ਹੇ ਜਿਹੇ ਪ੍ਰਸ਼ਾਦਿਆਂ ਦੇ ਉੱਤੇ ਰਮਾਲਾ ਪਾ ਕੇ ਅਰਦਾਸਾ ਸੋਧਿਆ ਅਤੇ ਉਹ ਰਮਾਲੇ ਥੱਲੇ ਜਿਹੜੇ ਪ੍ਰਸ਼ਾਦੇ ਸੀ 4-5 ਟਰੱਕ ਸੰਗਤ ਦੇ ਆਏ। ਸਾਧ ਸੰਗਤ ਜੀ, ਸੰਗਤ ਕੋਲੋਂ ਪ੍ਰਸ਼ਾਦੇ ਮੁੱਕੇ ਨਹੀਂ, ਮਹਾਂਪੁਰਖਾਂ ਦੀ ਅਰਦਾਸ ਵਿੱਚ ਐਡੀ ਤਾਕਤ। ਅੱਛਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਵਧੀਆ ਅਰਦਾਸ ਕਿਸੇ ਨੂੰ ਕਰਨੀ ਆਉਂਦੀ? ਉਹ ਕਰਦੇ ਅਨੰਦਪੁਰ ਸਾਹਿਬ ਦੇ ਅੰਦਰ ਵੀ ਮੇਰੇ ਪਿਆਰੇ ਸਿੱਖ ਜਿਨ੍ਹਾਂ ਨੂੰ ਖੁਰਾਕਾਂ ਦੀ ਲੋੜ ਹੈ, ਜਿਹੜੇ ਸੁੱਕੇ ਦਰਖਤਾਂ ਦੇ ਪੱਤੇ ਭਰੂ ਭਰੂ ਕੇ ਖਾ ਰਹੇ ਆ, ਦਰਖਤਾਂ ਦੇ ਸੱਕ ਲਾਹ ਲਾ ਕੇ ਉਹ ਖਾਣੇ ਪੈ ਰਹੇ ਆ, ਕੀਮਤੀ ਘੋੜੇ ਮਰ ਗਏ, ਕੀਮਤੀ ਸਿੱਖ ਜਾਨ ਤੋਂ ਪਿਆਰੇ ਚੜ੍ਹਾਈ ਕਰ ਗਏ। ਉਹਨਾਂ ਤੋਂ ਵਧੀਆ ਤਾਂ ਕਿਸੇ ਨੂੰ ਅਰਦਾਸ ਕਰਨੀ ਆਉਂਦੀ ਨਹੀਂ ਸੀ। ਉਹ ਤਾਂ ਜਿੰਨਾ ਕੁ ਰਾਸ਼ਨ ਪਿਆ ਸੀ ਉਹਦੇ ਬਾਰੇ ਅਰਦਾਸਾਂ ਕਰ ਕਰਕੇ ਵਧਾਈ ਜਾਂਦੇ। ਕਦੀ ਇਸ ਬੰਨੇ ਸਾਡਾ ਦਿਮਾਗ ਗਿਆ? ਬੋਲ ਕੇ ਦੱਸਿਓ ਜੀ। ਵੀ ਜਿੱਥੇ ਲੋੜ ਸੀ ਉੱਥੇ ਤੇ ਮਹਾਰਾਜ ਨੇ ਕਰਾਮਾਤ ਵਿਖਾਈ ਨਹੀਂ। ਤੇ ਇੱਥੇ ਜਿਹੜੇ 2-3 ਟਰੱਕ ਕਹਿੰਦੇ ਜੀ ਸੰਗਤ ਦੇ ਆ ਗਏ, ਉਹਨਾਂ ਵਿੱਚੋਂ ਸਾਰੀ ਸੰਗਤ ਹੁੰਦੀ ਵੀ ਨਹੀਂ। ਬੋਲ ਕੇ ਦੱਸਿਓ ਭਲਾ। ਹੁਣ ਜਿਹੜੇ ਹਜ਼ੂਰ ਸਾਹਿਬ ਜਾਂਦੇ ਸਾਰੀ ਸੰਗਤ ਹੀ ਹੁੰਦੀ ਆ। ਉੱਥੋਂ ਤੋਂ ਕਈ ਘਰ ਪਿੰਡ ਆਣ ਕੇ ਕਹਿੰਦੇ ਡੋਡੇ ਬੜੇ ਸਸਤੇ ਜੀ, ਉੱਥੇ ਰਾਜ ਫੜਨਾ ਨਾ ਹੋਵੇ ਤੇ ਮੈਂ ਤਾਂ 5-7 ਕਿਲੋ ਲੈ ਆਉਣੀ ਸੀ। ਟਰੱਕ ਵਾਲੇ ਨੇ 50-60-70 ਹਜ਼ਾਰ 1.5-2 ਲੱਖ ਦਾ ਤੇਲ ਲਾਤਾ ਵੀ ਸੰਗਤ ਲੈ ਕੇ ਜਾ ਰਹੇ ਆ। ਬੋਲ ਕੇ ਦੱਸਿਓ ਜੀ। ਸਾਰੀ ਸੰਗਤ ਸੀ ਉਹਦੇ ਵਿੱਚ? ਬੋਲ ਕੇ ਦੱਸੋ ਪਿਆਰਿਓ। ਤੇ ਫਿਰ ਉਹਨਾਂ ਵਾਸਤੇ ਤੇ ਬਾਬੇ ਦੀ ਅਰਦਾਸ ਨੇ ਲੰਗਰ ਵਧਾਤਾ। ਤੇ ਜਿਹੜੇ ਜਾਨਾਂ ਵਾਰਨ ਵਾਲੇ ਸੀ ਇਹਨਾਂ ਵਾਸਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਵਧੀਆ ਕਿਹਨੂੰ ਅਰਦਾਸ ਕਰਨੀ ਆਉਂਦੀ ਸੀ ਜੀ? ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਤੇ ਵਧੀਆ ਕਿਸੇ ਨੂੰ ਅਰਦਾਸ ਆਉਂਦੀ ਨਹੀਂ। ਉਹ ਤਾਂ ਥੋੜ੍ਹੀ ਜਿਹੀ ਚੀਜ਼ ਹੀ ਵਧਾਈ ਜਾਂਦੇ। ਆ ਜਿਹੜੇ ਮਰੇ ਹੋਏ ਲੋਕਾਂ ਦੇ ਜਵਾਕ ਜਿਉਂਦੇ ਕਰਨ ਦੇ ਦਾਅਵੇ ਕਰਦੇ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਤਾਂ ਸ਼ਕਤੀ ਸੀ, ਉਹ ਵੱਢੀ ਜਾਂਦੇ। ਇਹਦੇ ਗੁਰੂ ਸਾਹਿਬ ਸ਼ਕਤੀ ਨਾਲ ਫੇਰ ਜਿਉਂਦੇ ਕਰੀ ਜਾਂਦੇ। ਪਰ ਗੱਲ ਫਿਰ ਉੱਥੇ ਆਉਂਦੀ ਹੈ, ਇਹ ਗੱਲਾਂ ਦਿਮਾਗ 'ਚ ਉਹਦੇ ਆਉਣਗੀਆਂ ਜਿਹੜਾ ਸਤਿਗੁਰ ਦੀ ਬਾਣੀ ਖੁਦ ਪੜ੍ਹੂ ਤੇ ਵਿਚਾਰੂ। ਸਾਡੇ ਤਾਂ ਨਾ ਆ ਸ਼ੁਕਰ ਹੈ, ਮੈਂ ਧੰਨਵਾਦ ਕਰਦਾ ਪ੍ਰਬੰਧਕ ਕਮੇਟੀ ਦਾ ਵੀ ਤੁਸੀਂ ਬਹੁਤ ਸੋਹਣਾ ਬਣਾਇਆ ਵੀ ਜਿਹੜਾ ਮਰਜ਼ੀ ਜਾ ਕੇ ਤਾਬਿਆ ਪਾਠ ਕਰ ਸਕਦਾ। ਕਈਆਂ ਪਿੰਡਾਂ 'ਚ ਗੁਰਦੁਆਰੇ ਬਣੇ ਆ ਨਾ, ਬੰਨੇ ਬੰਨੇ ਸੀਸਾ ਲਾਇਆ, ਵੇਖਿਆ ਨਾ ਤੁਸੀਂ? ਉਹ ਬੋਲੋ ਭਾਈ। ਉਹ ਐਂ ਸੀਸਾ ਲਾਤਾ ਵੀ ਜਿਵੇਂ ਕ੍ਰੇਨ ਨਹੀਂ ਚਲਾਉਣ ਵਾਲਾ ਵੀ ਇਕੱਲਾ ਡਰਾਈਵਰ ਹੀ ਅੰਦਰ ਜਾ ਸਕਦਾ, ਹੈਲਪਰ ਨੂੰ ਕਹਿੰਦੇ ਤੂੰ ਬਾਹਰ ਹੀ ਰਹਿ। ਇਹ ਕਿਹਨਾਂ ਬਣਾਏ ਗੁਰਦੁਆਰੇ ਜੀ? ਬਹੁਤ ਦਿਮਾਗ ਤੇਜ਼ ਨਾਲ ਬਣਾਏ ਆ ਵੀ ਆਮ ਬੰਦਾ ਤਾਬਿਆ ਵੀ ਨਾ ਬਹਿ ਸਕੇ ਜਾ ਕੇ। ਹੁਣ ਆਹ ਵੇਖੋ, ਮੈਂ ਧੰਨਵਾਦ ਕਰਦਾ ਤੁਹਾਡੇ ਨਗਰ ਨਿਵਾਸੀਆਂ ਦਾ ਵੀ। ਵੇਖੋ ਹੁਣ ਜੇ ਕਿਸੇ ਦਾ ਦਿਲ ਕਰਦਾ ਦਿਨੇ ਵੀ ਮੈਂ ਪਾਠ ਕਰਨਾ 2 ਅੰਕ, ਉਹ ਭਾਈ ਸਾਹਿਬ ਕੋਲੋਂ ਪਰਮਿਸ਼ਨ ਲੈ ਕੇ ਤੇ 2 ਘੰਟੇ ਇੱਥੇ ਆਣ ਕੇ ਘੰਟਾ ਅੱਧਾ ਘੰਟਾ ਤਾਬਿਆ ਬਹਿ ਕੇ ਸਹਿਜ ਪਾਠ ਕਰੇ। ਹੁਣ ਉਹ ਸੀਸੇ ਬੰਨੇ ਬੰਨੇ ਲਾਤੇ, ਆਮ ਬੰਦੇ ਦੀ ਪਹੁੰਚ ਤੋਂ ਮਹਾਰਾਜ ਨੂੰ ਪਰਾਂ ਕਰਤਾ ਵੀ ਸ਼ਾਇਦ ਆਮ ਬੰਦਾ ਤੇ ਡਰਦਾ ਮਹਾਰਾਜ ਦੇ ਕੋਲ ਹੀ ਨਹੀਂ ਜਾਂਦਾ। ਕਿੱਥੇ ਸਿੱਖ ਗੁਰਬਾਣੀ ਦੀਆਂ ਸੈਂਚੀਆਂ ਨੂੰ ਆਪਣੇ ਹਿੱਕ ਨਾਲ ਲਾ ਕੇ ਹਰ ਵਕਤ ਰੱਖਦਾ ਸੀ। ਸਫਰੀ ਸਰੂਪ ਵੇਖੇ ਪੁਰਾਣੇ ਸਮੇਂ 'ਚ? ਸਫਰ ਕਰਨ ਲੱਗਿਆਂ ਵੀ ਸਰੂਪ ਹੁੰਦੇ ਸੀ ਕੋਲ। ਸਫਰੀ ਸਰੂਪ ਛੋਟੇ ਹੁੰਦੇ ਸੀ, ਉਹ ਆਕਾਰ ਛੋਟੇ ਹੁੰਦੇ ਸੀ। ਜਿੰਨਾ ਅਸੀਂ ਬਾਹਰੀ ਤੌਰ 'ਤੇ ਸਤਿਕਾਰ ਵਧਾਤਾ, ਅੰਦਰੂਨੀ ਤੌਰ 'ਤੇ ਓਨੀ ਗਿਰਾਵਟ ਵੱਧ ਆ ਗਈ। ਜਿੰਨੀਆਂ ਬਾਹਰੇ ਤੌਰ 'ਤੇ ਅਸੀਂ ਸੈਰਾਂ ਕਰਾਉਣ ਲੱਗ ਪਏ, ਓਨੀ ਰਸਾਤਲ ਵੱਲ ਨੂੰ ਬਾਹਰੋਂ ਚਲੇ ਗਏ। ਤਾਂ ਹੀ ਤਾਂ ਲੀਡਰਸ਼ਿਪ ਨੂੰ ਕਿੱਥੋਂ ਪਤਾ ਲੱਗਾ? ਉਹ ਤਾਂ ਹੀ ਤਾਂ ਝੂਠੀਆਂ ਕਸਮਾਂ ਖਾ ਖਾ ਕੇ ਕਿੰਨਿਆਂ ਲੀਡਰਾਂ ਨੇ ਝੂਠੀਆਂ ਕਸਮਾਂ ਖਾਧੀਆਂ ਸੀ ਕਿ ਮੈਂ ਕਸਮ ਖਾਨਾ ਗੁਟਕੇ 'ਤੇ ਹੱਥ ਰੱਖ ਕੇ ਮੇਰਾ ਰਾਜ ਆਉਣ ਦਿਓ, ਮੈਂ ਨਸ਼ਾ ਬੰਦ ਕਰ ਦੂੰ। ਇੱਥੋਂ ਹੀ ਤਾਂ ਸ਼ੁਰੂਆਤ ਇੱਥੋਂ ਹੋਈ ਕਿ ਮੈਂ ਗੁਰਬਾਣੀ ਨੂੰ ਸਮਝਣਾ, ਪੜ੍ਹਨਾ ਅਤੇ ਵਿਚਾਰਨਾ ਸੀ। ਆਮ ਬੰਦੇ ਦੀ ਪਹੁੰਚ ਤੋਂ ਪਰੇ ਕਰ ਦਿੱਤੀ ਗੁਰਬਾਣੀ। ਗੁਰਦੁਆਰੇ ਇਸ ਹਿਸਾਬ ਨਾਲ ਬਣਾਤੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਲਕੁਲ ਸਿੱਖ ਦੇ ਨੇੜੇ ਚਾਹੀਦਾ ਸੀ। ਇੱਕ ਚੀਜ਼ ਵੈਸੇ ਦਰਬਾਰ ਸਾਹਿਬ ਉਹਨਾਂ ਪੁਰਾਣੀ ਸਾਂਭ ਕੇ ਰੱਖੀ ਆ, ਕਿਹੜੀ ਭਲਾ? ਪੀੜੇ ਦੇ ਉੱਤੇ ਪ੍ਰਕਾਸ਼ ਹੈ ਅਤੇ ਪੀੜਾ ਜ਼ਮੀਨ 'ਤੇ ਹੈ। ਪੀੜੇ ਦੇ ਉੱਤੇ ਪ੍ਰਕਾਸ਼ ਹੈ ਅਤੇ ਪੀੜਾ, ਬੋਲੋ ਸਾਰੇ, ਜ਼ਮੀਨ 'ਤੇ ਹੈ।
ਜਾਨੀ ਕਿ ਉਹਨਾਂ ਨੇ ਉੱਚੇ ਥਾਂ ਐ ਜ਼ਮੀਨ ਤੇ ਐ, ਤਾਂ ਕਿ ਜਦੋਂ ਭਾਈ ਸਾਹਿਬ ਪਾਠ ਕਰਦੇ ਤੇ ਬਾਕੀ ਸੰਗਤ ਬਰਾਬਰ ਬੈਠੀ ਹੁੰਦੀ ਉਹਨਾਂ ਦੇ, ਇੰਝ ਲੱਗੇ ਵੀ ਹਰ ਇੱਕ ਨੂੰ ਲੱਗੇ ਗੁਰੂ ਮੇਰਾ ਵਾ। ਜੇ ਘਰ 'ਚ ਵੀ ਪ੍ਰਕਾਸ਼ ਕਰਨਾ, ਇਹ ਤਾਂ ਹੌਲੀ ਹੌਲੀ ਬਾਬਿਆਂ ਨੇ ਕਰਤਾ ਵੀ ਮਹਾਰਾਜ ਨੂੰ ਇੰਨਾ ਉੱਚਾ ਕਰ ਦਿਓ, ਆਮ ਬੰਦੇ ਨੂੰ ਤਾਬਿਆ ਬਹਿਣ ਲੱਗਿਆ ਵੀ ਮਹਾਰਾਜ ਦੇ ਸੰਗ ਆਵੇ ਤੇ ਪੁੱਛੇ ਦੂਜੇ ਨੂੰ, ਮੈਂ ਤਾਬਿਆ ਬਹਿ ਸਕਦਾ ਜੀ? ਜੇ ਪੁਰਾਤਨ ਸਮੇਂ ਦੇ ਅੰਦਰ ਗੁਰਬਾਣੀ ਦੀਆਂ ਪੋਥੀਆਂ ਸਿੱਖ ਆਪਣੇ ਨਾਲ ਲੈ ਕੇ ਜੰਗਲਾਂ 'ਚ ਤੁਰੇ ਫਿਰਦੇ ਸੀ, ਉਹਨਾਂ ਨਾਲੋਂ ਵੱਧ ਕੋਈ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਰਦਾ ਹੋਏਗਾ ਜੀ? ਬੋਲ ਕੇ ਦੱਸਿਓ। ਜਦੋਂ ਲੋੜ ਪਈ ਅਗਲੇ ਜਾਨਾਂ ਵਾਰ ਗਏ। ਅਸੀਂ ਸੈਰਾਂ ਕਰਾਉਣ ਵਾਲੇ ਜਦੋਂ ਲੋੜ ਪੈਂਦੀ ਆ ਉਦੋਂ ਘੁਰਨਿਆਂ 'ਚ ਵੜ ਜਾਂਦੇ। ਉੱਥੇ ਹੀ ਮਹਾਰਾਜ ਦੇ ਸਰੂਪ 3-3 4-4 5-5 ਫੁੱਟ ਉੱਚੇ ਹੁੰਦੇ ਨੇ ਤੇ ਪੈਲਸਾਂ ਵਿੱਚ ਸ਼ਰੇਆਮ ਨਸ਼ੇ ਪੀਤੇ ਜਾ ਰਹੇ ਹੁੰਦੇ ਨੇ, ਦਾਜ ਮੰਗਿਆ ਜਾ ਰਿਹਾ ਹੁੰਦਾ। ਸਭ ਕੁਝ ਉਹ ਗਲਤ ਗੱਲਾਂ ਜਿਨ੍ਹਾਂ ਤੋਂ ਸਾਨੂੰ ਗੁਰਮਤਿ ਰੋਕ ਰਹੀ ਹੁੰਦੀ ਹੈ। ਕਿਉਂ? ਕਿਉਂਕਿ ਅਸੀਂ ਬਾਹਰੀ ਤੌਰ 'ਤੇ ਸਤਿਕਾਰ ਨੂੰ ਨਾਂ ਦੇ ਦਿੱਤਾ ਕਿ ਆਹ ਵੇਖੋ ਜੀ ਕਿੱਦਾਂ ਮਹਾਰਾਜ ਦਾ ਸਤਿਕਾਰ ਕਰ ਰਹੇ ਨੇ। ਅਸਲੀ ਚੀਜ਼ ਅਸੀਂ ਵਿੱਚੋਂ ਮਨਫੀ ਕਰ ਦਿੱਤੀ, ਗਵਾ ਦਿੱਤੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਦਾਂ ਸੀ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫ ਤੜਫ ਕੇ ਮਰਦੀ ਹੈ। ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਇੱਦਾਂ ਹੀ ਸਿੱਖ ਦਾ ਜੀਵਨ ਸਤਿਗੁਰ ਦੀ ਬਾਣੀ ਸੀ। ਅਤੇ ਬਾਣੀ ਜੀਵਨ ਤਾਂ ਹੀ ਹੋਏਗੀ ਜੇ ਸਿੱਖ ਦੇ ਕੋਲ ਬਾਣੀ ਹੋਏਗੀ। ਅਤੇ ਬਾਣੀ ਤੇ ਅਗਲੇ ਰਹਿਣੇ ਨਹੀਂ ਦਿੱਤੀ, ਡਰ ਹੀ ਇੰਨਾ ਪਾਤਾ ਆਮ ਬੰਦੇ ਨੂੰ, ਤੇ ਭੈ ਭੀਤ ਕਰਤਾ। ਤੂੰ ਘਰ 'ਚ ਪੋਥੀਆਂ ਰੱਖ ਹੀ ਨਹੀਂ ਸਕਦਾ, ਤੂੰ ਸਹਿਜ ਪਾਠ ਤੇ ਕਰ ਹੀ ਨਹੀਂ ਸਕਦਾ, ਤੇਰੇ ਕੋਲ ਤੇ ਬਾਣੀ ਪੜ੍ਹੀ ਨਹੀਂ ਜਾਣੀ, ਤੇਰੇ ਕੋਲ ਤੇ ਨਰਾਦਰ ਹੋ ਜਾਣਾ ਹੈ। ਅੱਜ ਜਿਹੜੇ ਡੇਰਿਆਂ 'ਚ 100-100 200-200 ਪਾਠ ਲੜੀਆਂ ਚੱਲਦੀਆਂ ਨੇ, ਉਹਨਾਂ ਵਿੱਚੋਂ ਕੁਝ ਬੰਦਿਆਂ ਨੂੰ ਹੀ ਸ਼ੁੱਧ ਪਾਠ ਕਰਨਾ ਆਉਂਦਾ, ਬਹੁਤਿਆਂ ਨੂੰ ਤਾਂ ਨੇਤਰ ਪਾਠ ਹੀ ਕਰਨਾ ਆਉਂਦਾ ਹੈ। ਨੇਤਰ ਸਮਝਦੇ ਹੋ? ਬੋਲੋ ਜੀ। ਐਦਾਂ ਉਹਦੇ ਗਾੜੀ ਕਿਤੇ ਮੈਂ ਕਰਦੇ ਹੋ ਨਾ, ਉਹਨੂੰ 104 ਬੁਖਾਰ ਚੜ੍ਹ ਜਾਣਾ ਉਸੇ ਵੇਲੇ, ਜਿਹੜਾ ਨੇਤਰ ਪਾਠ ਕਰਦਾ। ਉਹ ਦੂਜੇ ਨੂੰ ਹੁੱਜ ਮਾਰਦਾ, ਤੂੰ ਮੈਂ ਆਪਣੇ ਅੱਗੇ ਕਰ ਲਾ, ਮੇਰੇ ਗਾੜੀ ਤੇ ਜੈਦੇਵ ਦਾ ਪਤਾ ਆ ਗਿਆ ਹੁਣ। ਅਸੀਂ ਤੇ ਮਨਜਿੰਦਰ ਸਿੰਘ ਸਿਰਸੇ ਦੀ ਗੱਲ ਕਰਦੇ ਹਾਂ ਵੀ ਉਹਨੂੰ ਅਗਲੇ ਨੇ ਟਫ ਪਾਤਾ। ਉਹ ਚਲੋ ਉਹ ਕਿਹੜਾ ਗ੍ਰੰਥੀ ਪਾਠੀ ਸੀ। ਇੱਥੇ ਬਹੁਤੇ ਤੁਸੀਂ ਜਿਹੜੇ ਗ੍ਰੰਥੀ ਪਾਠੀ ਜਿਹੜੇ ਆ ਡੇਰਿਆਂ 'ਚ ਵਾ, ਤੇ ਸਾਡੇ ਕਹਿਣਗੇ ਸੁਖਣਾ ਸੁਖੀ ਸਾਡੇ ਪੁੱਤ ਨੇ। ਕਈ ਬੇਬੇ ਵਿਦੇਸ਼ਾਂ 'ਚੋਂ ਸੁਖਣਾ ਪੂਰੀਆਂ ਕਰਨ ਆਉਂਦੀਆਂ ਇੱਥੇ। ਅੱਛਾ, ਸੁਖਣਾ ਉੱਥੋਂ ਹੀ ਸੁੱਖ ਲਈ ਆ, ਅਤੇ ਸਪੈਸ਼ਲ ਉੱਥੋਂ ਆਉਂਦੇ ਆ ਮੁੜ ਕੇ ਫਿਰ ਇੱਥੇ ਹਾਜ਼ਰੀ ਲਵਾਉਣ ਵਾਸਤੇ। ਇੱਥੇ ਫਿਰ ਡੇਰਿਆਂ 'ਚ ਪਾਠ ਕਰਦੇ ਆ, ਫਿਰ 15-15 ਦਿਨ ਰਹਿੰਦੇ ਆ, ਮਹੀਨਾ ਰਹਿੰਦੇ ਆ। ਮਤਲਬ ਕੀ ਤਮਾਸ਼ਾ ਬਣਿਆ ਸਾਡਾ ਜੀ। ਅਸੀਂ ਕਿੱਥੇ ਬੈਠੇ ਹਾਂ? ਕਿੱਥੇ ਗੁਰੂ ਸਾਹਿਬ ਨੇ ਸਾਡੇ ਤੋਂ ਪੁੱਤ ਵਾਰਤੇ, ਗੁਰੂ ਸਾਹਿਬ ਨੇ ਸਾਡੇ ਤੋਂ ਸਭ ਕੁਝ ਵਾਰ ਦਿੱਤਾ। ਮਾਝੇ ਦੇ ਵਿੱਚ ਇੱਕ ਬਾਬਾ, ਉਹਦੀ ਹੁਣ 1 ਜਨਵਰੀ ਨੂੰ ਮੇਰੇ ਖਿਆਲ 'ਚ ਬਰਸੀ ਮਨਾਈ ਜਾਣੀ ਹੈ। ਕਿੱਦਾਂ ਸਫਾਈਆਂ ਹੋਣਗੀਆਂ, ਸੜਕਾਂ ਸਾਫ਼ ਹੋਣਗੀਆਂ, ਕਿੱਦਾਂ ਰੋਡ ਸਾਫ਼ ਕੀਤੇ ਜਾਣਗੇ, ਕਿੱਦਾਂ ਟਰਾਂਸਪੋਰਟਰ ਬੰਦੇ ਟਰੱਕ ਲੈ ਲੈ ਕੇ ਉੱਥੇ ਪਹੁੰਚ ਜਾਣਗੇ। ਮਜ਼ਾਲ ਆ ਕਿਤੇ ਸਾਹਿਬਜ਼ਾਦਿਆਂ ਦੇ ਦਿਨ ਆਪਣੇ ਡੇਰਿਆਂ ਵਿੱਚ ਵੱਡੇ ਪੱਧਰ 'ਤੇ ਮਨਾਉਣ। ਉਦੋਂ ਤੇ ਲਾਈਵ ਟੈਲੀਕਾਸਟ ਵਾਲਿਆਂ ਦਾ ਵੀ ਨੈੱਟ ਮੁੱਕ ਜਾਣਾ, ਟਰਾਂਸਪੋਰਟਰਾਂ ਦੀਆਂ ਜੇਬਾਂ 'ਚੋਂ ਵੀ ਪੈਸੇ ਮੁੱਕ ਜਾਣੇ ਆ। ਮੈਂ ਤਾਂ ਕਈ ਵਾਰ ਸਟੇਜਾਂ 'ਤੇ ਕਿਹਾ, ਮੈਨੂੰ ਪੰਜਾਬ ਦੇ ਕਿਸੇ ਡੇਰੇਦਾਰ ਦਾ ਨਾਮ ਦੱਸਿਓ ਜਿਹਨੇ ਬਹੁਤ ਵੱਡੇ ਪੱਧਰ 'ਤੇ ਸਾਹਿਬਜ਼ਾਦਿਆਂ ਦਾ ਦਿਨ ਮਨਾਇਆ ਹੋਵੇ, ਜਿੱਥੇ 2-3 ਕਿੱਲਿਆਂ 'ਚ ਪੰਡਾਲ ਲੱਗਾ ਹੋਵੇ। ਅਗਲੇ ਕਿਉਂ ਲਾਉਣਗੇ ਇੱਧਰ ਜ਼ੋਰ? ਉਹ ਕਹਿੰਦੇ ਸਾਡੇ ਮਹਾਂਪੁਰਖਾਂ ਦੀ ਬਰਸੀ 'ਤੇ ਆਓ, ਉਹ ਕਹਿੰਦੇ ਸਾਡੇ ਮਹਾਂਪੁਰਖਾਂ ਦੀ ਬਰਸੀ 'ਤੇ ਆਓ। ਮੈਨੂੰ ਕਈ ਬਾਬੇ ਆਪਣੀ ਵਟਸਐਪ 'ਤੇ ਨਾ ਮੈਸੇਜ ਭੇਜਣਗੇ, ਕਿਉਂਕਿ ਉਹਨੂੰ ਪਤਾ ਨਾ ਵੀ ਮੈਂ ਬਾਬਿਆਂ ਦੇ ਨਾਲ ਮੇਰਾ ਵਾਹਵਾ ਬਣਦੀ ਆ, ਤਾਂ ਮੈਨੂੰ ਪ੍ਰਭਾਵਿਤ ਕਰਦੇ। ਇੱਦਾਂ ਪਹਿਲਾਂ ਡਰਾ ਕੇ ਵੇਖ ਲਿਆ, ਪਰਚੇ ਕਰਾ ਵੇਲੇ, ਹੁਣ ਮੈਨੂੰ ਪ੍ਰਭਾਵਿਤ ਕਰਦੇ ਵੀ ਲੀਲਾ ਵੇਖੋ ਮਹਾਂਪੁਰਖਾਂ ਦੀ। ਮੈਂ ਕਿਹਾ ਤੁਸੀਂ ਲੀਲਾ ਵੇਖੋ, ਮੈਂ ਤਾਂ ਆਪਣੇ ਗੁਰੂ ਦੀ ਲੀਲਾ ਹੀ ਵੇਖਣਾ। ਵੀ ਮੇਰੇ ਕੋਲ ਤੁਹਾਡੇ ਬਾਬੇ ਦੀਆਂ ਇਹ ਲੀਲਾ ਵੇਖਣ ਦਾ ਮੇਰੇ ਕੋਲ ਟਾਈਮ ਹੀ ਹੈ ਨਹੀਂ। ਅਸਲ 'ਚ ਤੁਹਾਨੂੰ ਸਾਰੇ ਤਰੀਕੇ ਵਰਤਿਆ ਵੀ ਵੇਖੋ ਜੀ ਤੁਹਾਨੂੰ ਸਾਡੇ ਬਾਬੇ ਬਾਰੇ ਪਤਾ ਨਹੀਂ। ਮੈਂ ਕਿਹਾ ਤੁਸੀਂ ਜਾਓ ਨਾ, ਤੁਹਾਨੂੰ ਜਾਣ ਤੋਂ ਕੌਣ ਰੋਕਦਾ ਹੈ? ਪਰ ਅਸੀਂ ਭੁੱਲ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਮੈਂ ਤਾਂ ਕਈ ਵਾਰੀ ਹੈਰਾਨ ਹੋ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਤਾਂ ਸਾਡੇ ਵਰਗੇ ਨਲਾਇਕਾਂ ਤੋਂ ਆਪਣੇ ਲਾਇਕ ਸਾਹਿਬਜ਼ਾਦੇ ਵਾਰ ਦਿੱਤੇ। ਤੁਹਾਡੇ ਸਾਹਿਬਜ਼ਾਦੇ ਕਿਤੇ ਵਾਰਨ ਵਾਲੇ ਸੀ ਸਾਡੇ ਤੋਂ? ਇੰਨੇ ਲਾਇਕ ਸਾਹਿਬਜ਼ਾਦੇ ਸਾਡੇ ਵਰਗੇ ਨਕੰਮਿਆਂ ਬੰਦਿਆਂ ਦੇ ਉੱਤੋਂ ਦੀ ਵਾਰ ਦਿੱਤੇ ਤੁਸੀਂ, ਜਿਹੜੇ ਅੱਜ ਕੁਝ ਡੇਰੇਦਾਰਾਂ ਦੀਆਂ ਜੁੱਤੀਆਂ ਚੜ੍ਹਦੇ ਫਿਰਦੇ ਆ ਅਤੇ ਕੁਝ ਲੀਡਰਾਂ ਦੀਆਂ ਚੱਪਲਾਂ ਚੜ੍ਹਦੇ ਫਿਰਦੇ ਆ। ਦੱਸ ਦਿਓ ਜੇ ਗਲਤਾਂ ਤੇ ਕਿੱਥੇ ਅਣਖ, ਕਿੱਥੇ ਸਵੈਮਾਨ, ਕਿੱਥੇ ਗੈਰਤ, ਅਤੇ ਕਿੱਥੇ ਅੱਜ ਦਾ ਅਜੋਕਾ ਸਿੱਖ? ਨਹੀਂ ਤੇ ਸਾਨੂੰ ਕੋਈ ਲੀਡਰਸ਼ਿਪ ਇੱਦਾਂ ਭਰਮਾ ਜਾਂਦੀ। ਜੇ ਸਾਡੇ ਵਿੱਚ ਉਹ ਅਣਖ, ਉਹ ਕਣੀ ਸਾਹਿਬਜ਼ਾਦਿਆਂ ਵੱਲ ਕਿੱਥੇ 7 ਸਾਲ ਦੇ ਬਾਬਾ ਫਤਿਹ ਸਿੰਘ ਹੁਣੀ ਭਰੇ ਦਰਬਾਰ ਜਾ ਕੇ ਆਪਣੇ ਪੱਖ ਪੂਰਾ ਜਾ ਕੇ ਸੂਬੇ ਸਰਹੰਦ ਦੀ ਕਚਹਿਰੀ ਰੱਖਦੇ ਆ, ਅਤੇ ਕਿੱਥੇ ਦੂਜੇ ਬੰਨੇ ਸਾਡੇ ਲੀਡਰਾਂ ਦੇ ਮਗਰ ਤੁਰੇ ਫਿਰਦੇ ਆ।
ਆ ਹੁਣ ਇਲੈਕਸ਼ਨ ਆਉਣ ਵਾਲੀ ਆ, ਕਿੱਦਾਂ ਵੇਖੋ ਰੈਲੀਆਂ ਹੋ ਰਹੀਆਂ, ਕਿੱਦਾਂ ਇੱਕ ਦੂਜੇ ਨੂੰ ਭੰਡਿਆ ਜਾ ਰਿਹਾ। ਇੰਜ ਸਾਬਤ ਕਰ ਰਹੇ ਨੇ ਲੀਡਰ ਵੀ ਅਸੀਂ ਸਾਰੇ ਦੁੱਧ ਧੋਤੇ ਹਾਂ, ਤੁਸੀਂ ਗਲਤ ਹੋ। ਤੇ ਲੋਕ ਕਿੱਦਾਂ ਉਹਨਾਂ ਦੇ ਪਿੱਛੇ ਲੱਗਣ, ਕਿੱਦਾਂ ਝੰਡੀਆਂ ਚੱਕਣਗੇ। ਭੁੱਲ ਗਏ ਅਜੇ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਸਿਆਣੇ ਹੋ ਜਾਣ ਕਿ ਸਾਨੂੰ ਦਿੱਤਾ ਕੀ ਤੁਸੀਂ। ਕੋਈ ਵੋਟ ਨਸ਼ਾ ਲੈ ਕੇ ਨਾ ਪਾਵੇ, ਉਹਨਾਂ ਸਾਹਮਣੇ ਮੁੱਦੇ ਰੱਖੋ, ਉਹਨਾਂ ਸਾਹਮਣੇ ਆਪਣਾ ਪੱਖ ਰੱਖੋ। ਅਗਲਾ ਸਿਆਣਾ ਬਣ ਜਾਏ, ਅਗਲਾ ਕਹੇ ਯਾਰ ਇੰਨੇ ਲੋਕ, ਇੰਨੇ ਵੋਟਰ ਸਿਆਣੇ ਹੋ ਗਏ। 2-2 ਹਜ਼ਾਰ, 3-3 ਹਜ਼ਾਰ, 5-5 ਹਜ਼ਾਰ ਤੇ ਅਸੀਂ ਆਪਣਾ 4-4, 5-5 ਸਾਲ ਅਸੀਂ ਲਿਖਾ ਕੇ ਦੇਈ ਜਾ ਰਹੇ ਹਾਂ। ਬੜਾ ਜ਼ੋਰ ਵਿਦੇਸ਼ਾਂ 'ਚ ਬੈਠਿਆਂ ਵੀਰਾਂ ਨੇ ਅੰਦੋਲਨ ਵਿੱਚ ਵੀ ਬੜਾ ਜ਼ੋਰ ਲਾਇਆ ਤੇ ਇੱਥੋਂ ਦੀ ਰਾਜਨੀਤੀ ਬਦਲਣ ਵਿੱਚ ਵੀ ਬੜਾ ਜ਼ੋਰ ਲਾਇਆ। ਪਰ ਗੱਲ ਤੇ ਫਿਰ ਉੱਥੇ ਆਉਂਦੀ ਆ, ਕੋਈ ਬੰਦਾ ਰੁੜ ਰਿਹਾ ਹੋਵੇ ਨਾ, ਉਹਨੂੰ ਬਾਹਰ ਕੱਢੋਗੇ ਤੁਸੀਂ ਮੰਨ ਲਓ ਰੱਸਾ ਸੁੱਟ ਦਿੰਦੇ ਹੋ, ਫੜਨਾ ਤੇ ਰੱਸਾ ਉਹਨੂੰ ਹੀ ਪੈਣਾ ਨਾ। ਤੇ ਰੁੜ ਰਿਹਾ ਬੰਦਾ ਰੱਸਾ ਵੀ ਨਾ ਫੜੇ ਤੇ ਬਾਹਰ ਬੰਦਾ ਖਿੱਚੂ ਕਿੱਦਾਂ ਜੀ ਉਹਨੂੰ? ਬੋਲੋ ਸਾਧ ਸੰਗਤ ਜੀ। ਥੋੜ੍ਹਾ ਬਹੁਤਾ ਤੇ ਆਪਣੇ ਵੱਲੋਂ ਯਤਨ ਕਰਨਾ ਪਵੇਗਾ ਕਿ ਨਹੀਂ ਕਰਨਾ ਪਵੇਗਾ? ਪਰ ਅਸੀਂ ਤੇ ਪਾਣੀ ਰਿੜਕ ਰਹੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਇਸੇ ਕਰਕੇ ਤੁਸੀਂ ਵੇਖੋ ਪਾਣੀ 'ਚ ਮਧਾਣੀ ਪਾ ਲਓ, ਘੰਟੇ ਬਾਅਦ ਵੀ ਪਾਣੀ ਆ, 3-4 ਘੰਟਿਆਂ ਬਾਅਦ ਵੀ ਪਾਣੀ ਆ, 10 ਘੰਟਿਆਂ ਬਾਅਦ ਵੀ ਪਾਣੀ ਆ, 2 ਦਿਨਾਂ ਬਾਅਦ ਵੀ ਪਾਣੀ ਆ, ਹਫ਼ਤੇ ਬਾਅਦ ਵੀ ਪਾਣੀ ਆ, ਮਹੀਨੇ ਬਾਅਦ ਵੀ ਪਾਣੀ ਆ, ਸਾਲ ਬਾਅਦ ਵੀ ਪਾਣੀ ਆ, 5-7 ਸਾਲਾਂ ਬਾਅਦ ਵੀ ਪਾਣੀ ਆ। ਤੇ ਦਹੀਂ 'ਚ ਮਧਾਣੀ ਪਾਉਣ ਤੋਂ ਬਾਅਦ 15 ਮਿੰਟਾਂ ਬਾਅਦ ਉਹਦਾ ਨਾਂ ਹੀ ਬਦਲ ਗਿਆ, ਨਾਂ ਹੀ ਬਦਲਤਾ। ਦਹੀਂ ਕਹਿ ਕੇ ਵੇਖੋ ਹੁਣ ਤੁਸੀਂ ਉਹਨੂੰ। ਹੁਣ ਤੁਸੀਂ ਕਹਿੰਦੇ ਮੈਂ ਲੱਸੀ ਪੀਣੀ ਆ, ਮੈਨੂੰ ਥੋੜ੍ਹਾ ਜਿਹਾ ਮੱਖਣ ਪਾ ਦਿਓ, ਮੈਂ ਥੋੜ੍ਹਾ ਜਿਹਾ ਘਿਓ ਸਬਜ਼ੀ 'ਚ ਪਾ ਕੇ ਖਾਣਾ, ਨਾਂ ਬਦਲ ਗਿਆ ਨਾ। ਪਾਣੀ ਕੀ ਹੈ? ਜਲ ਮੱਥੀਏ, ਜਲ ਦੇਖੀਏ। ਇਸੇ ਕਰਕੇ ਤੇ ਦਾਦਿਆਂ ਪੜਦਾਦਿਆਂ ਤੋਂ ਜਿਹੜੇ ਆ ਮੱਠੀਆਂ ਤੇ ਦੀਵੇ ਜਗਾ ਰਹੇ ਆ, ਕੀ ਰਿੜਕ ਰਹੇ ਆ? ਪਾਣੀ। ਦੇਹਧਾਰੀ ਬਾਬਿਆਂ ਦੀਆਂ ਪੈਰਾਂ 'ਚ ਸਿਰ ਰੱਖ ਕੇ ਜਿਹੜੇ ਗਿੜਗੜਾ ਰਹੇ ਆ, ਕੀ ਰਿੜਕ ਰਹੇ ਆ? ਤਾਈਓ ਉਹੋ ਹੀ ਆ। ਤਾਈਓ ਅਣਖ ਗੈਰਤ ਸਵੈਮਾਨ ਸਾਡੀ ਜ਼ਿੰਦਗੀ 'ਚੋਂ ਖਤਮ ਹੋ ਗਿਆ। ਹੁਣ ਮੰਨ ਲਓ ਤੁਸੀਂ ਦਿਨ ਮਨਾ ਰਹੇ ਹੋ ਤੇ ਬਹਿਣ ਨੂੰ ਜਗ੍ਹਾ ਨਹੀਂ ਬਹਿਣੀ ਚਾਹੀਦੀ। ਤਰਲੇ ਲਵੇ ਬੰਦਾ, ਅੱਛਾ ਜੀ ਸਾਹਿਬਜ਼ਾਦਿਆਂ ਦੀ ਗੱਲ ਹੋ ਰਹੀ ਹੈ। ਰੂਹ ਫੂਕੀ ਜਾਂਦੀ ਸਾਡੇ ਅੰਦਰ ਵੀ। ਐਡਾ ਵੱਡਾ ਸਵੈਮਾਨ ਅਣਖ ਗੈਰਤ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ। ਸਾਡੇ ਬਦਲੇ ਆਪਣੇ ਸਾਹਿਬਜ਼ਾਦਿਆਂ ਦਾ ਸੰਸਕਾਰ ਵੀ ਹੱਥੀਂ ਨਹੀਂ ਕੀਤਾ। ਸਾਨੂੰ ਆਪਣੇ ਜਾਨ ਤੋਂ ਪਿਆਰੇ ਸਾਨੂੰ ਸਮਝਿਆ ਮਹਾਰਾਜ ਨੇ। ਕਿੱਡੀ ਵੱਡੀ, ਕਿੱਡੀ ਕਮਾਲ ਦੀ ਗੱਲ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾ ਰਿਹਾ ਤੇ ਅੱਲਾ ਯਾਰ ਖਾਂ ਜੋਗੀ ਦੇ ਉੱਥੇ ਬੋਲ ਨੇ, ਕਹਿੰਦਾ ਫੌਜੋਂ ਪੇ ਉਨੇ ਇन्हें देवी पे मान है, ਆਸ਼ਿਕ ਹਮ ਖੁਦਾ ਕੇ ਹਥੇਲੀ ਪੇ ਜਾਨ ਹੈ। ਕਹਿੰਦਾ ਉਹਨਾਂ ਨੂੰ ਫੌਜਾਂ 'ਤੇ ਮਾਣ ਹੈ, ਇਹਨਾਂ ਨੂੰ ਆਪਣੀਆਂ ਦੇਵੀਆਂ 'ਤੇ ਮਾਣ ਆ। ਕਹਿੰਦਾ ਤੁਹਾਨੂੰ ਕਾਹਤੇ ਮਾਣ ਆ? ਕਹਿੰਦਾ ਆਸ਼ਿਕ ਖੁਦਾ ਦੇ ਆ, ਹਥੇਲੀ 'ਤੇ ਜਾਨ ਆ। ਸਾਨੂੰ ਤਾਂ ਖੁਦਾ 'ਤੇ ਮਾਣ ਆ, ਨਾ ਦੇਵੀ ਦੇਵਤਿਆਂ 'ਤੇ ਮਾਣ ਅਤੇ ਨਾ ਸਾਨੂੰ ਆਪਣੀਆਂ ਫੌਜਾਂ 'ਤੇ ਮਾਣ ਆ। ਹੈਗੇ ਤਾਂ ਇਕੱਲੇ ਹੀ ਅਸੀਂ ਦੋ ਜਾਣੇ। ਇਹ ਅੱਲਾ ਯਾਰ ਖਾਂ ਜੋਗੀ ਦੇ ਲਿਖਣ ਦਾ ਤਰੀਕਾ ਵਾ। ਕਹਿੰਦਾ ਫੌਜੋਂ ਪੇ ਉਹਨੇ, ਯਾਨੀ ਕਿ ਔਰੰਗਜ਼ੇਬ ਦੀ ਫੌਜ ਨੂੰ, ਔਰੰਗਜ਼ੇਬ ਦੇ ਸਿਪਾਹੀਆਂ ਨੂੰ, ਜਰਨੈਲਾਂ ਨੂੰ ਆਪਣੀਆਂ ਫੌਜਾਂ 'ਤੇ ਮਾਣ ਸੀ ਅਤੇ ਪਹਾੜੀ ਰਾਜਿਆਂ ਨੂੰ ਆਪਣੀਆਂ ਦੇਵੀ ਦੇਵਤਿਆਂ 'ਤੇ ਮਾਣ ਸੀ ਵੀ ਉਹਨਾਂ ਨੇ ਸ਼ਕਤੀ ਵਿਖਾ ਦੇਣੀ ਹੈ। ਫੌਜੋਂ ਪੇ ਉਹਨੇ ਇन्हें देवी पे मान है, ਕਹਿੰਦੇ ਆਸ਼ਿਕ ਹਮ ਖੁਦਾ ਕੇ ਹਥੇਲੀ ਪੇ ਜਾਨ ਹੈ। ਅਸੀਂ ਤੇ ਆਸ਼ਿਕ ਖੁਦਾ ਦੇ ਹਾਂ, ਸਾਨੂੰ ਤੇ ਖੁਦਾ ਨਾਲ ਆਸ਼ਕੀ ਆ। ਅੱਜ ਖੁਦਾ ਦਾ ਆਸ਼ਿਕ, ਰੱਬ ਦਾ ਆਸ਼ਿਕ ਲੱਭਦਾ ਕਿਤੇ? ਗੁਰੂ ਦਾ ਆਸ਼ਿਕ ਕਿੱਥੇ ਚਲਾ ਗਿਆ? ਗੁਰੂ ਦਾ ਇਸ਼ਕ ਸਾਡੀ ਜ਼ਿੰਦਗੀ 'ਚੋਂ ਮਨਫੀ ਹੋ ਗਿਆ। ਅੱਜ ਤੇ ਇਸ਼ਕ ਰਹਿ ਗਿਆ ਲੀਡਰਾਂ ਦਾ, ਇਸ਼ਕ ਰਹਿ ਗਿਆ ਦੇਹਧਾਰੀ ਬਾਬਿਆਂ ਦਾ, ਇਸ਼ਕ ਰਹਿ ਗਿਆ ਗਾਇਕਾਂ ਦਾ, ਇਸ਼ਕ ਰਹਿ ਗਿਆ ਲੱਚਰਤਾ ਦਾ। ਇਹ ਇਸ਼ਕ ਰਹਿ ਗਿਆ। ਗੁਰੂ ਦਾ ਇਸ਼ਕ ਕਿੱਥੇ ਰਹਿ ਗਿਆ? ਉਹ ਤੇ ਮਨਫੀ ਹੋ ਗਿਆ ਜ਼ਿੰਦਗੀ 'ਚੋਂ। ਜੋ ਸਵਾਦ ਗੁਰੂ ਦੀ ਵਿਚਾਰ 'ਚ ਆਉਂਦਾ, ਜੋ ਸਵਾਦ ਗੁਰੂ ਦੇ ਉਪਦੇਸ਼ ਵਿੱਚ ਆਉਂਦਾ ਹੈ, ਜਿੱਥੇ ਮਨੁੱਖ ਮਾਣ ਮਹਿਸੂਸ ਕਰਦਾ, ਇਸ ਇਸ਼ਕ ਵਿੱਚ ਇੱਕ ਫਰਕ ਹੈ। ਸੱਚਾ ਇਸ਼ਕ ਸਾਡੀ ਧੀ ਕਰੇ ਤੇ ਮਾਣ ਮਹਿਸੂਸ ਕਰਦਾ ਬਾਪ, ਮੇਰੀ ਧੀ ਗੁਰੂ ਦੇ ਨਾਲ ਇਸ਼ਕ ਕਰਦੀ ਹੈ। ਮੇਰਾ ਪੁੱਤ, ਮੇਰੀ ਪਤਨੀ, ਮੇਰਾ ਪਤੀ ਮੇਰੇ ਗੁਰੂ ਨਾਲ ਇਸ਼ਕ ਕਰਦਾ ਹੈ। ਪਰ ਮਜਾਜੀ ਇਸ਼ਕ ਜਿਹੜਾ, ਉੱਥੇ ਬਾਪ ਧੀ ਤੇ ਮਾਣ ਨਹੀਂ ਕਰ ਸਕਦਾ। ਹੀਰ ਰਾਂਝਾ, ਸੱਸੀ ਪੁੰਨੂ, ਇਹਨਾਂ ਦੇ ਕਿੱਸੇ ਸੁਣਾਉਣ ਨੂੰ ਬਹੁਤ ਵਧੀਆ ਨੇ, ਪਰ ਜਦੋਂ ਕਾਲਜ ਪੜ੍ਹਦੇ ਕਿਸੇ ਭਰਾ ਨੂੰ ਕਵੇ ਅੱਜ ਹੀਰ ਦਾ ਰੋਲ ਤੇਰੀ ਭੈਣ ਨੂੰ ਅਦਾ ਕਰਨਾ ਪੈਣਾ, ਉਦੋਂ ਉਹਨੇ ਕਹਿਣਾ ਅੱਜ ਸਕੂਲੇ ਜਾਈ ਨਾ, ਅੱਜ ਕਾਲਜ ਤੂੰ ਜਾਈ ਨਾ। ਉਦੋਂ ਬਾਪ ਨਾਲ ਲੜੇਗਾ ਕਿ ਨਾ ਜਾਈ, ਨਾ ਘੱਲਿਓ ਮੇਰੀ ਭੈਣ ਨੂੰ। ਕਿਉਂ? ਪਤਾ ਵੀ ਅੱਜ ਘਰ 'ਤੇ ਆਣ ਪਈ ਹੈ, ਅੱਜ ਪਤਾ ਪਿੰਡੇ 'ਤੇ ਹੰਡਾਉਣੀ ਪੈਣੀ ਹੈ। ਬਹੁਤ ਕੁਝ ਵਾਪਰਦਾ। ਬਸ ਇੰਨਾ ਚੇਤਾ ਰੱਖਿਓ, ਗੁਰੂ ਸਾਹਿਬ ਨੇ ਜਿਹੜੀ ਵਿਚਾਰ ਦਿੱਤੀ ਸੀ। ਪਰ ਪ੍ਰੋਬਲਮ ਇੱਥੇ ਖੜੀ ਹੋਈ ਹੈ, ਜੰਡ ਥੱਲੇ ਮਿਰਜ਼ਾ ਵੱਢਿਆ,
ये गाया भी इन्ने जोर ना गया कि 5-5 7-7 साल के बच्चे नूं पता है, पर जंड नाल बन के भाई लक्ष्मण सिंह धारोवालीए नूं केसां वाले बन्ने अग लाई गई। मेरे ख्याल 60-70 साल के बंदे नूं इस गल का नहीं पता, नहीं पता। पूरा 100 साल हो जाना एरकी। अज जो हुण 21 फरवरी आऊगा ना 22 100 साल हो जाना साके ननकाणे नूं। 100 साल तो एक बहुत पुराना इतिहास नहीं है, बहुत पुराना इतिहास नहीं है, पर है कित्थे साडे घरां 'च कोठे जिहड़ियां घरां 'च देहधारी बाबियां दीयां फोटोआं लाइयां। किताब पुछ के वेखो सिक्खी नाल संबंधित कोई हैगी है, कहंदे वो तो रखी नहीं घर 'च। दीवे जगदे कईयां दे घरां 'च बाबियां दीयां फोटोआं अगे, अगरबत्तियां जगदियां, धूफ धुखदे आ, गलां 'च बाबियां दे हार पाए आ। कईयां ने विदेशों भी अपने घर च बाबियां दीयां फोटोआं ला के ना उत्थे हुण दीवा जगाउणा थोड़ा जिहा औखा, लक्कड़ दे घर हुंदे, उन्होंने फिर दूजा दीवा जगाया हुंदा, किहड़ा भला बिजली वाला, वो पक्का ही लाटू जगदा बुझदा रहिंदा इदां। वो कई बारी भुल भुलेखे कोई मेरे वर्गे नूं नाल लै जांदे अपने घर, फिर मैं वेख लैना भी ये वेख ये बाबे दा शिकारी आ। साडे लोग इदां करदे, फिर बाबियां नूं चरण पाउंदे ने घर च इदां। फिर इदां दे दिमाग च गल्लां बैठियां होईयां ने, असीं कित्थे बाहर आउणा सी, साडी किस्मत कित्थे सी। वो तो महापुरखां ने अरदास की, महापुरखां ने अरदास की तो साडी गल बन गई। मतलब इहदा मतलब तुसीं मनदे हो भी तुहाडे महापुरखां दी अरदास मन्नी जांदी है? करा दो अरदास महापुरखां कोलों जवानी बच जाए साडी। आ नशे नुशे वाले वो तो सरकारां नूं कुछ करना पैंदा है। हुण भजना पै रिहा जिन्हां दे उत्ते परचे होए ने, रूह पोश होए ने। कराओ बाबियां कोलों अरदासां, सारा कुछ उदां ही मसला हो जे आपां नूं तां करना ही कुछ ना पवे। पर गल फिर है जी, भोले लोग साडे, भोले लोग कुछ नहीं करना चाहुंदे। असीं शुरू तो लैके हथ जोड़ के बेनती, मेरा तरला तुहाडे अगे, अजे भी कुछ नहीं। सवेर दा भुल्लिआ शामां नूं घर आ जाए, उहनूं भुल्लिआ नहीं कहिंदे। घरां 'च पोथीआं रखो, सहज पाठ करो। ਜਿਹੜੇ परिवार घर गुरबाणी पढ़नी विचारनी शुरू कर दी ना, इत्थे एक फर्क पै जू। भला किदां तुहाडे दादे परदादे, कईयां घरां 'च तुसीं वेखिओ दादे वेले भी बाबा आउंदा, पिता वेले भी बाबा आउंदा। अगे नूंह धी पढ़ी लिखी आ गई, पुत्त ने गुरबाणी पढ़ ली, हुण बाबा आउंदा, सारा टब्बर मत्था टेकदा, वो फतेह बुलाउंदे इदां। ते बाबे नूं हुण समझ आउण लग पैंदी आ भी थोड़ा टाइम ही है इस घर हुण साडा। किदां भला समझ आउंदी आ भी ਜਦੋਂ ਉਹ ਇੱਦਾਂ ਕਹਿੰਦੇ ਆ, ਇੱਦਾਂ ਸਰਦਾਰ ਸੰਤੋਖ ਸਿਆਂ, ਹੁਣ ਗੁੱਸਾ ਨਾ ਕਰ ਲੈ ਜੇ ਕਿਸੇ ਦਾ ਨਾਂ ਸੰਤੋਖ ਸਿੰਘ ਹੋਵੇ, ਸਰਦਾਰ ਸੰਤੋਖ ਸਿਆਂ ਜਦੋਂ ਤੱਕ ਤੂੰ ਜਿਉਂਦਾ ਉਦੋਂ ਤੱਕ ਹੀ ਆ ਸਾਡੇ ਘਰ ਤੁਹਾਡਾ ਆਉਣਾ ਜਾਣਾ। ਯਾਨੀ ਕਿ ਜਦੋਂ ਤੂੰ ਪੂਰਾ ਹੋ ਗਿਆ ਉਸ ਤੋਂ ਬਾਅਦ ਤੇਰੇ ਜਵਾਕਾਂ ਨੇ ਸਾਨੂੰ, ਕਿਉਂਕਿ ਤੇਰੇ ਜਵਾਕ ਹੁਣ ਫਤਿਹ ਬੁਲਾਉਣ ਲੱਗ ਪਏ ਆ। ਉਹ ਇਹ ਨਹੀਂ ਕਹਿੰਦੇ ਵੀ ਚੰਗੀ ਗੱਲ ਆ, ਸ਼ੁਕਰ ਵਾ, ਉਹਨਾਂ ਨੂੰ ਇਹ ਖਦਸ਼ਾ ਜਾਗਣ ਲੱਗ ਪਿਆ ਕਿ ਹੁਣ ਇਹਨਾਂ ਦੇ ਬੱਚੇ ਫਤਿਹ ਬੁਲਾਉਣ ਲੱਗ ਪਿਆ ਤੇ ਗੁਰਬਾਣੀ ਇਹਨਾਂ ਨੇ ਸਾਡੇ ਅੱਗੇ ਹੁਣ ਸਿਰ नहीं चुकाना। वो खुशी नहीं मनाते, उन्होंने अंदरों डर पै गया भी साढ़े हुण हौली हौली गिनती घट गई आ। कई बाबे तुसीं वेखदे हो ना प्रचार ये करते हैं जी, वेखो असीं तो हुण संतां तो भाई बन गया, पर गोडियां हथ लवाउण वाली बीमारी उदां ही आ। क्योंकि ये पुछ बड़ा गंदा, तुसीं कदी वेखिओ सर्दियां 'च माड़ा जिहा गोडे नूं किते हथ लगा होवे ना, ये स्वाद बड़ा आउंदा। किसे कोल लवा के वेखिओ किते, इदां किसे नूं कहो माड़ा 10 मिनट गोडिਆਂ ਨੂੰ हथ ला, उत्तों उत्तों बंदा कोई रहण दे, पर अंदरों कहता अद्धा घंटा ला ही दे माड़ा जिहा। ये स्वाद, ये पुस बड़ा भैड़ा। ये पुस तां जिवें कुत्ते दे कंन च कीड़े पए हो ना, उहनूं झाड़न दी आदत सारी जिंदगी नहीं जाती। ये जिन्हां नूं आदत पै जाए पुस पैरीं हथ लवाउण दी, ये आदत फट्टे ते पैण तक नहीं जानी। ये तां गुरु गोबिंद सिंह महाराज सी जिन्हां आख्या सी फतेह बुलाओ, गज के आपस विच मिलो। वो गुरु हो के भी भाई दया सिंह ते भाई मान सिंह नाल जफियां पाउंदे ने। इस ते गुरु वाले कोई है ही नहीं गल, ये ते न्याणियां वालियां खेडां ने, पर साडे लोग अजे भी तुरे फिरदे उत्थे। चलो मैं मान लेना, कई कहणगे महापुरख थोड़ा पैरीं हथ लाउंदे आ, अच्छा वो नहीं लाउंदे ते फिर आपां कोई लाउंदे आ। अच्छा चलो मन्नांगा भी चलो जिहड़े कोई बंदे दूरों आउंदे आ वो ला दिंदे, उन्हां नूं पता नहीं। ते जिहड़े 24 घंटे बाबे दे नाल अमला फैला तुरिया फिरदा, उन्हां नूं तां सारा ही पता, अगलिआं नूं पता वा भी जिदन इन्हां चों कोई गोडियां हथ लाउणा बंद कर दित्ता, उहनूं पुछण लग पैंदे आ किते मूल मंत्र दे अर्थ तो नहीं पढ़ाया, किते इहदे कंन च किसे ने फूक तो नहीं मारती। वो हट जाओ, सिर झुकाओ गुरु ग्रंथ साहब जी दे अगे। भाई गुरदास जी की पहली वार की पहली पौड़ी पढ़ो, तो पहली पौड़ी की पहली तोग पढ़ो। भाई गुरदास जी की पहली वार
ਪਹਿਲੀ ਵਾਰ ਦੀ ਪਹਿਲੀ ਪੌੜੀ ਤੇ ਪਹਿਲੀ ਪੌੜੀ ਦੀ ਪਹਿਲੀ ਤੁਕ ਕੀ ਆ? ਨਮਸਕਾਰ ਗੁਰਦੇਵ ਕੋ, ਸਤਨਾਮ ਜਿਸ ਮੰਤਰ ਸੁਣਾਇਆ। ਮੈਂ ਨਮਸਕਾਰਾਂ ਆਪਣੇ ਗੁਰੂ ਨੂੰ ਜਿਹਨੇ ਮੈਨੂੰ ਸੱਚ ਦਾ ਮੰਤਰ ਦਿੱਤਾ। ਅਸੀਂ ਤਾਂ ਕੋਈ ਜਗ੍ਹਾ ਹੀ ਨਹੀਂ ਛੱਡੀ ਜਿੱਥੇ ਨਮਸਕਾਰ ਨਹੀਂ ਕਰਦੇ। ਸਾਡੇ ਤਾਂ ਸਪਰਿੰਗ ਨਹੀਂ ਲੱਗਾ ਹੁੰਦਾ, ਕਈਆਂ ਗੱਡੀਆਂ ਦੇ ਨਾ ਪਿਛਲੇ ਬੰਨੇ ਕਈਆਂ ਨੇ ਉਹ ਬਾਂਦਰ ਜਿਹੇ ਰੱਖੇ ਹੁੰਦੇ, ਐ ਹਿੱਲੀ ਜਾਂਦੇ ਇੱਦਾਂ ਜਦੋਂ ਖੱਡੇ 'ਚ ਗੱਡੀ ਵੱਜਦੀ ਆ। ਉਹ ਮਿਲਦੇ ਆ ਨਾ ਅੱਜ ਕੱਲ੍ਹ ਦੇ ਇੱਦਾਂ ਦੇ ਬਾਜ਼ਾਰੋਂ ਮਿਲਦੇ, ਪੱਕੇ ਗੱਡੇ ਹੁੰਦੇ ਉਹਨਾਂ ਨੇ, ਪਿਛਲਾ ਜਿਹੜਾ ਫਟਾ ਜਿਹਾ ਹੁੰਦਾ ਗੱਡੀ ਦੇ ਉੱਤੇ ਉਹ ਹਿੱਲੀ ਜਾਂਦਾ ਗੱਡੀ ਦੇ ਵਿੱਚ ਇੱਦਾਂ, ਜਾਂ ਕਈਆਂ ਡੈਸ਼ਬੋਰਡ ਦੇ ਅਗਲੇ ਬੰਨੇ ਲਾਇਆ ਹੁੰਦਾ ਉਹ ਐ ਸਿਰ ਹਿੱਲੀ ਜਾਂਦਾ ਉਹਦਾ। ਕਈਆਂ ਦੇ ਸਿਰ ਐਡੇ ਹਿੱਲੀ ਜਾਂਦੇ ਉਹਨਾਂ ਦਾ ਸਿਰ ਝੁਕਾਉਣਾ ਹੀ ਝੁਕਾਉਣਾ, ਫੜਦਿਆਂ ਭੱਜ ਕੇ ਲੰਮੇ ਪੈ ਜਾਣਾ। ਅਸੀਂ ਹੁਣ ਪ੍ਰਚਾਰਕ ਹਾਂ, ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਅਸੀਂ ਤੁਹਾਡੇ ਬੱਚਿਆਂ ਵਰਗੇ ਹਾਂ, ਪਰ ਕਈਆਂ ਨੂੰ ਆਦਤ ਪਈ ਭੱਜ ਕੇ ਗੋਡੀਆਂ ਹੱਥ ਲਾਉਣ ਦੀ। ਕਈ ਲੀਡਰਾਂ ਦੇ ਲਾਈ ਜਾਂਦੇ ਆ। ਸਿਆਣੀ ਉਮਰ ਦੇ ਬੰਦੇ ਗੱਡੀ 'ਚ ਲੀਡਰ ਨਿਕਲੂਗਾ ਨਾ, ਭੱਜ ਕੇ ਗੋਡੀਆਂ ਹੱਥ ਲਾਉਂਦੇ ਆ। ਜਦੋਂ ਤੁਸੀਂ ਪੁੱਠੇ ਕੰਮ ਹੀ ਨਹੀਂ ਕਰਦੇ, ਤੁਹਾਨੂੰ ਲੀਡਰਾਂ ਦੇ ਪੈਰੀਂ ਹੱਥ ਲਾਉਣ ਦੀ ਕੀ ਲੋੜ ਪੈ ਗਈ ਆ? ਪਰ ਗੱਲ ਇਹ ਆ ਵੀ ਕੰਮ ਕਿਤੇ ਨਾ ਕਿਤੇ ਪੁੱਠਾ ਹੈਗਾ ਵਾ, ਕਿਤੇ ਭੱਠੀ ਦਾ ਡਰ ਆ, ਕਿਤੇ ਕੋਈ ਨਾ ਕੋਈ ਚੀਜ਼ ਦਾ ਡਰ ਵਾ ਵੀ ਮੇਰਾ ਧਿਆਨ ਰੱਖਿਓ ਵੀ ਫੜਿਆ ਨਾ ਜਾਵੇ ਮੇਰਾ ਸਮਾਨ। ਜਿਹੜਾ ਬੰਦਾ ਰੋਟੀ ਆਪਣੀ ਕਮਾ ਕੇ ਖਾਂਦਾ ਨਾ, ਉਹ ਕਹਿੰਦਾ ਮੈਂ ਭਾਈ ਤੁਹਾਡੇ ਕੋਲ ਲੈਣਾ ਕੀ ਆ, ਮੈਂ ਤੁਹਾਡਾ ਮੁਹਤਾਜ ਕਿਉਂ ਆ? ਸਵਾਲ ਇਹ ਪੈਦਾ ਹੁੰਦਾ। ਗੁਰੂ ਬਾਰੇ ਇੱਕ ਸ਼ਬਦ ਹੈ, ਗੁਰੂ ਅਰਜਨ ਸਾਹਿਬ ਜੀ ਦਾ ਵਾਕ ਹੈ, ਸਤਿਗੁਰ ਮੇਰਾ ਬੇਮੁਹਤਾਜ। ਬੇਮੁਹਤਾਜ ਸਮਝਦੇ ਹੋ? ਬੇਮੁਹਤਾਜ ਦਾ ਅਰਥ ਥੋੜ੍ਹਾ ਕਿਸੇ ਦਾ ਮੁਹਤਾਜ ਨਾ ਹੋਵੇ। ਕੋਈ ਡੇਰੇਦਾਰ ਕਵੇ ਕਿ ਮੈਂ ਸੇਵਕਾਂ ਦਾ ਮੁਹਤਾਜ ਨਹੀਂ ਹਾਂ, 4 ਦਿਨ ਸੇਵਕ ਨਾ ਗਏ ਤੇ ਸਾਧ ਨੇ ਭੁੱਖੇ ਮਰ ਜਾਣਾ। ਸਾਧ ਵੀ ਸੇਵਕਾਂ ਦਾ ਮੁਹਤਾਜ ਹੈ, ਦੁਕਾਨਦਾਰ ਕਸਟਮਰ ਦਾ, ਗਾਹਕਾਂ ਦਾ ਮੁਹਤਾਜ ਹੈ, ਟਰਾਂਸਪੋਰਟਰ ਸਵਾਰੀਆਂ ਦਾ ਮੁਹਤਾਜ ਹੈ, ਸਵਾਰੀਆਂ ਬੱਸ ਦੀ ਮੁਹਤਾਜ ਹੈ, ਇੱਕ ਦੂਜੇ ਨਾਲ ਜੁੜੀ ਹੋਈ ਹੈ। ਪਰ ਗੁਰੂ ਪਰਮੇਸ਼ਰ ਇਹ ਕਿਸੇ ਦਾ ਮੁਹਤਾਜ ਨਹੀਂ ਹੈ। ਕੋਈ ਕਵੇ ਮੈਂ ਨਹੀਂ ਮੰਨਦਾ, ਗੁਰੂ ਕਹਿੰਦਾ ਕੋਈ ਗੱਲ ਨਹੀਂ, ਕੀ ਫਰਕ ਪੈਣਾ, ਗੁਰੂ ਆਪਣੇ ਆਪ 'ਚ ਹੀ ਪੂਰਾ ਹੈ। ਕੋਈ ਸੂਰਜ ਨੂੰ ਕਵੇ ਮੈਂ ਨਹੀਂ ਤੇਰੇ ਨਾਲ ਵੇਖਣਾ, ਸੂਰਜਾਂ ਦਾ ਕੀ ਫਰਕ ਪੈਂਦਾ? ਤਾਂ ਹੀ ਤਾਂ ਕਿਹਾ ਸੀ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ। ਸਾਰੀ ਦੁਨੀਆ ਕਹੇ ਰੱਬ ਜੀ ਤੁਸੀਂ ਵੱਡੇ ਹੋ, ਵੱਡੇ ਹੋਣਾ ਰੱਬ ਨੇ, ਤੇ ਆਪਾਂ ਕਹੀਏ ਰੱਬ ਜੀ ਤੁਸੀਂ ਬਹੁਤ ਛੋਟੇ ਹੋ, ਤੇ ਸਾਡੇ ਕਹਿਣਾ ਉਹਨੇ ਛੋਟੇ ਨਹੀਂ ਹੋਣਾ। ਇਹ ਤਾਂ ਬੰਦਾ ਹੀ ਆ ਜਿਹੜਾ ਕਿਸੇ ਦੇ ਕਹਿਣ ਨਾਲ ਛੋਟਾ ਹੋ ਜਾਂਦਾ ਤੇ ਕਿਸੇ ਦੇ ਕਹਿਣ ਨਾਲ ਵੱਡਾ ਹੋ ਜਾਂਦਾ। 4 ਸਰੋਪੇ ਵੱਧ ਪਾ ਦਿਓ ਤੇ ਕਹਿੰਦੇ ਬੜੀ ਇੱਜ਼ਤ ਕੀਤੀ ਮੇਰੀ। ਮੰਨ ਲਓ ਕਿਤੇ ਪ੍ਰਾਹੁਣਾ ਆਇਆ ਹੋਵੇ, ਤੁਸੀਂ ਉਹਨੂੰ ਚਾਹ ਪਿਆਓ, ਨਾਲ ਬਿਸਕੁਟ ਰੱਖ ਦਿਓ, ਨਾਲ ਭੁਜੀਆ ਨਮਕੀਨ ਰੱਖ ਦਿਓ, ਨਾਲ ਘੱਟ ਮਿੱਠੇ ਵਾਲੀ ਬਰਫੀ ਰੱਖ ਦਿਓ, ਤੇ ਉਹ ਕੀ ਆਂਦਾ, ਆਹਾ ਜਾਂਦਿਆਂ ਗਿਆ ਚਾਹ ਠੰਡੇ ਪਿਆਏ, ਮੁੜ ਕੇ ਮਗਰੇ ਸਬਜ਼ੀਆਂ ਬਣ ਗਈਆਂ, ਰੋਟੀ ਬਣ ਗਈ, ਵਧੀਆ ਖਵਾਈ। ਅਗਲੀ ਵਾਰੀ ਇਕੱਲੀ ਚਾਹ ਪਿਆ ਦਿਓ। ਮੰਨ ਲਓ ਕਿਤੇ ਨਾ ਹੋਵੇ ਘਰ, ਮੰਨ ਲਓ ਕੋਈ ਖਾਣ ਲਈ ਕੋਈ ਚੀਜ਼, ਕੀ ਆਂਦਾ ਭਲਾ? ਉੱਚੀ ਬੋਲਿਓ ਜੀ। ਅਤੇ ਆਹ ਜਿਹੜੇ ਪੀਣ ਵਾਲੇ ਆ, ਜਿਹੜੇ ਪੀਣ ਵਾਲੇ, ਨਸ਼ਾ ਪੀਣ ਵਾਲੇ, ਮੰਨ ਲਓ ਉਹਨਾਂ ਨੂੰ ਤੁਸੀਂ ਵਧੀਆ ਤੋਂ ਵਧੀਆ ਸਬਜ਼ੀ ਖਵਾ ਦਿਓ ਪਰ ਨਸ਼ਾ ਨਾ ਪਿਆਵੇ, ਕੀ ਆਂਦੇ? ਉਹ ਯਾਰ ਪੁੱਛਿਆ ਹੀ ਕੁਛ ਨਹੀਂ। ਅੱਛਾ ਨਸ਼ਾ ਪਿਆ ਦਿਓ, ਰੋਟੀ ਵੇਲੇ ਤੱਕ ਪਹੁੰਚਦਾ ਹੀ ਨਹੀਂ ਬੰਦਾ, ਰੋਟੀ ਤੋਂ ਪਹਿਲਾਂ ਗੱਡੀ ਟਰੈਕ ਤੋਂ ਲੈ ਜਾਂਦੀ ਆ, ਕੀ ਆਂਦਾ ਭਲਾ? ਗੱਡ ਕੇ ਰੱਖਿਆ ਉਹਨਾਂ ਮੈਨੂੰ, ਸਿਰ ਨਹੀਂ ਚੁੱਕਣ ਦਿੱਤਾ ਮੈਨੂੰ ਉਹਨਾਂ। ਇਹਦਾ ਮਤਲਬ ਇਹ ਆ ਸਾਡਾ ਸਤਿਕਾਰ ਕਿੱਥੇ ਆ? ਵੀ ਜੇ ਅਗਲੇ ਰੋਟੀ ਪਾਣੀ ਖਵਾਤਾ ਤੇ ਵੱਡਾ ਕਰਤਾ, ਜੇ ਅਗਲੇ ਨੇ ਮੈਨੂੰ ਚੰਗੀ ਤਰ੍ਹਾਂ ਪੁੱਛਿਆ ਨਹੀਂ। ਆ ਮੰਨ ਲਓ ਇੱਥੇ ਕੋਈ ਬੰਦਾ ਆਵੇ, ਉਹਨੂੰ ਤੁਸੀਂ ਸਰੋਪਾ ਪਾ ਦਿਓ, ਕਵੇ ਬੜਾ ਇੱਜ਼ਤ ਮਾਣ ਹੋਇਆ, ਨਹੀਂ ਸਰੋਪਾ ਪਿਆ, ਲੈ ਮੈਨੂੰ ਤੂੰ ਨਾ ਪੁੱਛਿਆ ਹੀ ਨਹੀਂ। ਇਹਦਾ ਮਤਲਬ ਇਹ ਹੋਇਆ ਕਿ ਸਾਡਾ ਰਿਮੋਟ ਕੰਟਰੋਲ ਕਿਸੇ ਦੇ ਹੱਥ ਹੈ। ਕੋਈ ਮੈਨੂੰ ਵੱਡਾ ਕਰ ਸਕਦਾ, ਕੋਈ ਮੈਨੂੰ ਛੋਟਾ ਕਰ ਸਕਦਾ। ਗੁਰੂ ਬੇਮੁਹਤਾਜ ਹੈ, ਗੁਰੂ ਆਪਣੇ ਆਪ 'ਚ ਟਿਕੇ ਹੈ। ਸਤਿਗੁਰ ਮੇਰਾ ਬੇਮੁਹਤਾਜ, ਤੇ ਸਤਿਗੁਰ ਮੇਰਾ ਸੱਚਾ ਸਾਜ। ਸਾਜ ਕਹਿੰਦੇ ਮਰਿਆਦਾ ਨੂੰ। ਇਹ ਜਿਹੜੀ ਮਰਿਆਦਾ ਨਾ ਗੁਰੂ ਦੀ ਬੇਮੁਹਤਾਜਗੀ ਵਾਲੀ, ਇਹਦਾ ਅਰਥ ਨਹੀਂ ਵੀ ਅੱਜ ਹੈਗੀ ਤੇ ਕੱਲ੍ਹ ਨੂੰ ਨਹੀਂ ਹੋਊਗੀ, ਸਦਾ ਹੀ ਬੇਮੁਹਤਾਜ ਹੈ। ਲੀਡਰ ਪਬਲਿਕ ਦਾ ਮੁਹਤਾਜ ਹੈ, ਤਾਂ ਹੀ ਤੇ ਹੱਥ ਜੋੜਦਾ ਅਗਲਾ ਵੀ ਜੇ ਵੋਟ ਨਾ ਪਾਈ ਮੈਂ ਲੀਡਰ ਨਹੀਂ ਜੇ ਬਣਨਾ, ਵੋਟ ਪਾਓ ਮੈਂ ਲੀਡਰ ਬਣ ਜਾਊਂ। ਉਹ ਪਬਲਿਕ ਦਾ ਮੁਹਤਾਜ ਹੈ, ਗੁਰੂ ਨਹੀਂ ਮੁਹਤਾਜ। ਗੁਰੂ ਕਹਿੰਦਾ ਤੂੰ ਆਪਣੀ ਲੋੜ ਨੂੰ ਆਉਣਾ, ਤੂੰ ਆਪਣੀ ਲੋੜ ਨੂੰ ਆਉਣਾ, ਤੈਨੂੰ ਆਪਣੇ ਆਪ ਪਤਾ ਹੋਣਾ ਚਾਹੀਦਾ। ਆ ਜਿਨ੍ਹਾਂ ਦੁਕਾਨਾਂ ਦਾ ਸੌਦਾ ਖਰਾ ਹੁੰਦਾ ਨਾ, ਉਹ ਵੀ ਇੱਦਾਂ ਕਹਿੰਦੇ ਆ, ਕਹਿੰਦੇ ਅਸੀਂ ਕੋਈ ਰੇਟ ਘੱਟ ਵੱਧ ਨਹੀਂ ਕਰਨਾ, ਸਮਾਨ ਖਰਾ। ਬੰਦਾ 5-7 ਕਿਲੋਮੀਟਰ ਸਫ਼ਰ ਜ਼ਿਆਦਾ ਤੈਅ ਕਰਕੇ ਵੀ ਉੱਥੇ ਜਾਂਦਾ ਹੈ। ਕਿਉਂ ਸਾਧ ਸੰਗਤ ਜੀ, ਆਪਣੀ ਜ਼ਿੰਦਗੀ ਤੁਸੀਂ ਕਈਆਂ ਦੁਕਾਨਾਂ 'ਤੇ ਵੇਖਿਆ ਹੋਏਗਾ, ਉਹ ਆਂਦੇ ਘੱਟ ਵੱਧ ਨਹੀਂ, ਨਾ ਚਵਾਨੀ ਵੱਧ ਤੇ ਨਾ ਚਵਾਨੀ ਸਮਾਨ 'ਚ ਨੁਕਸ ਦੱਸੋ। ਅਤੇ ਜਿਹੜਾ ਬੰਦਾ ਗਾਹਕ ਵੇਖ ਕੇ ਰੇਟ ਘੱਟ ਕਰਨਾ ਸ਼ੁਰੂ ਕਰ ਦੇਵੇ, ਕਈ ਡਰ ਵੀ ਲੱਗਣ ਲੱਗ ਪੈਂਦਾ ਨਾ ਵੀ ਕਿਤੇ ਸਸਤੀ ਚੀਜ਼ ਹੀ ਨਾ ਹੋਵੇ, ਵੀ ਮੈਂ ਸੌਦਾ ਸਸਤਾ ਹੀ ਲੈ ਜਾਵਾਂ। ਅਤੇ ਫਿਰ ਕਈ ਮਾੜੀ ਚੀਜ਼ ਵੀ ਬੰਦਾ ਘਰ ਲੈ ਆਉਂਦਾ, ਅਤੇ ਉਹ ਫਿਰ ਉਹਦੇ ਬਾਰੇ ਕਹਾਣੀਆਂ ਵੀ ਬਣੀਆਂ ਵੀ ਮਹਿੰਗਾ ਰੋਵੇ ਇੱਕ ਵਾਰ ਅਤੇ ਸਸਤਾ ਰੋਵੇ
ਵਾਰ-ਵਾਰ ਸਸਤੇ ਨੂੰ ਬਾਰ-ਬਾਰ ਰੋਣਾ ਪੈਂਦਾ ਵੀ ਇੱਕ ਤੇ ਪੈਸੇ ਘੱਟ ਲਾਏ ਤੇ ਚੀਜ਼ ਵੀ ਮਾੜੀ ਲੈ ਕੇ ਆਇਆ, ਉਹ ਗੱਲ ਵੀ ਟਿਕਾਣੇ ਨਾ ਬੈਠੀ। ਗੁਰੂ ਸਾਹਿਬ ਕਹਿੰਦੇ ਬੰਦਿਆ, ਗੁਰੂ ਦੀ ਇੱਕ ਕੁਆਲਿਟੀ ਇਹੋ ਆ, ਖੂਬੀ ਆ, ਗੁਰੂ ਬੇਮੁਹਤਾਜ ਹੈ। ਗੁਰੂ ਲਾਲਚ ਨਹੀਂ ਦਿੰਦਾ ਬੰਦੇ ਨੂੰ। ਤਾਈਓ ਤੇ ਗੁਰੂ ਦੇ ਰਸਤੇ ਤੇ ਤੁਰਨ ਵਾਲਿਆਂ ਦੀ ਗਿਣਤੀ ਭਾਵੇਂ ਘੱਟ ਆ, ਪਰ ਜਿਹੜਾ ਹੋਏਗਾ ਉਹ ਖਰਾ ਹੋਏਗਾ। ਇੱਕ ਔਖੀ ਘਾਟੀ ਹੈ ਨਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋਚ ਹੈ ਜੋ ਮਰ ਜੀਵਾ ਹੋਏ, ਕਬੀਰ ਜੇ ਮਾਰਗ ਪੰਡਤ ਗਏ ਪਾਸ਼ੇ ਪਰੀ ਵਹੀਰ। ਤਾਈਓ ਮੱਸਿਆ ਪੁੰਨਿਆ ਪੂਰਨਮਾਸੀ ਤੇ ਕਿੰਨਾ ਇਕੱਠ ਹੁੰਦਾ, ਕਿਉਂਕਿ ਉਧਰ ਭੀੜਾਂ ਤੁਰ ਪੈਂਦੀਆਂ, ਉਹ ਕੰਮ ਸੌਖਾ ਲੱਗਦਾ ਨਾ। ਅਗਲੇ ਕਹਿੰਦੇ ਜੇ 2 ਲੀਟਰ ਦੁੱਧ ਦਿੱਤਿਆਂ, ਡੇਰੇ ਚੜਾਇਆ, ਉੱਥੋਂ ਕੋਈ ਜਲ ਲਿਆਇਆ, ਸਾਡਾ ਜਵਾਕ ਠੀਕ ਹੁੰਦਾ ਤੇ ਸੌਦਾ ਸਸਤਾ ਥੋੜ੍ਹਾ ਵਧੀਆ ਵਾ, ਵਧੀਆ ਵਾ, ਭਾਵੇਂ ਠੀਕ ਹੋਵੇ ਜਾਂ ਨਾ ਹੋਵੇ, ਪਰ ਭਰਮ ਤੇ ਪਿਆ ਨਾ ਦਿਮਾਗ 'ਚ। ਦਿਮਾਗ 'ਚ ਗੱਲ ਤੇ ਬੈਠੀ ਹੋਈ ਹੈ ਨਾ। ਦੱਸਿਓ ਭਲਾ, ਕਿਰਤੀ ਬੰਦੇ ਦੇ ਗਾੜੀ ਹੱਥ ਜੋੜਨੇ ਚਾਹੀਦੇ ਆ ਕਿ ਵਿਹਲੜ ਬੰਦੇ ਦੇ ਗਾੜੀ ਹੱਥ ਜੋੜਨੇ ਚਾਹੀਦੇ? ਕਿਰਤੀ ਦੇ। ਤੇ ਕਿਰਤੀ ਬੰਦਾ ਹੱਥ ਕਿਹਦੇ ਗਾੜੀ ਜੋੜ ਰਿਹਾ ਭਲਾ? ਵਿਹਲੜ ਤੇ। ਆਉਣਾ ਕਈ ਵਾਰੀ ਅਸੀਂ ਜਾਂਦੇ ਹਾਂ ਨਾ ਸਮਾਗਮਾਂ 'ਤੇ, ਉਹ ਉਹਨਾਂ ਦੇ ਭੁਲੇਖੇ ਸਾਨੂੰ ਇਹਦਾ ਪ੍ਰਸ਼ਾਦਾ ਛਕਾ ਕੇ ਮੁੜ ਕੇ ਗੜਵਾ ਲੈ ਆਉਣਗੇ, ਇਹ ਇੱਕ ਤੌਲੀਆ ਲੈ ਆਉਣਗੇ। ਕਾਹਦੇ ਲਈ ਜੀ? ਹੱਥ ਧਵਾਉਣੇ ਆ। ਐਂ ਕਿਹਾ ਚਲੋ ਤੁਸੀਂ ਸਾਡੇ ਧਵਾ ਦਿਓ, ਬਾਅਦ 'ਚ ਅਸੀਂ ਤੁਹਾਡੇ ਧਵਾ ਦਾਂਗੇ। ਇੱਕ ਸ਼ਰਤ 'ਤੇ ਧਵਾਵਾਂਗੇ, ਤੁਸੀਂ ਸਾਡੇ ਧਵਾ ਦਿਓ, ਬਾਅਦ 'ਚ ਅਸੀਂ ਤੁਹਾਡੇ ਧਵਾਵਾਂਗੇ। ਜਾਂ ਇਹ ਦੱਸੋ ਤੁਸੀਂ ਕਿੱਥੋਂ ਧੋਣੇ ਆ? ਕਹਿੰਦੇ ਜੀ ਆਹ ਸਾਹਮਣੇ ਟੂਟੀ ਲੱਗੀ, ਅਸੀਂ ਕਿਹਾ ਉੱਥੋਂ ਨਹੀਂ ਧੋ ਲੈਣੇ ਆ। ਪਰ ਇਹ ਗੱਲ ਕੋਈ ਬਾਬਾ ਕਹੂਗਾ? ਬੋਲ ਕੇ ਦੱਸਿਓ। ਕਿਉਂਕਿ ਬਾਬੇ ਨੂੰ ਪਤਾ ਵੀ ਇਹੋ ਹੀ ਤਾਂ ਮੇਰਾ ਬਾਬਾਪਨ ਆ, ਵੀ ਜੇ ਹੱਥ ਵੀ ਮੈਂ ਆਪੇ ਧੋਣ ਲੱਗ ਪਿਆ ਤੇ ਫਿਰ ਤਾਂ ਸਾਰੀਆਂ ਭੇਡਾਂ ਇੱਕੋ ਜਿਹੀਆਂ ਹੋ ਜਾਣੀਆਂ ਨਾ। ਇੱਕ ਭੇਡ ਵੱਖਰੀ ਹੁੰਦੀ ਆ, ਉਹਨੂੰ ਵੱਖਰਾ ਰੰਗ ਜਿਹਾ ਲਾ ਕੇ ਰੱਖਿਆ ਹੁੰਦਾ ਉਹਨਾਂ ਨੇ, ਵੀ ਥੋੜ੍ਹੀ ਜਿਹੀ ਵੱਖਰੀ ਹੋਵੇ, ਪਤਾ ਲੱਗੇ। ਵੀ ਜੇ ਉਹ ਸਾਰੀਆਂ ਇੱਕੋ ਜਿਹੀਆਂ ਹੋ ਗਈਆਂ ਤਾਂ ਫਿਰ ਤਾਂ ਗੱਲ ਨਹੀਂ ਬਣਨੀ। ਉਹ ਥੋੜ੍ਹਾ ਜਿਹਾ ਵੱਖਰਾ ਕਰੂ, ਨਾਟਕ ਕਰੂ, ਤਾਂ ਹੀ ਆ ਨਾ। ਹੁਣ ਆ ਜਿੰਨੇ ਬਾਬੇ ਪਖੰਡ ਕਰਦੇ ਆ ਘਰਾਂ 'ਚ, ਨਹੀਂ ਤੁਸੀਂ ਵੇਖਿਆ ਜਦੋਂ ਨਿਆਣਾ ਪਖੰਡ ਕਰੇ, ਤੱਤੀ ਲਿਆਓ, ਠੰਡੀ ਲਿਆਓ, ਆਹ ਕੀ ਬਣਾਤਾ? ਤਾਂ ਲਾਗੇ ਤਾਇਆ ਨਹੀਂ ਬੋਲਦਾ, ਕਈ ਵਾਰੀ ਦਾਦਾ ਬੋਲਦਾ, ਇਹਨੂੰ ਵਿਆਹ ਤੋਂ ਜੇ ਕੰਨ 'ਚ ਪਾਇਆ ਦੁੱਖ ਗਿਆ ਤਾਂ ਆਖੋ। ਮੁੜ ਕੇ ਤੱਤੀ ਠੰਡੀ ਦਾ ਮਤਲਬ ਕੋਈ ਨਹੀਂ, ਸਭ ਖਤਮ ਹੋ ਜਾਂਦੀਆਂ ਕਹਾਣੀਆਂ। ਫਿਰ ਐਨ ਆ ਜਿੰਨੇ ਬਾਬੇ ਵੀ ਤਾਂ ਹੀ ਨਖਰੇ ਕਰਦੇ ਆ ਕਿਉਂਕਿ ਵਿਆਹ ਹੀ ਨਹੀਂ ਹੈਗੇ। ਉਹ ਬੋਲੋ ਭਾਈ, ਸੱਦ ਤੇ ਬੈਠੇ ਤੁਸੀਂ, ਹੁਣ ਤੁਹਾਨੂੰ ਸੁਣਨਾ ਪੈਣਾ। ਬਾਬੇ ਵਿਆਹ ਹੀ ਨਹੀਂ ਹੈਗੇ। ਜੇ ਵਿਆਹੇ ਹੁੰਦੇ ਨਖਰੇ ਕਰਦੇ? ਗ੍ਰਸਤੀ ਬੰਦਿਆਂ ਨੂੰ ਪੁੱਛੋ, ਹਾਂ ਜਿਨ੍ਹਾਂ ਦੇ ਜਵਾਕ ਘਰਾਂ 'ਚ ਛੋਟੇ ਛੋਟੇ ਆ, ਬੱਚੇ ਆ, ਉਹ ਨਖਰੇ ਕਰਦਾ। ਉਹਨੂੰ ਪਤਾ ਕਈ ਵਾਰੀ ਘੱਟ ਸਬਜ਼ੀ ਨਾਲ ਵੀ ਰੋਟੀ ਖਾਣੀ ਪੈਂਦੀ ਆ। ਅੱਜ ਸਾਡੀ ਕੌਮ ਦਾ ਨੁਕਸਾਨ ਹੀ ਇੱਥੇ ਹੋਇਆ ਹੈ। ਜੇ ਪਿੰਡਾਂ ਦਾ ਪੈਸਾ ਵੀ ਪਿੰਡਾਂ 'ਤੇ ਲੱਗਦਾ, ਅਸੀਂ ਕਿੱਥੋਂ ਦੇ ਕਿੱਥੇ ਪਹੁੰਚ ਜਾਂਦੇ। ਅਸੀਂ ਮਹਾਨ ਸਤਿਗੁਰ ਦੇ ਆਪਣੇ ਦਿਨ ਮਨਾ ਰਹੇ ਹਾਂ। ਅਸੀਂ ਆਪਣੇ ਮਹਾਨ ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਹਾਂ। ਗੁਰੂ ਸਾਹਿਬ ਦੇ ਨਾਲ ਕਿਹੜਾ ਗੜਵਾਈ ਸੀ? ਜਦੋਂ ਚਮਕੌਰ ਸਾਹਿਬ ਦੀ ਗੜੀ 'ਚੋਂ ਨਿਕਲਦੇ ਨੇ, ਇਕੱਲੇ ਗੁਰੂ ਗੋਬਿੰਦ ਸਿੰਘ ਨਿਕਲਦੇ ਨੇ, ਨਾਲ 3 ਸਿੱਖ ਨੇ, ਉਹ ਵੱਖਰੇ ਨਿਕਲਦੇ ਨੇ ਉੱਥੋਂ। ਕਿਹੜਾ ਗੜਵਾਈ ਸੀ ਉਹਨਾਂ ਦੇ ਨਾਲ? ਸੋਚ ਕੇ ਵੇਖੋ ਤੁਸੀਂ। ਮਾਤਾ ਗੁਜਰ ਕੌਰ ਦੇ ਨਾਲ 2 ਸਾਹਿਬਜ਼ਾਦੇ ਨੇ ਛੋਟੇ, ਜਿਨ੍ਹਾਂ ਨੂੰ ਲਗਾਤਾਰ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਰਿਹਾ, ਲਾਲ ਦਿੱਤੇ ਜਾਂਦੇ ਰਹੇ, ਤਸੀਹੇ ਦਿੱਤੇ ਜਾਂਦੇ ਰਹੇ, ਨੀਹਾਂ ਵਿੱਚ ਚਿਣ ਦਿੱਤਾ ਗਿਆ, ਪਰ ਆਪਣੇ ਅਸੂਲਾਂ ਤੋਂ ਨਹੀਂ ਡੋਲੇ ਉਹ ਮਹਾਨ ਯੋਧੇ। 70 ਸਾਲ ਦਾ ਵੀ ਵਿਅਕਤੀ ਮੁਕਾਬਲਾ ਨਹੀਂ ਕਰ ਸਕਦਾ 7 ਸਾਲ ਦੀ ਬਾਬਾ ਫਤਿਹ ਸਿੰਘ ਦੀ ਉਮਰ ਦੇ, ਜਿਹੜੀ ਸਿਆਣਪ ਤੇ ਉਹਨਾਂ ਦੇ ਜੀਵਨ 'ਚੋਂ ਡੁੱਲ ਪੈਂਦੀ ਹੈ। ਕਿਉਂ? ਕਿਉਂਕਿ ਦਹੀਂ ਰਿੜਕਿਆ ਸੀ ਉਹਨਾਂ ਨੇ, ਪਾਣੀ 'ਚ ਮਧਾਣੀ ਨਹੀਂ ਸੀ ਪਾਈ। ਅੱਜ ਪਾਣੀ 'ਚ ਮਧਾਣੀ ਪਾਉਣ ਕਰਕੇ ਅੱਜ ਬੰਦੇ ਦੇ ਕੋਲ ਉਮਰ ਭਾਵੇਂ ਜਿੰਨੀ ਮਰਜ਼ੀ ਹੋਵੇ, ਪਤਾ ਹੀ ਕੱਖ ਨਹੀਂ ਹੈਗਾ ਵੀ ਕਿਹੜੀ ਗੁਰਮਤਿ ਕੀ ਹੈ। ਅਸੀਂ ਡਰੇ ਪਏ ਅੰਦਰੋਂ, ਡਰਾਕਲ ਹੋ ਗਏ ਹਾਂ ਅਸੀਂ ਅੰਦਰੋਂ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜੈਸੋ ਸੇਵੈ ਤੈਸੋ ਹੋਵੈ। ਜਿੱਦਾਂ ਦਾ ਅਸੀਂ ਸੇਵਦੇ ਅਸੀਂ ਉੱਦਾਂ ਦਾ ਹੋ ਜਾਂਦੇ ਹਾਂ। ਮੈਂ ਰੋਜ਼ ਨਿਰਭਉ ਨੂੰ ਪੜ੍ਹਾਂਗਾ, ਮੈਂ ਅੰਦਰੋਂ ਨਿਰਭਉ ਹੋਵਾਂਗਾ। ਮੈਂ ਨਿਰਵੈਰ ਨੂੰ ਪੜ੍ਹਾਂਗਾ, ਮੈਂ ਨਿਰਵੈਰ ਹੋਵਾਂਗਾ। ਮੈਂ ਕਰਤਾ ਪੁਰਖ ਨੂੰ ਪੜ੍ਹਾਂਗਾ, ਮੈਂ ਆਪ ਕਰਤਾ ਪੁਰਖ ਬਣਾਂਗਾ। ਕਿੱਦਾਂ ਉਹ ਗੁਣ ਮੇਰੀ ਜ਼ਿੰਦਗੀ 'ਚ ਆਉਣਗੇ? ਮੈਂ ਆਪਣੇ ਕੰਮ ਖੁਦ ਆਪ ਕਰਨ ਵਾਲੀ ਗੱਲ ਕਰਾਂਗਾ। ਆ ਗੁਣ ਹੀ ਨੇ। ਜਦੋਂ ਸਾਡੇ ਜੀਵਨ 'ਚ ਇਹ ਗੁਣ ਆਉਣਗੇ, ਅਸੀਂ ਨਿੱਕੇ ਨਿੱਕੇ ਕੰਮ ਆਪਣੇ ਹੱਥੀਂ ਆਪ ਕਰਾਂਗੇ। ਮੈਂ ਕਈ ਵਾਰੀ ਐਗਜ਼ਾਮਪਲ ਦਿੱਤੀ ਹੈ, ਜਿਨ੍ਹਾਂ ਰੋਟੀ ਖਾਣੀ ਉਹ 1.5-2 ਕਿੱਲਿਆਂ ਦੀ ਆਪਣੀ ਹੈ, 1.5-2 ਕਿੱਲੇ ਠੇਕੇ 'ਤੇ ਲੈ ਕੇ ਵੀ ਚੰਗੀ ਰੋਟੀ ਖਾਈ ਜਾਂਦੀ ਹੈ। ਜਿਹਨਾਂ ਨੂੰ ਨਹੀਂ ਤਰੀਕਾ ਆਉਂਦਾ, 5-5 10-10 ਕਿੱਲੇ ਪੈਲੀ ਹੋਣ ਦੇ ਬਾਵਜੂਦ ਵੀ ਸਿਰ 'ਤੇ ਕਰਜ਼ਾ ਹੈ। ਤੁਸੀਂ ਜਿੱਦਾਂ ਦੇ ਮਾਹੌਲ 'ਚ, ਹਰ ਮਾਹੌਲ ਵਿੱਚ ਰਹਿਣਾ ਸਿੱਖੋ। ਮੈਂ ਤਾਂ ਇੱਦਾਂ
कई सच्ची गल है, गुरु गोबिंद सिंह महाराज का यह जीवन अपने वास्ते एडा वड्डा प्रेरणा स्रोत है भी जिदन हज़ारां सिख आनंदपुर साहब की धरती ते आ उस दिन हंकार कोई नहीं। अज कल्ले ने माछीवाड़े के जंगलों ते अज गिला कोई नहीं। साढ़े 4 मन दाने वध निकल आउण, 4 छिल्लड़ वध आ जाण, 2 पैसे वध आ जाण ते बंदा बोलण का तरीका बदल लैंदा है, ते माड़ा जिहा कारोबार डाउन होवे ते बंदा उलामे देण लग पैंदा है। असी स्थिर नहीं हाँ, असी स्थिर नहीं हाँ। कबू जीड़ा उब चढ़त है, कबू जाए पयाले, लोभी जीड़ा थिर ना रहत है, चारे कुंडा पाले। 2 पुत ने, एक पुत के घर पुत्र धी है, दूजे पुत के घर मान लो 2 बेटियां ने, जां औलाद है ही नहीं, इदां कहणगे। इधरों तो ठीक है, इधरों ही मन माड़ा जिहा दुखी आ, इदां कहणगे। ਇਹਦਾ मतलब मन स्थिर नहीं हैगा। अच्छा फिर मान लो साल 1.5 साल बाद ਉਹਦੇ घर भी पुत्र हो गया, हुण पुछो की हाल आ। इधरों तो ठीक आ, धी वालों मन दुखी आ, जवाई बड़ा तंग करदा, लो जी। अच्छा फिर जवाई भी ठीक हो गया, हुण पुछो की हाल आ। इधरों तो मन ठीक आ, पोतरा बड़ा तंग करदा। उन्होंने पुछो भी तू ठीक कदों होएगा, बस इक्को दिन ही जिदन वेखो बंदा चलिया। उस दिन पुछो हुण ठीक आ, कहंदा आपे ठीक आ, हुण बस सीधा ही लम्मा पिया। हुण पुछो ठीक आ, वो कदी तो कह दे मैं संतुष्ट हाँ। पहला वड्डे वालों नहीं सी ठीक, चलो वड्डा ठीक हो गया, मुड़ के मैं सहुरे जवाई वालों नहीं सी ठीक, जवाई भी ठीक हो गया, उन्होंने भी पति पत्नी की बन गई। हुण पुछो, कहना हुण पोतरे ने बड़ा तंग किया, चलो पोतरा भी सैट हो गया। हुण पुछ हुण की हाल है, हुण गां मैनूं पोतरे का फिक्र है। अपनी सारी जिंदगी लाइनमेंट ढिली रहिंदी है, दूजियां दी चिंता है। गड्डी की लाइनमेंट हिल जिहदे नाल टायर खाण लग पैंदी है, बंदियां दी भी लाइनमेंटां हिलियां पईयां ने। इसे करके तो अज बंदा इसे एहो समस्यावां लैके लोग कोई क्रिश्चनां कोल तुरिया फिरदा, जिहड़े पादरी इत्थे पंजाब दे विच अपने करदे फिरदे इदां छट्टा जिहा मारदे आ, ठीक कर दिंदे आ। ते कोई बाबियां को तुरिया फिरदा है, कोई जोतशियां पांदियां को तुरिया फिरदा है। मैनूं एक दिन आंदा जी तुसीं साडे बारे कहंदे, मैं कहा मैं तां तुहाडे बारे ते बाद च कहने आ, असीं ते अपने दुख रोण डए आ। असीं तां तुहाडी गल ते बाद च करदे, असीं तां सारिਆਂ दी गल करदे आ भी जे इदां करामातां नाल ठीक हुंदा तो बड़े बड़े हॉस्पिटलों की लोड़ हैगी सी। बोल के दस्यो जी, आ PGI चल जाओ तुसीं, बड़े बड़े हॉस्पिटलों में जरूरत हैगी सी। पर किदां साडे लीडर भी उत्थे तुरे फिरदे, आम पब्लिक भी तुरी फिरदी है। क्यों? क्योंकि असल दे विच असीं मानसिक तौर पर कमज़ोर हाँ। गुरु हरराय पातशाह का सब तो वड्डा कीरतपुर साहब की धरती से वैदखाना वा, उन्होंने लोड़ हैगी सी वैदखाने की। भला देश का बादशाह तो वह पुत्र बीमार हुंदा ते उहदी इलाज का प्रबंध कीरतपुर साहब के वैदखाने च होंदा। इसदा मतलब गुरु साहब दे किड्डा वड्डा प्रबंध होएगा, किड्डे वधिया वधिया हकीम अपने कोल महाराज ने रखे होणगे। जिहड़ियां अपने गुरुद्वारे नाल निक्कियां निक्कियां डिस्पेंसरियां हॉस्पिटल ने, ये चाहिए आ। पता किदां? मान लो पिंडां 'च गुरुद्वारा एक होवे, इक्के थां ते संगत आण के मत्था टेके, उसे पैसे विचों पिंड विच एक निक्का जिहा गुरुद्वारे दे नाल एक क्लीनिक खोलिया होवे, उत्थे आण के रोज़ 2 घंटा सवेरे डॉक्टर बवे। पिंडां दीयां निक्कियां निक्कियां छोटियां मोटियां बीमारियां दा इलाज पिंड दे विचों ही कीता जावे ते किसी नूं बाहर जाण दी लोड़। जदों बहुता केस विगड़े तो उत्थों का डॉक्टर लिख के देवे कि इहनूं फलाणे हॉस्पिटल लै जाओ, उहदा इलाज भी पिंड की सांझी संगत वालों किया जाए। जो गुरुद्वारे की गोलक विच पैसा पैना, जो गुरुद्वारा एक होएगा, गोलक एक होएगी, तो सवेरे 100 200 400 स्रोता आण के मत्था टेकेगा। ये पैसा चंगियां कम्मां लई भी वरतिया। बोलो जी। जो साडे निके निके बुखार पिंडां 'च विगड़दे आ, बीमारियां वध जांदियां, फिर असीं शहरां 'च बड़े बड़े हॉस्पिटलों वाल भजदे आ। कई तांत्रिकां बाबियां जोतशियां पांदियां, जां कई इदां पुछणगे कोई सियाणा दसो, पत्थरी नहीं सूतर आउण डई। कई आप पत्थरियां कढाउण लई सियाणियां बाबियां कोल जांदे आ, ਉਹ ਫਿਰ ਆਂਦੇ ਦਾ ਬਾਬਾ ਢਿੱਡ ਤੇ ਹੱਥ ਫੇਰਦਾ ਤੇ ਪੱਥਰੀ ਬਾਹਰ ਆ ਜਾਂਦੀ। ਪੱਥਰੀ ਉਹਨੇ ਮਾਮੇ ਨੇ ਪਹਿਲੇ ਹੱਥ 'ਚ ਫੜੀ ਹੁੰਦੀ ਆ, ਉਹ ਢਿੱਡ ਵਾਲੀ ਪੱਥਰੀ ਨਹੀਂ ਹੁੰਦੀ। ਅੱਛਾ, ਢਿੱਡ ਪਾੜਨ ਤੋਂ ਬਿਨਾਂ ਹੀ ਪੱਥਰੀ ਬਾਹਰ ਕਿੱਦਾਂ ਕੱਢਤੀ ਉਹਨੇ? ਲਾਗੇ ਡਾਕਟਰ ਵੀ ਹੈਰਾਨ ਹੋ ਜਾਂਦੇ ਵੀ ਅਸੀਂ ਤਾਂ ਆਪਰੇਸ਼ਨ ਕਰਕੇ ਕੱਢਦੇ ਹਾਂ, ਇਹ ਬਿਨਾਂ ਆਪਰੇਸ਼ਨ ਤੋਂ ਹੀ ਪੱਥਰੀ ਬਾਹਰ ਕੱਢੀ। ਬਲਕਿ ਪੱਥਰੀ ਉਹਨੇ ਪਹਿਲੇ ਆਪਣੇ ਹੱਥ ਵਿੱਚ ਫੜੀ ਹੁੰਦੀ ਹੈ। ਅਤੇ ਨਾਲੇ ਉਹ ਪੱਥਰ ਆ ਨਹੀਂ ਹੁੰਦਾ ਜਿਹੜਾ ਸੜਕਾਂ 'ਤੇ ਪੈਣ ਵਾਲਾ, ਨਾ ਹੀ ਪੱਥਰੀ ਹੁੰਦੀ ਆ। ਉਹ ਇੱਦਾਂ ਹੀ ਹੌਲੀ ਹੌਲੀ ਜਿਹੜਾ ਅੰਦਰ ਦਾ ਸਮਾਨ ਜਮ੍ਹਾਂ ਹੋਇਆ ਹੁੰਦਾ ਜੁੜ ਜੁੜ ਕੇ ਬਣਨਾ, ਨਾ ਉਹਨੂੰ ਪੱਥਰੀ ਦੇ ਦਿੰਦੇ ਆ। ਜੇ ਇੱਦਾਂ ਪੱਥਰ ਸਾਡੇ ਅੰਦਰੋਂ ਨਿਕਲਦੇ ਹੋਣ ਤਾਂ ਫਿਰ ਸਾਡੀਆਂ ਸੜਕਾਂ ਨਾ ਟੁੱਟੀਆਂ ਹੋਣ, ਜਿੰਨੇ ਪੱਥਰ ਸਾਡੇ ਅੰਦਰ ਬਣ ਰਹੇ ਆ। ਜਿੰਨੀਆਂ ਪੱਥਰੀਆਂ ਹਰ ਘਰ 'ਚ ਇੱਕ ਅੱਧਾ ਮਰੀਜ਼ ਤੇ ਪੱਥਰੀ ਵਾਲਾ ਹੈਗਾ ਜੀ, 4 mm ਦੀ ਆ, 5 mm ਦੀ। ਫਿਰ ਤੇ ਅਸੀਂ ਤਰਲੇ ਲਈਏ ਵੀ ਥੋੜ੍ਹੀ ਜਿਹੀ ਵੱਡੀ ਹੋ ਲੈਂਦੇ, ਸਹੁੰ ਰੱਬ ਦੀ। ਪਿੰਡ 'ਚ 15-20 ਬੰਦੇ ਹੋਰ ਵੀ ਹੈਗੇ ਜੀ,
ਤੇ ਆਪਣੇ ਪਿੰਡ ਨੂੰ ਸੜਕ ਬੜੀ ਟੁੱਟੀ ਆਉਂਦੀ ਆ, ਉੱਦਾਂ ਪੱਥਰ ਮਹਿੰਗਾ ਬੜਾ, ਉੱਦਾਂ ਪਠਾਨਕੋਟ ਤੋਂ ਟਰੱਕ ਲਿਆਉਣਾ ਪੈਣਾ। ਜੇ ਇੱਦਾਂ ਹੁੰਦਾ ਹੋਵੇ ਫਿਰ ਤਾਂ ਕੰਮ ਹੀ ਬੜਾ ਸੌਖਾ ਹੈ। ਪਰ ਗੱਲ ਫਿਰ ਹੈ, ਇਹਦੀ ਵਰਤੋਂ ਕਰਾਂਗੇ ਤੇ ਗੱਲਾਂ ਸਮਝ ਆਉਣਗੀਆਂ। ਪਹਿਲਾਂ ਤੇ ਮਹਾਰਾਜ ਦੇ ਬਨੇ ਬਨੇ ਸੀਸਾ ਲਾਤਾ ਵੀ ਕੋਈ ਅੰਦਰ ਨਾ ਵੜ ਜੇ। ਜੇ ਅੰਦਰ ਵੜਦਾ ਉੱਤੇ ਰਮਾਲੇ ਇਹਨੇ ਪਾਤੇ ਵੀ ਬਹੁਤਿਆਂ ਨੂੰ ਗੁਰੂ ਗ੍ਰੰਥ ਸਾਹਿਬ ਲੱਭਦਾ ਹੀ ਨਹੀਂ। ਪੁਰਾਣੇ ਸਮੇਂ 'ਚ ਸਿੱਖ ਦੇ ਨਾਲ ਬਾਣੀ ਦੀ ਪੋਥੀ ਸੀ, ਸਿੱਖ ਹਿੱਕ ਨਾਲ ਲਾ ਕੇ ਰੱਖਦਾ ਸੀ ਬਾਣੀ ਦੀ ਪੋਥੀ, ਬਹੁਤ ਦੂਰੀ ਪਾਤੀ। ਇਸੇ ਕਰਕੇ ਗੈਪ ਪੈ ਗਿਆ। ਤਾਂ ਹੀ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਤੇ ਆਉਂਦੇ ਹੀ ਨਹੀਂ, ਆਸ਼ੀਰਵਾਦ ਲੈ ਕੇ ਤੁਰ ਤਰ ਜਾਂਦੇ ਆ। ਇਸ ਕਰਕੇ ਭਰਮੇ ਭੁੱਲਾ, ਭਰਮ 'ਚ ਭੁੱਲਾ ਹੋਇਆ ਸਾਕਤ ਤੁਰਿਆ ਫਿਰਦਾ, ਨੀਰ ਬਰੋਲਾ। ਹੁਣ ਆਪਾਂ ਫੈਸਲਾ ਕਰਨਾ ਵੀ ਪਾਣੀ 'ਚ ਮਧਾਣੀ ਪਾਉਣੀ ਕਿ ਦਹੀਂ 'ਚ ਮਧਾਣੀ ਪਾਉਣੀ ਆ। ਬਸ ਦਹੀਂ 'ਚ ਪਾਉਣੀ ਹੈ ਤਾਂ ਸ਼ੁਰੂ ਕਰ ਦਿਓ, ਕੱਲ੍ਹ ਤੋਂ ਸ਼ੁਰੂਆਤ ਕਰ ਦਿਓ ਕਿ ਪੁੱਤ ਮੈਨੂੰ ਪੜ੍ਹਨਾ ਨਹੀਂ ਆਉਂਦਾ, ਤੁਸੀਂ ਮੈਨੂੰ ਰੋਜ਼ ਇੱਕ ਅੱਧਾ ਅੰਕ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਰੋਜ਼ ਸੁਣਾਉਣਾ ਵਾ, ਮੈਨੂੰ ਪਤਾ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਆ। ਭਰਮੇ ਭੁੱਲਾ ਸਾਕਤ ਫਿਰਤਾ, ਨੀਰ ਬਰੋਲਾ ਖੱਪ ਖੱਪ ਮਰਤਾ। ਘਰ ਮੈਂ ਠਾਕੁਰ ਨਦਰ ਨ ਆਵੇ। ਘਰ ਵਿੱਚ ਠਾਕੁਰ ਵਾ, ਠਾਕੁਰ ਮੈਨੂੰ ਪਰਮੇਸ਼ਰ, ਰੱਬ ਘਰੇ ਹੀ ਆ। ਘਰ ਕਿਹੜਾ, ਘਰ ਵੀ ਦੋ ਵਾ। ਇੱਕ ਘਰ ਆ ਜਿੱਥੇ ਸਾਡਾ ਸਰੀਰ ਰਹਿੰਦਾ, ਇੱਕ ਘਰ ਆ ਜਿੱਥੇ ਸਾਡਾ ਮਨ ਰਹਿੰਦਾ, ਹਿਰਦਾ। ਅੱਛਾ, ਜਦੋਂ ਮੇਰੇ ਹਿਰਦੇ ਰੂਪੀ ਘਰ 'ਚ ਰੱਬ ਹੈਗਾ ਨਾ, ਤੇ ਜਿਸ ਇੱਟਾਂ ਵਾਲੇ ਘਰ 'ਚ ਮੇਰਾ ਸਰੀਰ ਰਹੂ, ਫਿਰ ਰੱਬ ਉੱਥੇ ਹੋਊ ਕਿ ਨਹੀਂ ਹੋਊ? ਉਹ ਆਪਣੇ ਆਪ ਹੀ ਹੋਊਗਾ। ਤੇ ਫਿਰ ਬੰਦਾ ਬਾਹਰ ਜਾਊ, ਫਿਰ ਉਹਨੂੰ ਗੁਆਂਢਣ ਕਹੂਗੀ ਭੈਣੇ ਗੁਰਦੁਆਰੇ ਚੱਲੀਏ ਸੇਵਾ ਕਰਨ, ਫਲਾਣੇ ਬਾਬਿਆਂ ਦੇ ਮੱਸਿਆ ਲੱਗਦੀ, ਪੁੰਨਿਆ ਲੱਗਦੀ। ਉਹ ਕਹਿੰਦੀ ਨਾ ਭੈਣੇ, ਮੇਰੀ ਸੱਸ ਨੂੰ ਟਾਈਫਾਈਡ ਹੋਇਆ, ਮੈਨੂੰ ਇਸ ਵਕਤ ਮੇਰੀ ਮਾਂ ਨੂੰ, ਮੇਰੀ ਸੱਸ ਨੂੰ ਮੇਰੀ ਬਹੁਤ ਜ਼ਰੂਰਤ ਹੈ, ਉਹਨੂੰ ਮੈਂ ਖਿਚੜੀ ਬਣਾ ਕੇ ਦੇਣੀ ਆ, ਉਹਨੂੰ ਮੈਂ ਦਲੀਆ ਬਣਾ ਕੇ ਦੇਣਾ ਵਾ, ਅੱਜ ਧੁੱਪ ਲੱਗੀ, ਮੈਂ ਉਹਨੂੰ ਇਸ਼ਨਾਨ ਕਰਾਉਣਾ ਵਾ, ਮੈਂ ਨਹੀਂ ਜਾਣਾ। ਤੇ ਸੱਚ ਜਾਣਾ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ, ਜੇ ਉਸ ਭੈਣ ਨੇ ਆਪਣੀ ਸੱਸ ਨੂੰ ਉਹ ਕੀਮਤੀ ਟਾਈਮ ਦੇ ਦਿੱਤਾ, ਉਹਦਾ ਕਈ ਗੁਰਦੁਆਰਿਆਂ ਨਾਲੋਂ ਮੱਥਾ ਟੇਕਣ ਵਾਲੀ ਵੱਡੀ ਗੱਲ ਹੋਏਗੀ ਉਹਦੇ ਵਾਸਤੇ। ਤੇ ਜੇ ਉਹਨੇ ਘਰ ਮਰੀਜ਼ ਮਰਨੇ ਪਿਆ ਤੇ ਉਹ ਕਹੇ ਜੀ ਮੈਂ ਤੇ ਮੱਸਿਆ ਤੇ ਪੁੰਨਿਆ ਨਹਾਉਣ ਚੱਲਿਆ, ਤੇ ਫਿਰ ਤੇ ਸਵਾਏ ਇਹ ਤਾਂ ਸਮਝ ਲਓ ਵੀ ਠਾਕੁਰ ਘਰੇ ਹੀ ਸੀ ਤੇ ਇਹ ਬਾਹਰ ਲੱਭਦਾ ਫਿਰਦਾ ਸੀ। ਪਰਮੇਸ਼ਰ ਘਰੇ ਸੀ, ਜਾਣੀ ਕਿ ਜਿਹਨੂੰ ਲੋੜ ਸੀ ਕਿ ਕੋਈ ਲੱਤਾਂ ਘੁੱਟੇ, ਟਾਈਫਾਈਡ ਹੋਵੇ ਨਾ, ਮਲੇਰੀਆ ਹੋਵੇ, ਤੇ ਮਰੀਜ਼ ਨੂੰ ਜ਼ਰੂਰਤ ਹੁੰਦੀ ਹੈ ਵੀ ਕੋਈ ਲੱਤਾਂ ਦਬਾ ਦੇਵੇ, ਕਿੰਨੇ ਟਾਈਮ ਹੋ ਗਿਆ ਮੈਂ ਬੈੱਡ 'ਤੇ ਪਿਆ। ਤੇ ਬਾਬੇ ਚੰਗੇ ਭਲੇ ਤੁਰੇ ਫਿਰਦੇ ਆ, ਉਹਨਾਂ ਦੀਆਂ ਚੰਗਿਆਂ ਭਲਿਆਂ ਦੀਆਂ ਕਈ ਲੱਤਾਂ ਘੁੱਟੀ ਜਾਂਦੇ ਜਾ ਕੇ। ਚੰਗੇ ਭਲੇ ਬਾਬਿਆਂ ਦੀਆਂ ਲੱਤਾਂ ਘੁੱਟਦੇ ਜਾ ਕੇ। ਉੱਤੇ ਲੱਤਾਂ ਘੁੱਟੋ ਬਾਪੂ ਦੀਆਂ, ਜਿਹੜਾ ਸਪਰੇਅ ਕਰਕੇ ਆਇਆ ਖੇਤਾਂ 'ਚ, ਜਿਹੜਾ ਮੱਝਾਂ ਨੂੰ ਪੱਠੇ ਪਾਉਂਦਾ ਵਾ, ਉਹਨੂੰ ਕਹੋ ਲੈ ਬਾਪੂ ਆ ਤੇਰੇ ਮੈਂ ਸਿਰ 'ਚ ਅੱਜ ਤੇਲ ਲਾਵਾਂ, ਤੇਰੇ ਸਿਰ ਦੀ ਮਾਲਿਸ਼ ਕਰਾਂ, ਕਦੀ ਖਾਓ ਖੁਸ਼ੀ ਨਾਲ। ਬਾਪੂ ਵੀ ਗਾੜੀ ਨੂੰ ਕਹਿੰਦਾ ਮੇਰੇ ਲਾਗੇ ਨਹੀਂ ਆਉਂਦੇ, ਬਾਬਿਆਂ ਦੇ ਅੱਗੇ ਪਿੱਛੇ ਭੱਜੇ ਫਿਰਦੇ ਆ। ਮੈਨੂੰ ਆਂਦੇ ਰੋਟੀ ਆਓ ਪਈ ਸਾਬੇ ਚਾਪੇ ਖਾ ਲਾ, ਬਾਬਿਆਂ ਵਾਸਤੇ ਫੁਲਕਾ ਫੁੱਲਦਾ ਹੀ ਆਉਂਦਾ। ਖੀਰਾਂ ਬਣਦੀਆਂ, ਪੂੜੇ ਬਣਦੇ, ਤਰ੍ਹਾਂ ਤਰ੍ਹਾਂ ਦੇ। ਜਿੰਨਾ ਘਰਾਂ 'ਚ ਬਾਬੇ ਆਉਂਦੇ ਉਹਨਾਂ ਨੂੰ ਜ਼ਿਆਦਾ ਪਤਾ, ਕੜਾਹੀਆਂ ਹੀ ਵੱਖਰੀਆਂ ਹੁੰਦੀਆਂ ਉਹਨਾਂ ਦੀਆਂ, ਚੌਲ ਹੀ ਵੱਖਰੇ ਹੁੰਦੇ ਆ, ਉਹ ਆਮ ਚੌਲ ਤਾਂ ਖਾਂਦੇ ਹੀ ਨਹੀਂ। ਤੇ ਬਾਬਾ ਜਿਹੜੇ ਬਾਪੂ ਆ ਉਹਨਾਂ ਨੂੰ ਕਈ ਵੀ ਉੱਦਾਂ ਕਹਿਣਗੇ ਠੰਡੀ ਖਾ ਲਾ, ਕੋਈ ਗੱਲ ਨਹੀਂ, ਕੀ ਫਰਕ ਪੈਂਦਾ। ਬਜ਼ੁਰਗਾਂ ਨੂੰ ਤਾਜ਼ੀ ਰੋਟੀ ਲਾ ਕੇ ਦਿਓ, ਇੱਦਾਂ ਉਦੋਂ ਜਦੋਂ ਮੈਂ ਛਕਣਾ ਉਦੋਂ ਪ੍ਰਸ਼ਾਦਾ ਲਾ ਕੇ ਦਿਓ, ਉਹਨਾਂ ਅੰਦਰੋਂ ਅਸੀਸ ਨਿਕਲੇ, ਇੱਦਾਂ ਦੁਆਵਾਂ ਦੇਣ। ਉਹ ਇੱਦਾਂ ਨੂੰਹਾਂ ਧੀਆਂ ਬਣ ਜਾਣ, ਤੇ ਧੀਆਂ ਨੂੰ ਆਪਣਾ ਬਾਪ ਸਮਝਣ ਕਿ ਇਹ ਮੇਰਾ ਸਹੁਰਾ ਨਹੀਂ, ਮੇਰਾ ਪਿਓ ਹੈ। ਕਿੱਡੇ ਪਿਆਰੇ ਰਿਸ਼ਤੇ ਨੇ, ਕਿੰਨਾ ਸੋਹਣਾ ਘਰ ਸਵਰਗ ਬਣੇਗਾ। ਹਾਂ ਜੀ, ਪਤਾ ਨਹੀਂ ਕਿਹੜੀ ਦੁਨੀਆ 'ਚ ਵਸਦੇ ਫਿਰਦੇ ਆ। ਗੁਰੂ ਸਾਹਿਬ ਸਮਝਾਉਂਦੇ ਨੇ, ਘਰ ਮੈਂ ਠਾਕੁਰ ਨਜ਼ਰ ਨਾ ਆਵੇ। ਘਰੇ ਰੱਬ ਦਿਸਦਾ ਨਹੀਂ ਤੇ ਗਲ ਮੈਂ ਪਾਹਣ ਲੈ ਲਟਕਾਵੇ। ਗਲ ਵਿੱਚ ਪੱਥਰ ਲਮਕਾਈ ਫਿਰਦੇ ਆ ਰੱਬ ਦੇ ਨਾਂ ਦਾ, ਵੀ ਮੈਂ ਰੱਬ ਨੂੰ ਬੜਾ ਮੰਨਦਾ। ਤੁਸੀਂ ਵੇਖੋ ਕਈਆਂ ਬੰਦੇ ਨੇ ਗੱਡੀ ਦੇ ਸੀਸੇ ਨਾਲ ਵੀ ਮਾਲਾ ਲਮਕਾਈ ਹੁੰਦੀ ਆ। ਗੱਡੇ ਦੇ ਸੀਸੇ ਦਾ ਵਿਚਕਾਰਲਾ ਸੀਸਾ ਨਹੀਂ ਹੁੰਦਾ, ਉਹਦੇ ਵਿੱਚ ਵੀ ਮਾਲਾ ਲਮਕਾਈ ਹੁੰਦੀ ਹੈ ਵੀ ਸਾਡਾ ਸੀਸਾ ਵੀ ਨਾਮ ਜਪਦਾ, ਸਾਡਾ ਸਟੀਅਰਿੰਗ ਵੀ ਨਾਮ ਜਪਦਾ। ਐ ਮਤਲਬ ਉਹ ਦੱਸਣਾ ਚਾਹੁੰਦੇ ਆ ਫੋਟੋਆਂ ਲਾ ਕੇ। ਸਿੱਖ ਨੇ ਸਿਰ 'ਤੇ ਪੱਗ ਬੱਧੀ ਹੋਵੇ ਨਾ, ਸੋਹਣੀ ਦਸਤਾਰ ਸਜਾਈ ਹੋਵੇ, ਦੱਸਣ ਦੀ ਲੋੜ ਹੈਗੀ ਭਲਾ ਉਹਨੂੰ। ਤੁਹਾਡੀ ਗੱਡੀ ਦੀ ਇਹਦਾ ਬਾਰੀ ਖੋਲ੍ਹਦਿਆਂ ਅਗਲੇ ਨੂੰ ਪਤਾ ਲੱਗਣਾ ਕਿ ਭਾਈ ਇਹ ਗੁਰਬਾਣੀ ਦੀ ਵਿਚਾਰ ਵਾਲਾ ਬੰਦਾ, ਇਹ ਗੁਰੂ ਦੇ ਉਪਦੇਸ਼ ਵਾਲਾ ਬੰਦਾ। ਸਟਿੱਕਰ ਲਾਉਣ ਦੀ ਵੀ ਲੋੜ ਨਹੀਂ, ਉਹਨੂੰ ਲਾਉਣ ਦੀ ਲੋੜ ਹੈ। ਕਈਆਂ ਦੇ ਮੋਢਿਆਂ 'ਤੇ ਲਿਖਿਆ ਹੁੰਦਾ ਰਾਜ ਕਰੇਗਾ ਖਾਲਸਾ, ਕਈਆਂ ਨੇ ਗਿੱਚੀ 'ਤੇ ਲਿਖਿਆ ਹੁੰਦਾ ਰਾਜ ਕਰੇਗਾ ਖਾਲਸਾ। ਇੱਦਾਂ ਹੋ ਜਾਏਗਾ ਰਾਜ? ਬੋਲ ਕੇ ਦੱਸੇ ਜੀ। ਕੰਮ ਚੰਗੇ ਕਰਨੇ ਪੈਣੇ ਸਾਨੂੰ, ਸੋਚ ਚੰਗੀ ਬਦਲੋ, ਵਿਚਾਰ ਚੰਗੇ ਆਪਣੀ ਜ਼ਿੰਦਗੀ 'ਚ ਲੈ ਕੇ ਆਓ। ਹਰ ਕਾ ਨਾਮ ਲਿਖ ਲਿਓ ਸਰੀਰ,
ਹੁਣ ਹਰ ਕਾ ਨਾਮ ਲਿਖ ਲਿਓ, ਸਰੀਰ ਦਾ ਅਰਥ ਵਾ ਵੀ ਕਈਆਂ ਨੇ ਇੱਕ ਓਂਕਾਰ ਸੇ ਗੁੱਟ ਤੇ ਵਾਹਿਆ ਹੁੰਦਾ। ਇੱਥੇ ਇੱਕ ਓਂਕਾਰ ਵਾਹੁਣ ਨਾਲ ਕੀ ਹੋਏਗਾ? ਦੁੱਧ ਤੇ ਇਹਨਾਂ ਹੱਥਾਂ ਨਾਲ ਦੁੱਧ 'ਚ ਪਾਣੀ ਪਾਉਣਾ। ਹੱਥਾਂ ਤੇ ਇੱਕ ਓਂਕਾਰ ਲਿਖਣ ਨਾਲ ਥੋੜ੍ਹਾ ਦੁੱਧ 'ਚ ਪਾਣੀ ਪੈਣ ਤੇ ਰੁਕਣਾ। ਇੱਕ ਓਂਕਾਰ ਇੱਥੇ ਲਿਖਣਾ ਹੈ। ਜਦੋਂ ਮੈਂ ਇੱਥੇ ਲਿਖਤਾ ਫਿਰ ਮੇਰੇ ਹੱਥਾਂ ਦੀ ਕੀ ਮਜਾਲ, ਇਹਨਾਂ ਹੱਥਾਂ ਨਾਲ ਕੋਈ ਬੇਈਮਾਨੀ ਕਰ ਜਾਓ। ਹਰ ਕਾ ਨਾਮ ਲਿਖ ਲਿਓ ਸਰੀਰ। ਜਿਹੜਾ ਗੁਰੂ ਭਗਤ ਕਬੀਰ ਜੀ ਨੇ ਕਿਹਾ ਸੀ ਨਾ ਕਿ ਮੁਸ ਮੁਸ ਰੋਵੇ ਕਬੀਰ ਕੀ ਮਾਈ, ਉੱਥੇ ਮਾਈ ਦਾ ਅਰਥ ਮਾਂ ਨਹੀਂ ਹੈਗੀ ਵੀ ਮਾਂ ਰੋਂਦੀ ਸੀ ਭਗਤ ਕਬੀਰ ਦੀ, ਉੱਥੇ ਮੱਤ ਰੂਪੀ ਮਾਂ ਰੋਂਦੀ ਸੀ। ਇਹ ਬਾਰਕ ਐਸੇ ਜਿਵੇਂ ਰਗਰਾਈ, ਇਹ ਹੁਣ ਤੇਰੇ ਬਾਰਕ ਕਿੱਦਾਂ ਜਿਉਣਗੇ, ਤਨਣਾ ਪੁਰਣਾ ਸਭ ਤਜਿਓ ਹੈ ਕਬੀਰ। ਹਰ ਕਾ ਨਾਮ ਲਿਖ ਲਿਓ ਸਰੀਰ। ਤੂੰ ਸਰੀਰ ਤੇ ਹਰੀ ਦਾ ਨਾਮ ਲਿਖ ਲਿਆ, ਜਾਨੀ ਕਿ ਤੇਰਾ ਸਰੀਰ ਹੁਣ ਕੋਈ ਗਲਤ ਕੰਮ ਕਰਦਾ ਹੀ ਨਹੀਂ। ਤੂੰ ਤੇ ਸਰੀਰ ਤੇ, ਜੇ ਸਰੀਰ ਤੇ ਲਿਖਣ ਨਾਲ ਕੰਮ ਬਣਦਾ ਹੋਵੇ ਫਿਰ ਤਾਂ ਸੌਖਾ ਹੀ ਬੜਾ ਕੰਮ ਹੈ। ਸਰੀਰ ਤੇ ਲਿਖਣ ਦਾ ਮੀਨਿੰਗ ਸੀ ਜਦੋਂ ਤੂੰ ਆਪਣੇ ਹਿਰਦੇ 'ਚ ਲਿਖ ਲਿਆ, ਤੇਰੇ ਹੱਥਾਂ ਪੈਰਾਂ ਨੇ ਗਲਤ ਕੰਮ ਕਰਨਾ ਹੀ ਨਹੀਂ। ਆਓ ਆਪਣੇ ਸਰੀਰ ਤੇ ਲਿਖੋ, ਆਪਣੇ ਮਨ ਤੇ ਗੱਲ ਲਿਖ ਲਓ। ਘਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਹਣ। ਪਾਹਣ ਪੱਪੇ ਨੂੰ ਕੰਨਾ, ਹਾਹਾ ਤੇ ਨਾਣਾ। ਪਾਹਣ, ਪਾਹਣ ਦਾ ਅਰਥ ਹੈ ਪੱਥਰ। ਤੇ ਜਦੋਂ ਪੱਪੇ ਨੂੰ ਕੰਨਾ, ਹਾਹਾ ਤੇ ਹਾਹੇ ਨੂੰ ਔਂਕੜ ਪੈ ਗਿਆ ਤੇ ਇਹ ਬਣ ਜਾਣਾ ਪਾਹੁਣ। ਪਾਹੁਣ ਦਾ ਅਰਥ ਹੈ ਪ੍ਰਾਹੁਣਾ। ਵੇਖੋ ਇੱਕ ਔਂਕੜ ਨੇ ਇਹਦੇ ਅਰਥ ਬਦਲਤੇ। ਪਾਹੁਣ, ਪਾਹੁਣੇ ਆਏ, ਸਖੀ ਘਰ ਪਾਹੁਣੇ ਆਏ, ਤੇ ਔਂਕੜ ਲਾ ਦਿਓ ਤੇ ਬਣ ਗਿਆ ਪਾਹਣ। ਪਾਹਣ ਮੀਨਿੰਗ ਪੱਥਰ। ਹੁਣ ਜੇ ਆਪਾਂ ਉੱਥੇ ਪੜ੍ਹਾਂਗੇ ਜਿੱਥੇ ਸਖੀ ਘਰ ਪਾਹੁਣੇ ਆਏ, ਉੱਥੇ ਆਪਾਂ ਪਾਹਣ ਪੜ੍ਹਾਂਗੇ ਤਾਂ ਸਖੀ ਘਰ ਪੱਥਰ ਆਇਆ, ਉਹਦੇ ਅਰਥ ਬਦਲ ਜਾਣਗੇ। ਇੱਦਾਂ ਗੁਰਬਾਣੀ ਦੇ ਵਿੱਚ ਵਿਆਕਰਨ ਹੈ। ਸਿਹਾਰੀ, ਬਿਹਾਰੀ, ਔਂਕੜ, ਦਲਾਵਾਂ, ਇਹਨਾਂ ਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਮੀਨਿੰਗ ਹੈ। ਐਵੇਂ ਨਹੀਂ ਮਹਾਰਾਜ ਨੇ ਲਿਖ ਦਿੱਤਾ। ਇਸ ਕਰਕੇ ਘਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਹਣ। ਗਲ ਵਿੱਚ ਪਾਹਣ ਪੱਥਰ, ਲੈ ਲਟਕਾਵੇ। ਗਲ ਵਿੱਚ ਪੱਥਰ ਲਮਕਾਈ ਫਿਰਦਾ ਤੇ ਹਿਰਦੇ 'ਚ ਬੈਠਾ ਗੁਰੂ ਦੱਸਿਆ ਨਹੀਂ। ਤੂੰ ਹਿਰਦੇ 'ਚ ਬੈਠੇ ਆਪਣੇ ਗੁਰੂ ਨਾਲ, ਪਰਮੇਸ਼ਰ ਨਾਲ ਸਾਂਝ ਪਾ। ਜਿਸ ਪਾਹਣ ਕਉ ਠਾਕੁਰ ਕਹਿਤਾ। ਇਹ ਜਿਹੜੇ ਪੱਥਰ ਨੂੰ ਰੱਬ ਕਹਿੰਦਾ ਨਾ, ਹੁਣ ਜੇ ਉਹ ਪੱਥਰ ਪੂਜਦੇ ਸੀ ਤੇ ਆਪਾਂ ਇੱਟਾਂ ਪੂਜੀ ਜਾਂਦੇ ਹਾਂ, ਫਰਕ ਹੀ ਰਹਿ ਗਿਆ। ਜਿਹੜੀਆਂ ਕਬਰਾਂ ਤੇ ਲੱਗੀਆਂ, ਮੱਠੀਆਂ ਤੇ ਲੱਗੀਆਂ, ਕੀ ਲੱਗੀਆਂ ਨੇ ਭਲਾ? ਉੱਥੇ ਬਾਬਾ ਬੈਠਾ ਭਲਾ? ਬੋਲੋ ਸਾਧ ਸੰਗਤ ਜੀ, ਉੱਥੇ ਕੋਈ ਬਾਬਾ ਬੈਠਾ ਵਾ? ਤੇ ਮੱਥਾ ਕਿਹਦੇ ਗਾੜੀ ਟੇਕਦੇ ਆ? ਇੱਟਾਂ ਗਾੜੀ। ਤੇ ਇੱਟਾਂ ਨੂੰ ਮੱਥਾ ਟੇਕ ਟੇਕ ਕੇ ਕੀ ਬਣਾਂਗੇ ਫਿਰ ਆਪਾਂ? ਇੱਟ ਹੀ ਬਣ ਜਾਣਾ। ਜਾਣੀ ਕਿ ਇੱਟ ਸਖਤ ਵਾ, ਉੱਦਾਂ ਦੇ ਸਖਤ ਆਪਾਂ ਹੋ ਗਏ, ਤਾਈਓ ਕੋਈ ਅਸਰ ਜਿਹਾ ਨਹੀਂ ਹੋ ਰਿਹਾ। ਪੱਥਰ ਨੂੰ ਪੂਜ ਪੂਜ ਕੇ ਕੀ ਬਣ ਗਿਆ ਸੀ ਬੰਦਾ? ਪੱਥਰ। ਅਸੀਂ ਸ਼ਬਦ ਪੜ੍ਹਦੇ ਹਾਂ, ਗਿਆਨ ਪੜ੍ਹਦੇ ਹਾਂ, ਵਿਚਾਰ ਪੜ੍ਹਦੇ ਹਾਂ, ਸਾਡੇ ਅੰਦਰ ਵਿਚਾਰ ਨਵੇਂ ਤੋਂ ਨਵੇਂ ਆ ਰਹੇ ਨੇ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ। ਹੁਣ ਜੇ ਉਹਨਾਂ ਨੂੰ ਪੱਥਰ ਪੂਜਣ ਵਾਲਿਆਂ ਨੂੰ ਬਾਣੀ ਇੰਝ ਕਹਿ ਰਹੀ ਹੈ ਤੇ ਅਸੀਂ ਇੱਟਾਂ ਪੂਜ ਰਹੇ ਹਾਂ, ਫਰਕ ਤੇ ਕੁਝ ਵੀ ਨਹੀਂ ਹੈਗਾ। ਜਿਸ ਪਾਹਣ ਕਉ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁੱਬਤਾ। ਜਿਹੜੇ ਪੱਥਰ ਨੂੰ ਇਹ ਭਗਵਾਨ ਕਹਿੰਦਾ, ਉਹ ਪੱਥਰ ਹੀ ਇੱਕ ਦਿਨ ਉਹਨੂੰ ਲੈ ਕੇ ਡੁੱਬ ਜਾਂਦਾ। ਕਿੱਦਾਂ? ਕਿਉਂਕਿ ਪੱਥਰ ਨੂੰ ਪੂਜੇਗਾ ਤੇ ਪੱਥਰ ਹੀ ਬਣੇਗਾ। ਤਾਈਓ ਤਾਂ ਲੋਕ ਪੱਥਰ ਬਣ ਗਿਆ ਸੀ, ਕਿਸੇ ਤੇ ਕਿਸੇ ਚੀਜ਼ ਦਾ ਅਸਰ ਹੁੰਦਾ ਹੀ ਨਹੀਂ ਸੀ। ਧੀਆਂ ਦੇ ਕਤਲ ਹੋ ਰਹੇ ਨੇ, ਜਨਮਣ ਤੋਂ ਪਹਿਲਾਂ ਧੀਆਂ ਮਰ ਰਹੀਆਂ ਨੇ, ਭਰਾ ਭਰਾ ਦਾ ਹੱਕ ਮਾਰ ਰਿਹਾ। ਇਹ ਨਿਸ਼ਾਨੀ ਕਾਹਦੀ ਆ? ਪੱਥਰ ਹੀ ਤੇ। ਇੱਦਾਂ ਨਹੀਂ ਕਹਿੰਦੇ ਉਹ ਤੂੰ ਪੱਥਰ ਬਣ ਗਿਆ ਯਾਰ, ਤੇਰੇ ਤੇ ਮਾੜਾ ਮੋਟਾ ਅਸਰ ਨਹੀਂ ਹੁੰਦਾ। ਆਪਾਂ ਜਦੋਂ ਕੋਈ ਬੰਦਾ ਕੁਝ ਨਾ ਕਰੇ, ਆਪਾਂ ਸ਼ਬਦ ਬੋਲ ਹੀ ਦਿੰਦੇ ਹਾਂ, ਤੂੰ ਤੇ ਪੱਥਰ ਹੀ ਬਣ ਗਿਆ। ਤੂੰ ਮਾੜਾ ਮੋੜ ਤੇ ਬੋਲਦਾ ਉੱਥੇ, ਪਰ ਬੋਲੇ ਕਿੱਥੋਂ? ਅਗਲੇ ਨੇ ਅੰਦਰੋਂ ਸਭ ਕੁਝ ਮਾਰ ਦਿੱਤਾ ਹੈ, ਉਹਨੂੰ ਪੱਥਰ ਬਣਾ ਦਿੱਤਾ ਹੈ। ਜਿਸ ਪਾਹਣ ਕਉ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁੱਬਤਾ। ਗੁਨਾਹਗਾਰ ਲੂਣ ਹਰਾਮੀ। ਗੁਨਾਹਗਾਰ, ਗੁਨਾਹਗਾਰ ਲੂਣ ਹਰਾਮੀ ਕਿਹੜਾ ਹੁੰਦਾ? ਜਿਹੜਾ ਨਮਕ ਹਰਾਮ ਹੋਵੇ, ਜਿਹੜਾ ਕਿਸੇ ਦਾ ਅਹਿਸਾਨ ਭੁਲਾਉਣ ਵਾਲਾ ਹੋਵੇ। ਪਾਹਣ ਨਾਵ ਨਾ ਪਾਰ ਗਰਾਮੀ। ਪਾਹਣ ਕਹਿੰਦੇ ਪੱਥਰ ਨੂੰ, ਨਾਵ ਕਹਿੰਦੇ ਕਿਸ਼ਤੀ ਨੂੰ। ਕਹਿੰਦੇ ਪੱਥਰ ਦੀਆਂ ਕਿਸ਼ਤੀਆਂ ਬਣਾ ਕੇ ਤਰਿਆ ਨਹੀਂ ਜਾ ਸਕਦਾ, ਪੱਥਰ ਦੀ ਬੇੜੀ ਬਣਾ ਕੇ ਤਰਿਆ ਜਾ ਸਕਦਾ। ਅੱਜ ਲੋਕ ਪੱਥਰਾਂ ਦੀਆਂ ਬੇੜੀਆਂ 'ਚ ਤਰਨਾ ਪਸੰਦ ਕਰ ਰਹੇ ਆ। ਅੱਛਾ, ਇੱਕ ਪੱਥਰ ਉਹ ਹੁੰਦਾ ਜਿਹੜਾ ਇੱਕ ਥਾਂ 'ਤੇ ਪਿਆ, ਕਈ ਤੁਰਦੇ ਫਿਰਦੇ ਵੀ ਪੱਥਰ ਹੁੰਦੇ ਆ। ਕਿਉਂ ਸਾਧ ਸੰਗਤ ਜੀ? ਸਮਝੋ ਤੁਰਦੇ ਫਿਰਦੇ ਪੱਥਰ ਕਿਹੜੇ ਆ? ਕਈ ਬਾਬੇ ਹੁਣ ਕਹਿੰਦੇ ਅਰਦਾਸ ਕਰ ਲਓ, ਕਹਿੰਦੇ ਬਾਬੇ ਨੂੰ ਅਰਦਾਸ ਨਹੀਂ ਆਉਂਦੀ। ਅੱਛਾ, ਪਾਠ ਕਰ ਲਓ, ਕਹਿੰਦੇ ਬਾਬਿਆਂ ਨੂੰ ਪਾਠ ਹੀ ਨਹੀਂ ਆਉਂਦਾ। ਚਲੋ ਬਾਬੇ ਨੂੰ ਕੋਈ ਨਾ ਕੋਈ ਮੰਤਰ ਸ਼ਬਦ ਪੜ੍ਹ ਦਿਓ, ਕਹਿੰਦੇ ਉਹ ਵੀ ਨਹੀਂ ਆਉਂਦਾ। ਅੱਛਾ, ਕੀ ਆਉਂਦਾ? ਬਸ ਆਸ਼ੀਰਵਾਦ ਦੇਣੇ ਆਉਂਦਾ। ਫਿਰ ਬਾਬਾ ਜੀ ਕੀ ਹੋਏ? ਉੱਚੀ ਬੋਲੋ ਪਿਆਰਿਓ, ਪੱਥਰ। ਬਸ ਫਰਕ ਇਹ ਆ, ਉਹ ਪੱਥਰ ਇੱਕ ਥਾਂ 'ਤੇ ਪਿਆ, ਇਹ ਪੱਥਰ ਤੁਰਦਾ ਫਿਰਦਾ ਹੈ।
पत्थर क्या गुरु साहब ने बाणी च पत्थर वो पत्थर जिते असर कोई नहीं, जिदे ते कोई असर नहीं पै रहा, पानी च डबो छड़ो तो अंदरों सुके दा सुक्का निकलदा। जिस पाहण को ठाकुर कहता ओ पाहण ले उसको डुबता, गुणागार लूण हरामी। पाहण नाव, इनू नाव पढ़ना, नाव नाव किश्ती, पाहण नाव ना पारग्रामी। ओ प्यारिया पत्थर दियां बेड़ियां दे विच पैर रख के पार नहीं लंघिया जा सकदा। यानी कि पत्थर किसी नूं वकारां विचों डिगणों नहीं बचा सकदे। जे पत्थर नहीं बचा सकते तो बचाउणा इन्हां इट्टां ने भी नहीं। जे इट्टां नहीं बचा सकदियां तो सानूं इन्हां शरीरां ने भी नहीं बचाउणा। सानूं बचाऊ कौन? गुरु दा ज्ञान, गुरु दी सिक्ख्या, गुरु दा उपदेश, गुरु दी विचार। शब्द सी तां ही बाबा फतेह सिंह वर्गे, बाबा जोरावर सिंह वर्गे योधे भरे दरबार में जाके सवालों के जवाब दे रहे हैं। अज पत्थर पूजन वाले बंदे ने पुछ के वेखो, कई कई साल डेरियां दियां परिक्रमा करने वाले ने पुछ के वेखो, थोड़ा बहुता कुछ पता है? पता ही कख नहीं। कोई पढ़ना लिखना शुरू ही नहीं किया, कोई समझिया ही नहीं। बड़ी वड्डी कला हुंदी है एक कारीगर दे विच, एक बुत घाड़े च बड़ी वड्डी कला हुंदी है। ओहो ही पत्थर हुंदा है, उहनूं जदों तराशदा है ना, ਉਹਦੇ ਵਿੱਚੋਂ ਇੱਕ ਮੂਰਤੀ ਕੱਢ ਦਿੰਦਾ ਹੈ। ਲੋਕ ਫਿਰ ਮੂਰਤੀ ਨੂੰ ਮੁੱਲ ਖਰੀਦ ਕੇ ਲੈ ਕੇ ਜਾਂਦੇ ਨੇ। ਮਿੱਟੀ ਵਿਕਦੀ ਹੈ, ਘੁਮਿਆਰ ਦੀ ਮਿੱਟੀ ਵਿਕਦੀ ਹੈ। ਜਦੋਂ ਉਸੇ ਮਿੱਟੀ ਨੂੰ ਉਹ ਪਾਣੀ ਦੇ ਵਿੱਚ ਗੁੰਨਦਾ ਹੈ, ਉਹਦੀ ਚੱਪਣੀ ਛਕਾਲੇ ਕਾੜਨੇ ਤਿਆਰ ਕਰਦਾ, ਰੰਗ ਭਰਦਾ ਹੈ ਤੇ ਸੜਕ ਦੇ ਕੰਢੇ ਤੇ ਲੈ ਕੇ ਬਹਿ ਜਾਂਦਾ ਹੈ। ਤੁਸੀਂ ਗੱਡੀ ਡੱਕ ਕੇ, ਤੁਹਾਡੀ ਗੱਡੀ ਦੀਆਂ ਬ੍ਰੇਕਾਂ ਆਪਣੇ ਆਪ ਵੱਜਦੀਆਂ ਨੇ, ਐਦਾਂ ਕਹਿੰਦੇ ਕਿੱਡਾ ਸੋਹਣਾ ਛਕਾਲਾ ਹੈ, ਕਿੰਨਾ ਸੋਹਣਾ ਕਾੜਨਾ ਹੈ, ਕਿੰਨਾ ਸੋਹਣਾ ਘੜਾ ਹੈ, ਐਦਾਂ। ਫਿਰ ਉਹ ਪੈਸੇ ਮੰਗਦਾ, ਕਿੰਨੇ ਜੀ? 200। ਜਿੰਨੀ ਉਹਨੂੰ ਮਿੱਟੀ ਲੱਗੀ ਸੀ, ਜੇ ਉਹ ਇਕੱਲੀ ਮਿੱਟੀ ਲੈ ਕੇ ਤੁਹਾਨੂੰ ਦਿੰਦਾ ਇੱਦਾਂ, ਤੁਸੀਂ ਮਿੱਟੀ 200 ਦੀ ਲੈ ਜਾਣੀ ਸੀ ਜਿੰਨੀ ਘੜੇ ਨੂੰ ਮਿੱਟੀ ਲੱਗੀ ਹੈ। ਉਹ ਕਾਹਦੀ ਕੀਮਤ ਲੈ ਰਿਹਾ ਤੁਹਾਡੇ ਕੋਲੋਂ? ਉਹ ਆਪਣੀ ਕਲਾ ਦੀ ਕੀਮਤ ਲੈ ਰਿਹਾ। ਉਹਨੇ ਮਿੱਟੀ 'ਚੋਂ ਘੜਾ ਕੱਢਿਆ, ਤੁਸੀਂ ਤੇ ਮੈਂ ਨਹੀਂ ਕੱਢ ਸਕਦੇ। ਬਸ ਗੁਰੂ ਨੇ ਇੱਥੇ ਬੁੱਤ ਬਣੇ, ਇੱਥੇ ਮਿੱਟੀ ਬਣ ਚੁੱਕੇ ਮਨੁੱਖਾਂ ਵਿੱਚੋਂ ਇਹੋ ਜਿਹੇ ਯੋਧੇ ਕੱਢੇ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਜੂਣ ਦਾ ਦੁਨੀਆ ਨੂੰ ਤਰੀਕਾ ਸਿਖਾਇਆ। ਬਸ ਆਹ ਫਰਕ ਹੈ ਗੁਰੂ ਸ਼ਬਦ ਦਾ, ਆਹ ਗਿਆਨ ਦਾ। ਗੁਰੂ ਸ਼ਬਦ ਨੇ ਬਹੁਤ ਕੁਝ। ਟੀਚਰ 'ਚ ਕਿੰਨੀ ਵੱਡੀ ਕਲਾ ਹੁੰਦੀ ਹੈ। ਇੱਕ ਟੀਚਰ ਕੋਲ ਅਸੀਂ ਬੱਚਾ ਭੇਜਦੇ ਹਾਂ, ਸਾਡੇ ਬੱਚਿਆਂ ਵਿੱਚੋਂ ਕਿੰਨੀ ਸੋਹਣੀ ਵਿਚਾਰ ਕੱਢਦਾ ਹੈ ਟੀਚਰ, ਉਹਨੂੰ ਪੜ੍ਹਾਉਂਦਾ ਹੈ, ਸਿੱਖਿਆ ਦਿੰਦਾ ਹੈ। ਅਤੇ ਬੱਚਾ ਵੀ ਆਪ ਇਸੇ ਨੂੰ ਬਾਣੀ 'ਚ ਆਖਿਆ ਸੀ, ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ੍ਹ ਪੜ੍ਹ ਪਾਵੈ ਮਾਣ ਆਪਾ ਮੱਧੇ। ਆਪ ਪ੍ਰਗਾਸਿਆ, ਆਪਣੇ ਵਿੱਚੋਂ ਇਨਸਾਨੀਅਤ ਨੂੰ ਪ੍ਰਕਾਸ਼ ਕਰਨਾ ਹੀ ਸਾਡੀ ਜ਼ਿੰਦਗੀ ਦਾ ਟਾਰਗੇਟ ਹੋਣਾ ਚਾਹੀਦਾ। ਆ ਮਨੁੱਖਾ ਸਰੀਰ ਨਹੀਂ ਆ, ਇਹ ਭੁਲੇਖਾ। ਆ ਅੱਖਾਂ, ਲੱਤਾਂ, ਬਾਹਾਂ, ਇਹ ਮਨੁੱਖਾ ਸਰੀਰ ਨਹੀਂ ਆ, ਇਹ ਤਾਂ ਬਾਹਰ ਦਾ ਢਾਂਚਾ ਹੈ। ਮਨੁੱਖਾ ਸਰੀਰ ਅੰਦਰ ਦੀ ਸਿੱਖਿਆ ਹੈ। ਜੇ ਇਹ ਮਨੁੱਖਾ ਸਰੀਰ ਹੁੰਦੀ ਤਾਂ ਗੁਰੂ ਅਰਜਨ ਸਾਹਿਬ ਨੂੰ ਕਦੀ ਨਾ ਕਹਿਣਾ ਪੈਂਦਾ ਕਰਤੂਤ ਪਸ਼ੂ ਕੀ ਮਾਨਸ ਜਾਤ। ਉਹ ਕਹਿੰਦੇ ਨੂੰ ਤੇਰੇ ਅੰਦਰ ਸਿਆਣਪ, ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ, ਇਹ ਸ਼ਬਦ ਕਦੀ ਨਾ ਲਿਖਦੇ। ਇਹ ਮਨੁੱਖਾ ਸਰੀਰ ਨਹੀਂ, ਮਨੁੱਖਾ ਸਰੀਰ ਅੰਦਰ ਹੈ। ਜਦੋਂ ਤੂੰ ਬਾਹਰ ਦਾ ਜ਼ਿੰਦਗੀ ਜਿਉਣ ਦਾ ਤੇਰਾ ਤਰੀਕਾ ਆਏਗਾ, ਫਿਰ ਕਹਿਣਗੇ ਭਾਈ ਆ ਮਨੁੱਖ ਜਾ ਰਿਹਾ। ਅਜੇ ਤਾਂ ਕੀ ਕਹਿੰਦੇ, ਉਹ ਤੂੰ ਡੰਗਰਾਂ ਨੂੰ ਭੈੜਾ ਹੈ, ਤੂੰ ਪਸ਼ੂਆਂ ਨੂੰ ਭੈੜਾ ਹੈ। ਕਿਉਂ ਪਸ਼ੂਆਂ ਨੂੰ ਭੈੜਾ? ਕਿਉਂਕਿ ਪਸ਼ੂ ਤਾਂ ਫਿਰ ਵੀ ਦੁੱਧ ਦਿੰਦੇ ਨੇ, ਤੂੰ ਤਾਂ ਉਹ ਤੋਂ ਵੀ ਗਿਆ ਗੁਜ਼ਰਿਆ। ਬਸ ਇੱਦਾਂ ਸਮਝੋ ਬਾਣੀ ਨੂੰ। ਸਰੀਰ ਮਿਲ ਗਿਆ, ਇਹਨੂੰ ਸੋਹਣਾ ਬਣਾਓ, ਸਿੱਖਿਆ ਲਓ ਗੁਰੂ ਦੀ। ਤਾਂ ਪਾਤਸ਼ਾਹ ਕਹਿੰਦੇ ਨੇ, ਪਾਹਣ ਨਾਵ ਨਾ ਪਾਰਗ੍ਰਾਮੀ, ਗੁਰ ਮਿਲ। ਗੁਰ ਮਿਲ, ਗੁਰੂ ਨੂੰ ਕਿੱਦਾਂ ਮਿਲਣਾ? ਆਓ ਪ੍ਰਣ ਕਰੋ ਆਪਣੀ ਜ਼ਿੰਦਗੀ 'ਚ ਭੈਣੋ, ਪੋਥੀਆਂ ਰੱਖੋ ਆਪਣੇ ਘਰਾਂ 'ਚ, ਸਿੱਖਿਆ ਲਓ ਗੁਰੂ ਦੀ। ਇੱਕ ਆਪਣੀ ਜ਼ਿੰਦਗੀ 'ਚੋਂ ਵਹਿਮ ਕੱਢ ਦਿਓ। ਤੁਹਾਨੂੰ ਉਹਨਾਂ ਨਾਲੋਂ ਵਧੀਆ ਪਾਠ ਕਰਨਾ ਆ ਸਕਦਾ ਜਿਹੜੇ ਦਾਅਵਾ ਕਰਦੇ ਜੀ ਅਸੀਂ ਡੇਰਿਆਂ 'ਚ ਪਾਠ ਕਰਾਉਣੇ, ਇੱਥੇ ਮਰਿਆਦਾ ਨਿਭਾਈ ਜਾਂਦੀ। ਮੈਂ ਪਹਿਲਾਂ ਕਹਿਤੀ ਗੱਲ, ਜਿੱਥੇ 100 ਖੰਡ ਪਾਠਾਂ ਦੀਆਂ ਲੜੀਆਂ, ਉਹਨਾਂ 'ਚੋਂ ਥੋੜ੍ਹੇ ਬੰਦਿਆਂ ਨੂੰ ਹੀ ਮੈਕ 'ਤੇ ਪਾਠ ਕਰਨਾ ਆਉਂਦਾ ਹੈ। ਪਰ ਸਾਡੇ ਦਿਮਾਗ 'ਚ ਵਹਿਮ ਹੁੰਦਾ, ਵੇਖੋ ਜੀ ਉੱਥੋਂ ਦੀ ਸੁੱਖਣਾ ਸੁੱਖੀ ਹੈ ਮਹਾਂਪੁਰਖਾਂ ਦੇ ਡੇਰੇ ਪਾਠ ਕਰਾਉਣਾ, ਤਾਂ ਹੀ ਤਾਂ ਉੱਥੇ ਫਿਰ ਅਗਲੇ ਦਾ ਕੰਮ ਹੀ ਇੱਥੇ ਚੱਲਦਾ। ਅਤੇ ਜੇ ਖੁਦ ਬਾਣੀ ਆਪ ਪੜ੍ਹਨ ਲੱਗ ਪਓਗੇ, ਆਪ ਗੁਰਬਾਣੀ ਵਿਚਾਰਨ ਲੱਗ ਪਓਗੇ, ਬਹੁਤ ਕੁਝ ਆ ਸਕਦਾ। ਸਿੱਖਿਆ ਲਓ ਜ਼ਿੰਦਗੀ 'ਚ, ਰੋਜ਼ ਆਪਣੀ ਜ਼ਿੰਦਗੀ 'ਚ ਭਾਵੇਂ ਇੱਕ ਅੰਕ ਰੋਜ਼ ਪੜ੍ਹੋ, ਕੰਮ ਕਾਰ ਕਰਕੇ ਦਿਨ ਵੇਲੇ ਪੜ੍ਹ ਲਓ। ਕਈਆਂ ਭੈਣਾਂ ਵਿੱਚ ਇਹ ਹੁਣ, ਕਈਆਂ ਪਰਿਵਾਰਾਂ 'ਚ ਹੁਣ ਸਹਿਜ ਪਾਠ ਕਰਨ ਦੀ ਆਦਤ ਪੈ ਗਈ ਹੈ। ਉਹ ਆਪਣਾ ਕੰਮ ਕਾਰ ਕਰਕੇ ਆਪਣੇ ਘਰਾਂ 'ਚ ਦਿਨੇ ਸਹਿਜ ਪਾਠ ਅਰਥਾਂ ਸਹਿਤ ਪੜ੍ਹੋ, ਭਾਵੇਂ ਇੱਕ ਅੰਕ ਰੋਜ਼ ਪੜ੍ਹੋ, ਕੋਸ਼ਿਸ਼ ਕਰੋ। ਗੁਰ ਮਿਲ ਨਾਨਕ ਠਾਕੁਰ ਜਾਤਾ। ਜਦੋਂ ਗੁਰੂ ਨੂੰ ਮਿਲੋਗੇ ਫਿਰ ਠਾਕੁਰ ਨੂੰ ਜਾਣ ਲਓਗੇ। ਫਿਰ ਗੁਰੂ ਨੇ ਪਤਾ ਕੀ ਆਖਣਾ, ਸਹੁਰੇ 'ਚ ਵੀ ਹੈਗਾ ਜੀ,
ਸੱਸ 'ਚ ਵੀ ਹੈਗਾ ਜੀ, ਪਤਨੀ 'ਚ ਵੀ ਹੈਗਾ, ਪਤਨੀ 'ਚ ਵੀ ਹੈਗਾ, ਧੀ 'ਚ ਵੀ ਹੈਗਾ, ਮਾਂ 'ਚ ਵੀ ਹੈਗਾ, ਤਾਏ ਚਾਚੇ 'ਚ ਵੀ ਹੈਗਾ। ਫਿਰ ਬੰਦਾ ਵਿਤਕਰੇ ਨਹੀਂ ਕਰੇਗਾ, ਫਿਰ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਾਂਗੇ, ਗੱਲਾਂ ਬਾਤਾਂ ਇਕੱਠੀਆਂ ਹੋਣਗੀਆਂ, ਘਰ ਸੋਹਣਾ ਬਣ ਜਾਏਗਾ ਸਾਡਾ। ਗੁਰ ਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਲ ਪੂਰਨ ਵਿਧਾਤਾ। ਹਰ ਥਾਂ 'ਤੇ ਉਹਨੂੰ ਮਹਿਸੂਸ ਕਰਾਂਗੇ, ਕਿਹਨੂੰ? ਜਿਸ ਮਾਲਕ ਨੇ ਸਾਨੂੰ ਪੈਦਾ ਕੀਤਾ ਹੋਇਆ ਹੈ। ਰੱਬ ਕਿਤੇ ਬਾਹਰ ਨਹੀਂ, ਰੱਬ ਕਿਤੇ ਦੂਰ ਨਹੀਂ, ਸਾਡੇ ਨਾਲ, ਸਾਡੇ ਹਰ ਵਕਤ ਕੋਲ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ। ਬਸ ਮਨ ਹਰ ਵਕਤ ਤੇਰੇ ਨਾਲ ਹੈ। ਗੁਰਮਤੀ ਰੰਗ ਸਾਧ ਸੰਗਤ ਜੀ, ਗੁਰੂ ਬਖਸ਼ਿਸ਼ ਕਰੇ। ਕਲਗੀਧਰ ਪਾਤਸ਼ਾਹ ਜਿਨ੍ਹਾਂ ਦੇ ਮਹਾਨ ਸਾਹਿਬਜ਼ਾਦੇ, ਵੱਡੇ ਛੋਟੇ, ਮਾਤਾ ਗੁਜਰ ਕੌਰ ਜੀ, ਅਨੇਕਾਂ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਦੇ ਆ ਸ਼ਹਾਦਤ ਦੇ ਦਿਨ ਜਾ ਰਹੇ ਨੇ, ਜਿਨ੍ਹਾਂ ਨੇ ਸਾਡੇ ਵਾਸਤੇ ਸਭ ਕੁਝ ਵਾਰ ਦਿੱਤਾ, ਕੁਰਬਾਨ ਕਰ ਦਿੱਤਾ। ਆਓ ਆਪਣੇ ਬੱਚਿਆਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਦੇਈਏ, ਬਾਣੀ ਨਾਲ ਜੋੜੀਏ, ਗੁਰੂ ਦਾ ਉਪਦੇਸ਼ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ। ਧੰਨਵਾਦ ਉਸ ਪਰਿਵਾਰ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ, ਤੁਹਾਡੇ ਸੰਗਤ ਦੇ ਸਹਿਯੋਗ ਨਾਲ, ਕਿ ਆਪਾਂ ਰਲ ਮਿਲ ਕੇ ਇੱਦਾਂ ਗੁਰਮਤਿ ਦੀ ਚਰਚਾ ਕਰੀਏ। ਸ਼ੁਕਰ ਹੈ, ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇੱਦਾਂ ਸਾਡੇ ਕੋਈ ਇੱਕ ਪਰਿਵਾਰ, ਦੋ ਪਰਿਵਾਰ ਵੀ ਸੰਗਤਾਂ ਦੇ ਸਹਿਯੋਗ ਨਾਲ ਉਪਰਾਲੇ ਕਰਦੇ ਨੇ। ਵੀਰ ਕੈਨੇਡਾ ਰਹਿੰਦਾ, ਨਹੀਂ ਤਾਂ ਆਮ ਸਾਡੇ ਸਮਾਜ ਵਿੱਚ ਕੋਈ ਵਿਦੇਸ਼ ਹੋਵੇ, ਉਹ ਕਈ ਤਰ੍ਹਾਂ ਦੀਆਂ ਮਨ 'ਚ ਆਉਂਦੀਆਂ ਵੀ ਕੋਈ ਗਾਉਣ ਵਾਲੀ ਲਾ ਲਾ, ਕੋਈ ਹੋਰ ਕਰ ਲਾ। ਪਰ ਜੇ ਇੱਦਾਂ ਦੇ ਸਾਡੇ ਨੌਜਵਾਨ ਸਾਬਤ ਸੂਰਤ, ਉਹਨਾਂ ਅੰਦਰ ਇੱਦਾਂ ਦੀ ਚੇਤਨਤਾ ਆਵੇ ਕਿ ਜੇ ਮੈਂ ਜਾਗਿਆ ਵਾਂ, ਮੈਨੂੰ ਕੁਝ ਬਾਣੀ ਦਾ ਪਤਾ ਲੱਗੇ, ਅਤੇ ਮੈਂ ਆਪਣੇ ਪਿੰਡ ਨੂੰ ਵੀ ਕੋਈ ਗੁਰਮਤਿ ਦੀ ਗੱਲ ਦੱਸਾਂ, ਅਤੇ ਸਾਨੂੰ ਧੰਨਵਾਦ ਕਰਨਾ ਚਾਹੀਦਾ ਕਿ ਇੱਦਾਂ ਦੇ ਨੌਜਵਾਨ ਹਰ ਪਿੰਡ ਵਿੱਚ ਪੈਦਾ ਹੋਣ, ਸਾਡੇ 'ਚ ਸੋਚ ਬਦਲੇ, ਨੌਜਵਾਨ ਪੀੜ੍ਹੀ ਬਦਲੇ, ਅਤੇ ਬਹੁਤ ਕੁਝ ਬਦਲ ਰਿਹਾ। ਹੁਣ ਸਾਨੂੰ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ, ਆਸ਼ਾਵਾਦੀ ਹੋਣਾ ਚਾਹੀਦਾ ਹੈ। ਵੈਸੇ ਅੰਦੋਲਨ ਨੇ ਬਹੁਤ ਕੁਝ ਸਿਖਾ ਦਿੱਤਾ ਹੈ। ਜਿਹੜਾ ਸਾਡੇ ਨੌਜਵਾਨੀ ਦੇ ਮੱਥੇ 'ਤੇ ਕਲੰਕ ਲੱਗਾ ਸੀ, ਕਾਫੀ ਹੱਦ ਤੱਕ ਇਹ ਕਲੰਕ ਇਸ ਮੋਰਚੇ ਨੇ ਮਿਟਾ ਦਿੱਤਾ ਹੈ। ਸਾਡਾ ਨੌਜਵਾਨ ਬਾਣੀ ਪੜ੍ਹਦਾ ਹੈ, ਸੇਵਾ ਕਰਦਾ ਹੈ, ਇਕੱਠੇ ਰਹਿੰਦੇ ਹਾਂ। ਆਓ ਗੁਰੂ ਬਖਸ਼ਿਸ਼ ਕਰੇ, ਤਗੜੇ ਹੋਈਏ, ਹੰਬੜਾ ਮਾਰੀਏ, ਅਤੇ ਨਾਲ ਜਿੱਥੇ ਅਸੀਂ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਹੈ, ਉੱਥੇ ਨਾਲ ਉਹਨਾਂ ਮਹਾਨ ਯੋਧਿਆਂ ਨੂੰ ਵੀ ਸਾਡਾ ਸਿਰ ਝੁਕਦਾ, ਜਿਨ੍ਹਾਂ ਮਾਵਾਂ ਦੇ ਪੁੱਤ ਇਸ ਅੰਦੋਲਨ ਤੋਂ ਵਾਰੇ ਨੇ। ਘਰਾਂ 'ਚੋਂ ਬਜ਼ੁਰਗ ਗਏ ਨੇ, ਮਾਵਾਂ ਗਈਆਂ ਨੇ, ਬੱਚੇ, ਪਰਿਵਾਰਾਂ ਦੇ ਪਰਿਵਾਰ ਕਈ ਉੱਥੇ ਅੰਦੋਲਨ 'ਚ ਰਹੇ ਨੇ, ਅਤੇ ਕਈਆਂ ਦੇ ਹੱਸਦੇ ਵਸਦੇ ਜੀ ਉਹ ਵਾਪਸ ਨਹੀਂ ਆ ਸਕੇ। ਸਾਰਾ ਕੁਝ ਐਵੇਂ ਨਹੀਂ ਆਪਣੇ ਝੋਲੀ ਵਿੱਚ ਇਹ ਜਿੱਤ ਪਈ, ਬਹੁਤ ਕੁਝ ਇਹਦੇ ਬਦਲੇ ਗਵਾਉਣਾ ਵੀ ਪਿਆ ਹੈ ਕਈਆਂ ਪਰਿਵਾਰਾਂ ਨੂੰ। ਉਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ ਕਿ ਗੁਰੂ ਬਖਸ਼ਿਸ਼ ਕਰੇ। ਇੱਕ ਚੀਜ਼ ਇਸ ਅੰਦੋਲਨ ਨੇ ਸਿਖਾਤੀ, ਇਕੱਠੇ ਰਹੀਏ। ਜੇ ਵੱਡੀਆਂ ਸਰਕਾਰਾਂ ਝੁਕ ਸਕਦੀਆਂ ਤਾਂ ਸਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ। ਪਰ ਪ੍ਰੋਬਲਮ ਇਹ ਆਉਂਦੀ ਆ ਜਦੋਂ ਅਸੀਂ ਪਾੜ ਜਾਂਦੇ ਹਾਂ, ਸਾਨੂੰ ਸਿਆਸੀ ਲੋਕ ਪਾੜ ਕੇ ਰਾਜ ਕਰਦੇ ਆ, ਸਮਝ ਨਹੀਂ ਪਾਉਂਦੇ। ਅਸੀਂ ਇਕੱਠੇ ਰਹਾਂਗੇ। ਜੇ ਸਾਡੇ ਇਕੱਠ ਨੇ, ਸਾਡੇ ਏਕੇ ਨੇ ਕੇਂਦਰ ਸਰਕਾਰ ਨੂੰ ਆਪਣੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਨਸ਼ੇ ਕਿਹੜੀ ਚੀਜ਼ ਸੀ, ਇਹ ਵੀ ਬੰਦ ਹੋ ਸਕਦੇ ਆ, ਪਰ ਉਦੋਂ ਜਦੋਂ ਅਸੀਂ ਇਕੱਠੇ ਹੋਵਾਂਗੇ। ਪ੍ਰੋਬਲਮ ਇਹ ਆ, 2-4 ਜਾਣੇ ਨਸ਼ਿਆਂ ਦੇ ਵਿਰੋਧ ਤੁਰਦੇ ਆ, 5 ਆਉਂਦੇ ਰਹਿਣ ਦਿਓ, ਇਹ ਨਹੀਂ ਮੁੱਕਣੇ ਭਾਈ, ਇਹ ਜਦੋਂ ਤੱਕ ਦੁਨੀਆ ਹੈਗੀ ਆ, ਬੋਲੋ ਜੀ, ਇੱਦਾਂ ਹੀ ਚੱਲਦਾ ਰਹਿਣਾ। ਬਸ ਆਹ ਸਮੱਸਿਆ। ਆਓ ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ, ਇਹ ਜੀਵਨ ਨੂੰ ਸੱਜਾ ਬਣਾਈਏ, ਸੋਹਣਾ ਬਣਾਈਏ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਸੋਹਣਾ ਉਪਰਾਲਾ ਕੀਤਾ ਹੈ। ਅੱਜ ਦਾ ਇਹ ਗੁਰਮਤਿ ਸਮਾਗਮ ਲਈ ਕੇ ਸ਼ੁਕਰਾਨਾ ਮਾਲਕ ਦਾ, ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਆਪਾਂ ਵਿਚਾਰਾਂ ਦੀ ਸਾਂਝ ਪਾਈ ਹੈ। ਸਾਡੀ ਮਜਬੂਰੀ ਹੈ, ਦਿਲ ਤੇ ਹੋਰ ਵੀ ਕਰਦਾ ਤੁਹਾਡੇ ਨਾਲ ਵਿਚਾਰਾਂ ਕਰਨ ਨੂੰ, ਪਰ ਸ਼ਾਮ ਨੂੰ ਸਾਡਾ ਫਿਰ ਦੀਵਾਨ ਹੈ। ਇੰਨੀ ਕੀ ਸੇਵਾ ਪ੍ਰਵਾਨ ਕਰਿਓ। ਫਿਰ ਸਮਾਂ ਬਣਿਆ ਤੁਹਾਡੇ ਦਰਸ਼ਨ ਕਰਾਂਗੇ। ਭੁੱਲਾਂ ਮੇਰੀਆਂ ਬਚਨ ਗੁਰੂ ਦੇ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ। ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਅਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲ